ਜੇ ਮੈਂ ਵੀ ਇੱਥੇ ਹੀ ਹੁੰਦਾ ਨਾ ਬਾਹਰ ਜਾਂਦਾ ਤਾਂ ਮੈਂ ਇਹ ਚੀਜ਼ਾਂ ਨਾ ਵੇਖਦਾ, ਮੇਰੇ ਅੰਦਰ ਵੀ ਹੌਸਲਾ ਨਹੀਂ ਸੀ ਉਪਜਣ। ਅਜੇ ਸਾਡਾ ਪੋਲੀ ਹਾਊਸ ਕੰਪਲੀਟ ਹੁੰਦਾ ਸੀ, ਡਾਕਟਰ ਭਜਨੀਤ ਸਿੰਘ ਇੰਸਪੈਕਸ਼ਨ ਕਰਕੇ ਸਾਨੂੰ 18,40,000 ਦਾ ਚੈੱਕ ਦੇ ਕੇ ਗਏ। ਮੈਂ ਜਦ ਡੈਡੀ ਨੂੰ ਫੜਾਇਆ, ਕਹਿੰਦਾ ਇਹ ਅਸਲੀ ਵੀ ਆ। ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮਜ਼ਾਕ ਹੁੰਦਾ, ਮੈਨੂੰ ਪਿੰਡ 'ਚ ਡਾਕਟਰ ਸਾਹਿਬ ਕਹਿੰਦੇ ਹੁੰਦੇ ਵੀ ਇਹ ਡਾਕਟਰ ਹੈ ਜੀ। ਇੱਕ ਤਾਂ ਯਾਰਾ ਫਰਟੀਲਾਈਜ਼ਰ, ਇੱਕ ਹੈਗੀ ICL ਇਜ਼ਰਾਈਲ ਕੈਮੀਕਲ ਲਿਮਟਿਡ। ਇਜ਼ਰਾਈਲ ਤੋਂ ਇਹ ਸਾਰੀ ਕੰਪਨੀ ਇਜ਼ਰਾਈਲ ਤੋਂ ਆ। ਜਿਹੜੇ ਬੀਜ ਵੀ ਫੋਰਨ ਤੋਂ। ਹਾਂ, ਪੰਜਾਬ ਦੇ ਸ਼ਹਿਰਾਂ ਵਿੱਚ ਲੋਕਾਂ ਉੱਤੇ ਖਾਣ ਪੀਣ ਦੀ ਮਹਿੰਗਾਈ ਤੋਂ ਇਲਾਵਾ ਘਰ ਜਾਂ ਗੱਡੀ ਦੇ ਕਰਜ਼ ਦੀ ਵੀ ਕਿਸ਼ਤ ਦਾ ਵੱਡਾ ਬੋਝ ਹੁੰਦਾ ਹੈ। ਅਜਿਹੇ ਵਿੱਚ ਜੀਣ ਲਈ ਸਭ ਤੋਂ ਜ਼ਰੂਰਤ ਪਾਣੀ ਦਾ ਬਿੱਲ ਵੀ ਸ਼ਹਿਰਾਂ ਦੇ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਸ਼ਹਿਰਾਂ ਵਿੱਚ 125 ਵਰਗ ਗਜ ਤੋਂ ਉੱਤੇ ਦੇ ਮਕਾਨ ਵਿੱਚ ਪਾਣੀ ਦਾ ਬਿੱਲ ਘਟਾ ਕੇ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਜਿਹੜੇ ਪਾਣੀ ਦੇ ਰੇਟ ਆ ਉਹ ਫਲੈਟ ਰੇਟ ਕੀਤਾ ਹੈ। ਹੁਣ ਰੇਟ ਹੈ ਜਿਹੜਾ 125 ਤੱਕ ਗਜ ਦੇ ਪਲਾਟ ਤੱਕ ਮਾਫ ਹੈ, ਉਹ ਉਸੇ ਤਰ੍ਹਾਂ ਮਾਫ ਰਹੇਗਾ। ਲੇਕਿਨ ਉਸ ਤੋਂ ਉੱਪਰ ਦੇ ਜਿਹੜੇ ਹੈ ਉਹਨਾਂ ਸਾਰਿਆਂ ਨੂੰ ਫਲੈਟ ਕਰਕੇ 105 ਰੁਪਏ ਜਿਹੜਾ ਮਿਨੀਮਮ ਰੇਟ ਹੈ ਉਹਨੂੰ ਵੀ ਅਸੀਂ ਅੱਧ ਤੋਂ ਘੱਟ ਲੈ ਆਏ ਹਾਂ। 50 ਰੁਪਏ ਅਸੀਂ ਰੇਟ ਫਿਕਸ ਕਰਤਾ ਪੂਰੇ ਪੰਜਾਬ ਦੇ ਵਿੱਚ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਦੇ 700 ਕਰੋੜ ਰੁਪਏ ਦੇ ਬਕਾਇਆ ਪਾਣੀ ਅਤੇ ਸੀਵਰ ਦੇ ਬਿੱਲ ਵੀ ਮਾਫ ਕਰ ਦਿੱਤੇ ਨੇ। ਚੰਨੀ ਜੀ ਨੇ ਜੋ ਆਮ ਪਬਲਿਕ ਵਾਸਤੇ ਅਹਿਮ ਫੈਸਲੇ ਲਏ ਨੇ ਉਹ ਬਹੁਤ ਹੀ ਵਧੀਆ ਫੈਸਲੇ ਸੀ, ਜਿਵੇਂ ਕਿ ਪਾਣੀ ਸੀਵਰੇਜ ਦੇ ਬਿੱਲ ਮਾਫ ਕਰਤੇ, ਬਿਜਲੀ ਦੇ ਬਿੱਲ ਮਾਫ ਕਰਤੇ। ਉਹਨਾਂ ਨੇ ਸ਼ਹਿਰੀ ਵਾਸੀਆਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਸੋਚੀ ਹੈ। ਇਹਨਾਂ ਨੇ ਸਾਰੇ ਮਸਲੇ ਹੱਲ ਕੀਤੇ ਆ। ਸ਼ਹਿਰ ਵਾਸੀਆਂ ਵਾਲੇ ਵੀ ਸੋਚਿਆ, ਬਿਜਲੀ ਪਾਣੀ ਦੇ ਬਿੱਲ ਜੋ ਮਾਫ ਘਟਾਏ ਕੀਤੇ ਨੇ, ਰੇਟ ਘਟਾਏ ਨੇ ਬਿਜਲੀ ਦੇ। ਅਸੀਂ ਚਾਹੁੰਦੇ ਹਾਂ ਕਿ CM ਸਰਕਾਰ ਚੰਨੀ ਦੀ ਹੀ ਬਣੇ ਦੁਬਾਰਾ। ਸ਼ਹਿਰਾਂ ਵਿੱਚ ਪਾਣੀ ਦੇ ਬਿੱਲਾਂ ਨੂੰ ਮਾਫ ਕਰਨ ਦੇ ਨਾਲ ਸਰਕਾਰ ਉੱਤੇ 700 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਜਦਕਿ ਪਾਣੀ ਦੀ ਸਪਲਾਈ ਕਰਨ ਲਈ ਇਸਤੇਮਾਲ ਹੋਣ ਵਾਲੀ ਬਿਜਲੀ ਅਤੇ ਪਾਣੀ ਦੀ ਬਕਾਇਆ ਰਕਮ ਦੇ ਤੌਰ ਤੇ ਉੱਤੇ 1168 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ। ਜਗਬਾਣੀ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਤਰਾੜ। ਦੋਸਤੋ, ਅਸੀਂ ਇਸ ਵਕਤ ਖੜੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੁਸ਼ਕਾਬਾਦ, ਜਿੱਥੇ ਇੱਕ ਸੁਖਦੇਵ ਫਾਰਮ ਹੈ। ਇਹ ਫਾਰਮ ਹੀ ਨਹੀਂ ਸਗੋਂ ਇੱਕ ਮਾਰਟ ਹੈ, ਇੱਕ ਕਿਸਾਨ ਦਾ ਮਾਰਟ, ਜਿੱਥੇ ਉਹ ਪੋਲੀ ਹਾਊਸ ਦੇ ਅੰਦਰ ਸਬਜ਼ੀ ਉਗਾਉਂਦਾ ਅਤੇ ਜੋ ਪੈਸਟੀਸਾਈਡ ਆ ਉਹ ਫੋਰਨ ਤੋਂ ਇੰਪੋਰਟ ਕਰਵਾਉਂਦਾ ਅਤੇ ਇੱਥੇ ਹੀ ਇਹ ਸਬਜ਼ੀ ਪ੍ਰੋਸੈਸ ਹੁੰਦੀ ਆ ਅਤੇ ਪੂਰਾ ਜਿਹੜਾ ਸਾਰਾ ਪ੍ਰੋਸੈਸ ਆ ਖੇਤ ਤੱਕ ਦਾ, ਖੇਤ ਤੋਂ ਬਾਅਦ ਉਹ ਦਿੱਲੀ, ਬੰਬੇ ਵੱਡੇ ਮਹਾਨਗਰਾਂ ਦੇ ਵਿੱਚ ਸਬਜ਼ੀ ਉਸਦੀ ਐਕਸਪੋਰਟ ਹੁੰਦੀ ਆ। ਤਾਂ ਉਸ ਕਿਸਾਨ ਯਾਨੀ ਕਿ ਦਵਿੰਦਰ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਤੇ ਆਓ ਦੇਖਦੇ ਹਾਂ ਉਹਨਾਂ ਦਾ ਫਾਰਮ। ਤਾਂ ਅਸੀਂ ਉਸ ਕਿਸਾਨ ਦੇ ਕਹਿ ਸਕਦੇ ਹਾਂ ਸਲਤਨਤ ਦੇ ਵਿੱਚ ਪਹੁੰਚੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਪੋਲੀ ਹਾਊਸ ਆ, ਕਿ ਆਸੇ-ਪਾਸੇ ਜਿਹੜੇ ਸਬਜ਼ੀ ਦੇ ਬੂਟੇ ਉਹ ਨਜ਼ਰ ਆ ਰਹੇ ਆ। ਇੱਕ ਸ਼ੈੱਡ ਪਿਆ ਹੋਇਆ, ਤਾਂ तमाम ਉਹ ਚੀਜ਼ਾਂ ਜਾਣਾਂਗੇ ਆਖਿਰਕਾਰ ਪੋਲੀ ਹਾਊਸ ਹੈ ਕਿ ਸਬਜ਼ੀ ਕਿਸ ਤਰ੍ਹਾਂ ਉਗਾਈ ਜਾਂਦੀ ਆ, ਇਸ ਤੋਂ ਬਾਅਦ ਐਕਸਪੋਰਟ ਦਾ ਕੰਮ ਕਿਸ ਤਰ੍ਹਾਂ ਹੁੰਦਾ, ਉਹ तमाम ਚੀਜ਼ਾਂ ਜਾਣਾਂਗੇ। ਤਾਂ ਸਾਡੇ ਨਾਲ ਨੇ ਕਿਸਾਨ ਦਵਿੰਦਰ ਸਿੰਘ। ਦਵਿੰਦਰ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਵੰਤ ਜੀ, ਤੁਹਾਨੂੰ ਤੇ ਜਗਬਾਣੀ ਅਦਾਰੇ ਨੂੰ ਤੁਸੀਂ ਟਾਈਮ ਕੱਢ ਕੇ ਸਾਡੇ ਸੁਸਾਇਟੀ ਦੇ ਵਿੱਚ ਆਏ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਤਾਂ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਤੁਹਾਡੀ ਸਲਤਨਤ ਦੇ ਵਿੱਚ ਪਹੁੰਚੇ ਆ, ਤਾਂ ਕਿਸੇ ਸਲਤਨਤ ਤੋਂ ਘੱਟ ਨਹੀਂ ਹੈਗਾ। ਤਾਂ ਸਭ ਤੋਂ ਪਹਿਲਾਂ ਥੋੜਾ ਪੋਲੀ ਹਾਊਸ ਬਾਰੇ ਦੱਸੋ ਵੀ ਇਹ ਹੈ ਕਿ ਕੰਮ ਕਿਸ ਦੇ ਹੁੰਦਾ। ਇੱਕ ਆਮ ਖੇਤੀ ਜਦੋਂ ਸਬਜ਼ੀ ਓਪਨ ਬੀਜ ਲੈਂਦੇ ਆ। ਜਗਵੰਤ ਜੀ, ਇਹ ਕੁਦਰਤ ਦੇ ਇੱਕ ਬ੍ਰਹਿਮੰਡ ਦੇ ਵਿੱਚੋਂ ਉਹਨੇ ਇੱਕ ਖਜ਼ਾਨੇ ਬਖਸ਼ੇ ਹੋਏ ਨੇ ਮੌਸਮ ਦੇ ਅਧੀਨ ਜਿਹੜੀਆਂ ਚੀਜ਼ਾਂ ਉਹਦੇ ਪੈਰਲਰ ਹੁੰਦੀਆਂ ਨੇ ਉਹ ਉੱਦਾਂ ਦੇ ਰਿਸਪੌਂਸ ਦਿੰਦੀਆਂ ਨੇ, ਜਿਹਦੇ ਵਿੱਚ ਸਾਨੂੰ ਵੀ ਉਹ ਚੰਗੀਆਂ ਨਹੀਂ ਲੱਗਦੀਆਂ। ਉਹ ਸਾਡੀ ਬਾਡੀ ਲਈ, ਸਾਡੇ ਪਬਲਿਕ ਲਈ, ਸਾਡੇ ਖਾਣ ਲਈ ਕੁਦਰਤ ਨੇ ਇੱਕ ਸਾਰੀ ਸ੍ਰਿਸ਼ਟੀ ਨੂੰ ਸਾਜਿਆ, ਜਿਹਦਾ ਅਸੀਂ ਵੀ ਇੱਕ ਹਿੱਸਾ। ਤੁਸੀਂ ਸਾਡੀ ਨਾਨਕ ਨੇ ਡਿਊਟੀ ਲਾਈ ਹੈ ਇੱਥੇ ਵੈਜੀਟੇਬਲ ਗਰੋ ਕਰਨਾ। ਤੁਸੀਂ ਗੱਲ ਕੀਤੀ ਇਹ ਸ਼ੈੱਡ ਦੀ, ਕੁੱਲ ਮਿਲਾ ਕੇ ਓਪਨ ਫੀਲਡ ਦੇ ਵਿੱਚ ਪੈਸਟੀਸਾਈਡ ਦਾ ਇੰਨਾ ਦਬਦਬਾ ਵੱਧ ਗਿਆ ਕਿ ਜਿਹੜਾ ਅਸੀਂ ਓਪਨ ਦੇ ਵਿੱਚ ਪ੍ਰੋਡਿਊਸ ਤਿਆਰ ਕਰਦੇ ਹਾਂ ਉਹ ਕੁੱਲ ਮਿਲਾ ਕੇ ਖਾਣ ਦੇ ਲਾਇਕ ਹੀ ਨਹੀਂ ਰਹੀ। ਸਿਰਫ ਕੀ ਸਾਡੀ ਬਾਡੀ 'ਚ ਰੈਜ਼ਿਸਟੈਂਸ ਇੰਨੀ ਹੈ ਅਜੇ ਉਹ ਉਹਨੂੰ ਝੱਲੀ ਜਾ ਰਹੀ ਆ, ਜਿਹਦੇ ਨਾਲ ਸਾਡੀ ਪੈਸਟੀਸਾਈਡ ਦੇ ਨਾਲ ਪ੍ਰੋਬਲਮਸ ਆ ਰਹੀਆਂ ਨੇ। IVF ਖੁੱਲ੍ਹ ਗਏ, ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ ਅਸੀਂ ਸੈੱਲ ਘਟਣੇ ਜਾਂ ਕੋਈ ਹੋਰ ਬਹੁਤ ਕਿਸਮ ਦੀਆਂ, ਜੇ ਆਪਾਂ ਜ਼ਿਕਰ ਕਰੀਏ, ਬਹੁਤ ਝਾੜ ਵੱਧ ਗਏ ਪਰ ਸਿਹਤ ਦਾ ਝਾੜ ਕਹਿ ਸਕਦਾ ਘਟ ਗਿਆ। ਉਹਨੂੰ ਕਿਉਰ ਕਰਨ ਲਈ
ਵਰਲਡ ਨੇ ਇੱਕ ਇਹ ਵਿਧੀ ਨੂੰ ਵਰਲਡ ਲੈਵਲ ਦੇ ਉੱਤੇ ਡਿਜ਼ਾਈਨ ਕੀਤਾ ਵੀ ਅਸੀਂ ਇਹਨਾਂ ਦੇ ਪ੍ਰਭਾਵ ਤੋਂ ਬਚਣ ਲਈ ਇੱਕ ਸਟਰਕਚਰ ਆਯਾਦ ਕਰੀਏ ਜਿਹਦੇ ਵਿੱਚ ਕ੍ਰੌਪ ਡਿਵੈਲਪ ਵੀ ਹੋਵੇ ਤੇ ਉਹਦੇ ਵਿੱਚ ਕੀਟ ਪਤੰਗੇ ਨਾ ਹੋਣ, ਜਿਹਦੇ ਨਾਲ ਜਿਹੜਾ ਅੰਦਰ ਦੀ ਪ੍ਰੋਡਿਊਸ ਹੈ ਉਹ ਇੱਕ ਬੰਦੇ ਦੇ ਖਾਣ ਦੇ ਲਾਇਕ ਹੋਵੇ। ਉਹਦੇ ਲਈ ਇਹ ਪੋਲੀ ਹਾਊਸ ਦੀ ਲੋੜ ਪਈ। ਪੋਲੀ ਹਾਊਸ ਦੇ ਵਿੱਚ ਕੁੱਲ ਮਿਲਾ ਕੇ ਜਿਹੜੀਆਂ ਕ੍ਰੌਪਸ ਨੇ ਉਹਦੇ ਵਿੱਚ ਕਲਰਡ ਕੈਪਸਿਕਮ ਹੋ ਗਈ, ਸੀਡਲੈਸ ਬ੍ਰਿੰਜਲ ਹੋ ਗਿਆ, ਟਮਾਟਰ ਹੋ ਗਿਆ, ਸੀਡਲੈਸ ਖੀਰਾ ਹੋ ਗਿਆ, ਕੁਕੈਂਬਰ ਹੋ ਅਸੀਂ ਗਿਆ। ਵੇਖ ਵੀ ਸਕਦੇ ਹਾਂ ਵੀ ਕਿਹੜੇ ਥੋੜੇ ਦੱਸੋ ਵੀ ਕਿਹੜੇ ਇਹ ਜਿਵੇਂ ਇਹ ਟਮਾਟਰ ਦਾ ਪਲਾਂਟ ਹੈ ਵਿੱਚ ਇੰਟਰਕ੍ਰੌਪ 'ਚ ਲੱਗਿਆ ਹੋਇਆ, ਇਹ ਕੈਪਸਿਕਮ ਦੇ ਪਲਾਂਟ ਨੇ। ਕੈਪਸਿਕਮ ਦੇ ਵਿੱਚ ਤਾਂ ਮੰਨ ਲਓ ਹੁਣ ਇਹ ਟੈਕਨੋਲੋਜੀ ਇੱਥੇ ਤੱਕ ਪਹੁੰਚ ਗਈ ਵੀ ਤੁਸੀਂ ਜਿਹੜਾ ਰੰਗ ਬਰੀਡਰ ਨੂੰ ਕਹੋ ਵੀ ਮੈਨੂੰ ਔਰੇਂਜ ਚਾਹੀਦਾ ਤਾਂ ਉਹ ਔਰੇਂਜ ਦੇਣ ਲਈ ਰੈਡੀ। ਦਲਾਰੀ ਟਾਈਪ ਜਿਵੇਂ ਕਹਿ ਸਕਦੇ ਹਾਂ। ਹਾਂ, ਜਿਹੜੇ ਸੂਟਾਂ ਦੇ ਨਾਲ ਜਿਵੇਂ ਆਪਾਂ ਮੈਚ ਕਰਨਾ ਚਾਹੀਏ ਮਾਰਕੀਟ ਦੇ ਵਿੱਚ ਵੀ ਚੱਲੂਗਾ ਕੀ, ਵਿਕੂਗਾ ਕੀ। ਟੈਕਨੋਲੋਜੀ ਬਹੁਤ ਅੱਗੇ ਪਹੁੰਚ ਗਈ। ਬਦਕਿਸਮਤੀ ਹੈ ਵੀ ਸਾਡੀ ਕੰਟਰੀ ਦੇ ਵਿੱਚ ਜਿੰਨੇ ਵੀ ਇਹ ਸੀਡ ਨੇ ਵੀ ਇਹਦੇ ਵਿੱਚ ਸਾਡਾ ਕੰਟਰੀ ਦਾ ਕੰਟਰੀਬਿਊਸ਼ਨ ਮੇਰੇ ਹਿਸਾਬ ਨਾਲ 10-15-20% ਮੁਸ਼ਕਲ ਨਾਲ ਆ। ਸਾਰਾ ਪੈਸਾ ਸਾਡਾ ਬਾਹਰ ਜਾ ਰਿਹਾ ਹੈ। ਤਾਂ ਸੀਡ ਵਗੈਰਾ ਜਿਹੜਾ ਤੁਸੀਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇੱਥੇ ਪੌਦ ਤਿਆਰ ਕਰ ਰਹੇ ਹੋ, ਇਹ ਕਿਸ ਦੀ ਪੌਦ ਹੈਗੀ ਹੈ? ਤਾਂ ਫਿਰ ਸਾਰਾ ਸੀਡ ਇਹ ਬਾਹਰੋਂ ਹੀ ਮੰਗਵਾਇਆ ਜਾਂਦਾ? ਇਹ ਸਾਰਾ ਇਹ ਸੀਡ ਜਿੰਨੇ ਬਾਹਰ ਦੀਆਂ ਕੰਪਨੀਆਂ ਨੇ ਉਹਨਾਂ ਦਾ ਹੁਣ ਤੁਸੀਂ ਜਰਮੀਨੇਸ਼ਨ ਦੇਖੋ ਇਹਨਾਂ ਦਾ। ਜਰਮੀਨੇਸ਼ਨ ਇਹਦੇ 'ਚ ਇੱਕ ਪੌਟ ਦੇ ਵਿੱਚ 2 ਜਾਂ 3 ਮਿਸ ਹੋਣਗੇ, ਯਾਨੀ 4 ਤੋਂ 5% ਕੁੱਲ ਮਿਲਾ ਕੇ ਇਹਦੇ 'ਚ ਮਿਸਿੰਗ ਹੁੰਦੀ ਹੈ। ਜੇ ਅਸੀਂ ਕੋਈ ਆਪਣੇ ਲੋਕਲ ਸੀਡ ਕਰਦੇ ਹਾਂ ਉਹ 30-40% ਵੀ ਮਿਸ ਹੁੰਦੇ ਆ। ਸਾਨੂੰ ਉਹ ਇਹਨਾਂ ਦੇ ਰੇਟ ਵਾਈਜ਼ ਵੀ ਮਹਿੰਗੇ ਪੈ ਜਾਂਦੇ ਆ, ਲੇਕਿਨ ਇਹਨਾਂ ਦੀ ਕੁਆਲਿਟੀ, ਇਹਨਾਂ 'ਚ ਲੜਨ ਦੀ ਬਿਮਾਰੀਆਂ ਲੜਨ ਦੀ ਸਮਰੱਥਾ, ਝਾੜ, ਉਹ ਸਾਰੀਆਂ ਚੀਜ਼ਾਂ ਐਕਸਟਰਾ ਹੋਣ ਦੇ ਕਾਰਨ ਤਾਂ ਅਸੀਂ ਖਰੀਦਦੇ ਹਾਂ। ਸਾਨੂੰ ਇਹਨਾਂ ਨੂੰ ਮਹਿੰਗੇ ਪੈਸੇ ਦੇ ਕੇ ਵੀ ਸਾਨੂੰ ਇਹ ਤਾਂ ਵੀ ਅਵੇਲੇਬਲ ਹੋ ਜਾਂਦੇ ਸਸਤੇ ਪੈਂਦੇ, ਕਿਉਂਕਿ ਫਿਰ ਦਵਾਈ ਦਾ ਖਰਚ ਆਉਣਾ ਹੋ ਜਾਂਦਾ ਸਾਰਾ ਕੁਛ। ਤਾਂ ਜੇਕਰ ਪੂਰੇ ਪ੍ਰੋਜੈਕਟ ਦੀ ਗੱਲ ਕਰਾਂ, ਥੋੜਾ ਇਹ ਪ੍ਰੋਜੈਕਟ ਬਾਰੇ ਵੀ ਦੱਸ ਦਿਓ। ਕਦੋਂ ਤੁਸੀਂ ਸ਼ੁਰੂ ਕੀਤਾ ਸੀ, ਕਿੰਨੇ ਕਿੱਲਿਆਂ 'ਚ ਇਹਨੂੰ ਸ਼ੁਰੂ ਕੀਤਾ ਸੀਗਾ? ਜਗਵੰਤ ਜੀ, ਸਾਡੇ ਕੋਲ ਜੁਆਇੰਟ ਫੈਮਿਲੀ ਆ। ਜੁਆਇੰਟ ਫੈਮਿਲੀ 'ਚ ਸਾਡੇ ਕੋਲ 11 ਏਕੜ ਲੈਂਡ ਆ। ਅਸੀਂ ਇਹਨੂੰ ਤਕਰੀਬਨ ਵੈਜੀਟੇਬਲ ਮੈਂ 92 ਦੇ ਵਿੱਚ ਸ਼ੁਰੂ ਕੀਤੀ। 92 ਤੋਂ ਬਾਅਦ ਮੈਂ ਇਹਨੂੰ 2008 ਦੇ ਵਿੱਚ ਮੈਂ ਤੇ ਮੇਰਾ ਫਰੈਂਡ ਮਿਹਰਬਾਨ ਅਸੀਂ ਦੋਨੇ ਇਟਲੀ, ਸਪੇਨ ਇਸ ਕੰਮ ਨੂੰ ਦੇਖਣ ਲਈ ਗਏ। ਉੱਥੇ ਜਾ ਕੇ ਜਦ ਦੁਨੀਆਦਾਰੀ ਵੇਖੀ ਤਾਂ ਇਹਦੇ ਬਾਰੇ ਜਾਣਿਆ ਵੀ ਇਹ ਕਿਉਂ ਜ਼ਰੂਰੀ ਹੈ, ਜੇ ਲਾਉਣਾ ਤਾਂ ਕਿੱਦਾਂ ਲਾਉਣਾ ਹੈ, ਇਹਦੇ 'ਚ ਕੀ ਅੰਦਰ ਔਰ ਬਾਹਰ ਦੀ ਖੇਤੀ 'ਚ ਫਰਕ ਕੀ ਹੈ। 92 ਜਾਣ ਕਿ ਮੈਨੂੰ ਲੱਗਦਾ, ਜੇਕਰ ਮੈਂ ਆਪਦੇ ਜਨਮ ਦੀ ਗੱਲ ਕਰਾਂ, 95 ਮੇਰਾ ਡੇਟ ਆਫ ਬਰਥ ਆ, ਤਾਂ ਤਕਰੀਬਨ 27 ਤੋਂ 28 ਸਾਲ ਹੋ ਗਏ ਤੁਹਾਨੂੰ ਇਹ ਬਿਲਕੁਲ ਕੰਮ ਕੀਤੇ ਨੂੰ। ਉਹਦੇ 'ਚ ਬਸ ਉੱਥੇ ਆਉਣ ਦੀ ਸਾਰ ਅਸੀਂ ਪਹਿਲ ਮੰਨ ਲਓ ਇਹ ਪਾਲਿਸੀਆਂ ਵੀ ਐਡੀਆਂ ਨਹੀਂ ਸੀਗੀਆਂ ਤੇ ਪਰਿਵਾਰ ਵੀ ਇੰਨਾ ਅਵੇਅਰ ਨਹੀਂ ਸੀ। ਅਸੀਂ ਪਹਿਲ ਇੱਕ ਲੱਕੜ ਦਾ ਪੋਲੀ ਹਾਊਸ ਬਣਾਇਆ, ਉਹਦੇ ਅੰਦਰ ਉੱਥੋਂ ਲਿਆਂਦੇ ਸੀਡ ਲਾਏ। ਜਦੋਂ ਕਲਾਈਮੇਟ ਦੇ ਵਿੱਚ ਉਹਦਾ ਇਫੈਕਟ ਦੇਖਿਆ ਵੀ ਸਾਡਾ ਫਰਕ ਕਿੰਨਾ, ਤਾਂ ਬਹੁਤ ਬਾਕਮਾਲ ਰਿਜ਼ਲਟ ਸੀ। ਉਹ ਤੋਂ ਬਾਅਦ ਅਸੀਂ ਹੌਲੀ ਹੌਲੀ ਇਹਨੂੰ ਸਟੇਜ ਸਟਰਕਚਰ ਤੇ ਆ ਗਏ, ਨੇਚਰਲੀ ਵੈਂਟੀਲੇਟਰ ਪੋਲੀ ਹਾਊਸ ਲਾਇਆ, ਫਿਰ ਇਹਨੂੰ ਹੋਰ ਐਕਸਪੈਂਡ ਕਰਦੇ ਜਾਈਏ। ਇਹ ਸਾਰਾ ਕੁਝ ਐਕਸਪੋਜ਼ਰ ਵਿਜਟ ਦੀ ਦੇਣਾ। ਜੇ ਮੈਂ ਵੀ ਇੱਥੇ ਹੀ ਹੁੰਦਾ, ਨਾ ਬਾਹਰ ਜਾਂਦਾ, ਤਾਂ ਮੈਂ ਇਹ ਚੀਜ਼ਾਂ ਨਾ ਵੇਖਦਾ, ਮੇਰੇ ਅੰਦਰ ਵੀ ਹੌਸਲਾ ਨਹੀਂ ਸੀ ਉਪਜਣਾ। ਤਾਂ ਫਿਰ ਜਦੋਂ ਤੁਸੀਂ ਬਾਹਰ ਗਏ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਪੇਨ ਦੀ ਧਰਤੀ ਤੇ ਵੀ ਗਏ, ਲੋਕ ਤਾਂ ਉੱਥੇ ਜਾ ਕੇ ਵਸ ਜਾਂਦੇ, ਫਿਰ ਤੁਹਾਡਾ ਦਿਲ ਨਹੀਂ ਕੀਤਾ ਵੀ ਵਸ ਜੀਗੇ ਇੱਥੇ, ਤਾਂ ਫਿਰ ਪੰਜਾਬ ਆ ਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ। ਕੋਈ ਸਬਸਿਡੀ ਵਗੈਰਾ ਵੀ ਮਿਲੀ ਇਸ ਤੇ? ਇਹਦੇ ਤੇ 50% ਸਬਸਿਡੀ ਆ। ਜਦੋਂ ਅਸੀਂ ਇਹਦੇ ਤੇ ਸ਼ੁਰੂ ਕੀਤਾ ਉਸ ਟਾਈਮ ਜਿਹੜਾ ਹਾਰਟੀਕਲਚਰ ਦਾ ਨੁਮਾਇੰਦੇ ਸੀ ਉਹ ਬਾਕਮਾਲ ਇੱਕ ਬਹੁਤ ਬੁੱਧੀਜੀਵੀ ਬੰਦੇ ਸੀਗੇ, ਜਿਨ੍ਹਾਂ ਨੇ ਸਾਨੂੰ ਆ ਕੇ ਉਤਸ਼ਾਹਿਤ ਕੀਤਾ ਵੀ ਤੁਸੀਂ ਕੰਮ ਕਰੋ, ਅਸੀਂ ਤੁਹਾਨੂੰ ਨਾਲ ਦੀ ਨਾਲ ਵਿੱਤੀ ਸਹਾਇਤਾ ਦੇਵਾਂਗੇ। ਮੈਂ ਤੁਹਾਨੂੰ ਯਕੀਨ ਦਿਵਾਉਣਾ, ਜਦੋਂ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਪਹਿਲਾ ਪੋਲੀ ਹਾਊਸ ਲਾਇਆ, ਆਪਣੇ ਬਜ਼ੁਰਗ ਨਾਲ ਫਿਰ ਬਾਪੂ ਜੀ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਸਰਕਾਰਾਂ ਕਹਿੰਦੀਆਂ ਹੁੰਦੀਆਂ ਨੇ, ਦੰਦੀਆਂ ਨਹੀਂ ਹੁੰਦੀਆਂ। ਡਾਕਟਰ ਭਜਨੀਕ ਸਿੰਘ ਜਿਹੜੇ ਸਾਡੇ ਡਿਪਟੀ ਡਾਇਰੈਕਟਰ ਸੀ, ਹਾਰਟੀਕਲਚਰ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਸੀਗੇ। ਅਜੇ ਸਾਡਾ ਪੋਲੀ ਹਾਊਸ ਕੰਪਲੀਟ ਹੁੰਦਾ ਸੀ, ਡਾਕਟਰ ਭਜਨੀਕ ਸਿੰਘ ਇੰਸਪੈਕਸ਼ਨ ਕਰਕੇ ਸਾਨੂੰ 18,40,000 ਦਾ ਚੈੱਕ ਦੇ ਕੇ ਗਏ। ਮੈਂ ਜਦ ਡੈਡੀ ਨੂੰ ਫੜਾਇਆ, ਕਹਿੰਦਾ ਇਹ ਅਸਲੀ ਵੀ ਆ। ਜਿਹੜੀ ਲੋਕਾਂ ਦਾ ਵਿਸ਼ਵਾਸ ਇੰਨਾ ਟੁੱਟ ਚੁੱਕਿਆ ਸੀ। ਮੈਂ ਹਾਰਟੀਕਲਚਰ ਡਿਪਾਰਟਮੈਂਟ ਦਾ, ਐਗਰੀਕਲਚਰ ਯੂਨੀਵਰਸਿਟੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ। ਅਸੀਂ ਅੱਜ ਵੀ ਤੁਰ ਹੀ ਰਹੇ ਹਾਂ, ਕੋਈ ਇਹ ਮੰਜ਼ਿਲ ਨਹੀਂ ਹੈਗੀ, ਅਸੀਂ ਸਿੱਖ ਰਹੇ ਹਾਂ ਡੇਲੀ ਵੀ। ਪਰ ਇੰਨਾ ਜ਼ਰੂਰ ਹੈ ਵੀ ਜਿਹੜੀਆਂ ਉਸ ਟਾਈਮ ਦਾ ਸਟਾਫ ਸੀਗਾ ਉਹ ਨੇ ਬਹੁਤ ਕਿਸਾਨੀ ਲਈ ਕੰਮ ਕੀਤਾ। ਬਾਅਦ ਦੇ ਵਿੱਚ ਇਹੋ ਜਿਹੇ ਬੰਦੇ ਵੀ ਆਏ ਜਿਨ੍ਹਾਂ ਨੇ ਇਹ ਕੰਮ ਨੂੰ ਇਕੱਠਾ ਕਰ ਲਿਆ। ਜਿਹੜੇ ਬੰਦਿਆਂ ਨੇ ਇਹੋ ਜਿਹੀਆਂ ਪਾਲਿਸੀਆਂ, ਸਰਕਾਰੀ ਪਾਲਿਸੀਆਂ ਵਿੱਚ ਇਹੋ ਜਿਹੀਆਂ ਪਾਲਿਸੀਆਂ ਬਾੜਤੀਆਂ ਵੀ ਮੰਨ ਲਓ ਇੱਕ ਸਾਨੂੰ ਸੀਡ ਤੇ ਸਬਸਿਡੀ ਮਿਲਣੀ ਆ, ਫਾਰਮਰ ਚੀਟ ਕਰਦਾ। ਮੰਨ ਲਓ ਵੀ ਇੱਕ ਬੰਦਾ ਤੁਹਾਨੂੰ ਫੁੱਲਾਂ ਦੇ ਉੱਤੇ, ਮੈਂ ਗੱਲ ਕਰਦਾ ਫਲੋਰੀਕਲਚਰ, 2 ਕਿਸਮ ਦੇ ਜਰਬਰਾ ਤੇ ਰੋਜ਼ ਵੀ ਹੁੰਦਾ, ਵੈਜੀਟੇਬਲ ਹੁੰਦੀਆਂ ਨੇ। ਇੱਕ ਫਾਰਮਰ ਉਹਨੂੰ 12,40,000 ਰੁਪਏ ਸਬਸਿਡੀ ਆ, 24,80,000 ਤੇ।
ਉਹਦੀਆਂ 3 ਕਿਸ਼ਤਾਂ ਬਣਾਤੀਆਂ ਵੀ ਪਹਿਲੇ ਸਾਲ ਤੁਹਾਨੂੰ ਆਹ ਦੇਵਾਂਗੇ, ਦੂਏ ਸਾਲ। ਹਾਲਾਂਕਿ ਫਾਰਮਰ ਨੇ ਇਨਵੈਸਟਮੈਂਟ ਪਹਿਲੇ ਸਾਲ ਕਰਨੀ ਹੈ। ਜਿਹੜਾ ਬੰਦਾ ਗਲਤ ਕਰਦਾ, ਮੰਨ ਲਓ ਕੋਈ ਬੰਦਾ ਗਲਤ, ਉਹਦੇ ਲਈ ਤੁਸੀਂ ਪ੍ਰੋਟੋਕੋਲ ਬਣਾਓ, ਨਾ ਕਿ ਉਹਨੂੰ ਡਿਵਾਈਡ ਕਰੋ। ਬਿਲਕੁਲ। ਉਹ ਆਪਣੇ ਕੰਮ ਨੂੰ ਸੌਖਾ ਕਰਨ ਲਈ ਫਾਰਮਰ ਨੂੰ ਹੀ ਦਬਾਇਆ ਗਿਆ। ਉਹਦੇ ਲਈ ਜਦੋਂ ਐਡਾ ਬੜਾ ਲਾਸ ਹੋਇਆ, ਫਿਰ ਇਹ ਇੱਕਦਮ ਡਰਾਇਬੈਕ ਹੁੰਦਾ ਇਹ 1200 ਏਕੜ 'ਚ ਲੱਗਿਆ ਹੋਇਆ, ਅੱਜ 2-250 ਏਕੜ 'ਚ। ਬਿਲਕੁਲ, ਸ਼ਾਇਦ ਤਾਂ ਉਹ ਕਿਹਾ ਜਾਂਦਾ ਕਿ ਪੋਲੀ ਹਾਊਸ ਪੰਜਾਬ 'ਚ ਕਾਮਯਾਬ ਨਹੀਂ ਹੈਗੇ, ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹਾ ਜ਼ਰੂਰ ਬੈਠਾ ਹੋਇਆ। ਹੁਣ ਜੇ ਮੈਂ ਅੱਜ ਦੀ ਗੱਲ ਕਰਾਂ, ਅੱਜ ਦੇ ਹਾਰਟੀਕਲਚਰ ਡਾਇਰੈਕਟਰ ਮੈਡਮ ਸ਼ੈਲੇਂਦਰ ਜੀ, ਮੈਂ ਉਹਨਾਂ ਨੂੰ ਇੱਕ ਵਾਰ ਮਿਲਿਆ, ਉਹਨਾਂ ਨੂੰ ਜਦੋਂ ਸਾਰਾ ਕੁਝ ਦੱਸਿਆ, ਉਹਨਾਂ ਨੇ ਸਾਨੂੰ ਇੱਥੋਂ ਤੱਕ ਕਿਹਾ ਵੀ ਤੁਸੀਂ ਸਾਨੂੰ ਲਿਖ ਕੇ ਦਿਓ ਵੀ ਤੁਹਾਨੂੰ ਚਾਹੀਦਾ ਕੀ ਹੈ। ਉਹਨਾਂ ਨੇ ਉਹ ਸੇਮ ਪ੍ਰੋਜੈਕਟ ਬਣਾ ਕੇ ਸੈਂਟਰ ਨੂੰ ਦਿੱਤਾ ਵੀ ਤੁਹਾਡੇ ਨਾਲ ਤੁਸੀਂ ਕੰਮ ਕਰੋ। ਕੰਟਰੀ ਨੂੰ ਡਿਵੈਲਪ ਕਰਨ ਦੇ ਵਿੱਚ ਕੰਟਰੀ ਸਰਕਾਰਾਂ ਦਾ ਯੋਗਦਾਨ ਨਹੀਂ ਹੁੰਦਾ, ਉੱਥੋਂ ਦੇ ਸਟਾਫ ਦਾ ਤੇ ਉੱਥੋਂ ਦੇ ਲੋਕਾਂ ਦਾ ਸਹਿਯੋਗ ਹੁੰਦਾ, ਜਿਹੜੇ ਕਿ ਮਿਹਨਤ ਨਾਲ ਕੰਮ ਕਰਕੇ ਕੰਟਰੀ ਨੂੰ ਉੱਪਰ ਲੈ ਕੇ ਆਉਣ। ਮੈਨੂੰ ਲੱਗਦਾ ਸ਼ਾਇਦ ਤਾਂਗੋ ਜੇਕਰ ਇਹ ਪੂਰਾ ਪ੍ਰੋਜੈਕਟ ਸਰਕਾਰਾਂ ਵੀ ਧਿਆਨ ਦੇਣ, ਖਾਸ ਕਰ ਸੀਐਮ ਚੰਨੀ ਜਿਹੜੇ ਅਕਸਰ ਲੋਕਾਂ ਨੂੰ ਵੀ ਮਿਲਦੇ ਆ, ਆਮ ਲੋਕਾਂ ਨੂੰ, ਇਹੋ ਜਿਹੇ ਪ੍ਰੋਜੈਕਟ ਪੰਜਾਬ 'ਚ ਲਾਗੂ ਕਰ ਦਿੱਤੇ ਜਾਣ, ਕਿਸਾਨਾਂ ਨੂੰ ਸਮਝਾਇਆ ਜਾਵੇ, ਕਿਉਂਕਿ ਵੱਖੋ-ਵੱਖ ਤਰ੍ਹਾਂ ਦੀ ਧਰਤੀ ਹੈਗੀ ਪੰਜਾਬ 'ਚ, ਕਿਤੇ ਗੰਨਾ ਹੁੰਦਾ, ਕਿਤੇ ਨਰਮਾ ਹੁੰਦਾ, ਪ੍ਰੋਡਕਸ਼ਨ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਰਜ਼ਾ ਤਾਂ ਮਾਮੂਲੀ ਚੀਜ਼ ਹੈ ਪੰਜਾਬ ਲਈ। ਜਗਵੰਤ ਜੀ, ਜਿਹੜੀ ਤੁਸੀਂ ਅੱਜ ਗੱਲ ਕਰੀ ਹੈ, ਮੈਂ ਵੀ ਚੰਨੀ ਜੀ ਸਾਤੋਂ 20 ਕਿਲੋਮੀਟਰ ਚਮਕੌਰ ਸਾਹਿਬ ਦੇ ਵਾਸੀ ਨੇ, 20 ਕੁ ਮਿੰਟ ਦਾ ਰਸਤਾ ਹੈ। ਅਸੀਂ ਜੋ ਕੁਝ ਕਰੀ ਬੈਠੇ ਹਾਂ, ਅਸੀਂ ਛੋਟੇ ਫਾਰਮਰ ਲਈ ਇੱਕ ਇਨਫਰਾਸਟ੍ਰਕਚਰ ਬਣਾ ਕੇ ਉਹਦੀ ਡਿਵੈਲਪਮੈਂਟ ਲਈ ਅਸੀਂ ਕਰੀ ਬੈਠੇ ਹਾਂ। ਬੇਸ਼ੱਕ ਉਹ ਇੱਕ ਸਾਡੇ ਲੈਵਲ ਤੱਕ ਸੀਮਤ ਆ। ਬਿਲਕੁਲ। ਅਸੀਂ ਤੁਹਾਡੇ ਮਾਧਿਅਮ ਰਾਹੀਂ ਚੰਨੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ, ਸੀਐਮ ਸਾਹਿਬ ਨੂੰ, ਵੀ ਤੁਸੀਂ ਇੱਕ ਦਿਨ 10 ਮਿੰਟ ਸਾਨੂੰ ਟਾਈਮ ਦਿਓ, ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਪ੍ਰੈਕਟੀਕਲੀ ਦਿਖਾ ਸਕਦੇ ਹਾਂ ਵੀ ਅਸੀਂ ਇਸ ਕੰਮ ਲਈ ਇੱਥੇ ਜੇ ਸਕਸੈਸ ਹੋਇਆ, ਇਹਦੇ ਉੱਤੇ ਇੱਕ ਕਿਉਂਕਿ ਤੁਹਾਡਾ ਇੱਕ ਕਹਿ ਸਕਦੇ 25-27 ਸਾਲਾਂ ਦਾ ਤਜਰਬਾ ਵੀ ਹੈਗਾ, ਘਾਟੇ ਵੱਧ ਵੀ ਤੁਸੀਂ ਵੇਖਿਆ, ਵੀ ਕਹਿ ਸਕਦੇ ਕਿ ਹੁਣ ਨਵਾਂ ਕਿਸਾਨ ਜੇਕਰ ਸ਼ੁਰੂ ਕਰੂਗਾ, ਜਿੱਥੇ ਤੁਸੀਂ ਮੈਨੂੰ ਲੱਗਦਾ 80% ਘਾਟਾ ਇੱਕ ਟਾਈਮ ਚੱਲਿਆ ਹੋਊਗਾ, ਉਹਦਾ 20% ਰਹਿ ਜਾਊਗਾ। ਬਿਲਕੁਲ ਬਿਲਕੁਲ, ਜਿਹੜੀ ਤੁਸੀਂ ਗੱਲ ਕਹੀ ਹੈ, ਜਦੋਂ ਸਿਸਟਮ ਦੀ ਗੱਲ ਆ ਜਾਂਦੀ ਹੈ ਨਾ, ਜਦੋਂ ਸਿਸਟਮ ਦੇ ਰਾਹੀਂ ਕੋਈ ਬੰਦਾ ਜੁੜਦਾ ਹੈ, ਉਹਦੇ ਤਕਰੀਬਨ 70% ਜਿਹੜੇ ਤੇ ਡਰਾਬੈਕ ਨੇ ਉਹ ਕੱਟੇ ਜਾਂਦੇ ਨੇ। ਉਹਨੂੰ ਕੁਆਲਿਟੀ ਸੀਡ ਮਿਲ ਜਾਂਦਾ ਹੈ, ਕੁਆਲਿਟੀ ਇਨਪੁਟਸ ਮਿਲ ਜਾਂਦੇ ਨੇ, ਐਕਸਪੋਰਟ ਇੰਪੋਰਟ ਦਾ ਸਾਰਾ ਉਹਨੂੰ ਮਾਰਕੀਟਿੰਗ 'ਚ ਮਿਲ ਜਾਂਦੀ ਹੈ। ਬਾਅਦ 'ਚ ਮੁੰਡੇ ਪੜ੍ਹੇ ਲਿਖੇ ਨੇ, ਉਹ ਆਟੋਮੈਟਿਕਲੀ ਆਪਣੇ ਆਪ ਡਿਵੈਲਪ ਹੋਏ। ਰੌਲਾ ਤਾਂ ਬੰਦੇ ਨੂੰ ਤੋਰਨ ਦਾ। ਬਿਲਕੁਲ। ਤੇ ਅਸੀਂ ਦੇਖਦੇ ਹਾਂ ਕਿ ਪਾਣੀ ਜਿਹੜਾ ਡ੍ਰਿਪ ਸਿਸਟਮ ਆ, ਤੁਪਕਾ ਜਿਹੜਾ ਪਾਣੀ ਆ ਉਸ ਦਾ ਇਸਤੇਮਾਲ ਕੀਤਾ ਜਾਂਦਾ। ਆਮ ਜਦੋਂ ਹੁਣ ਝੋਨੇ ਦੇ ਕਟਾਈ ਹੋ ਰਹੀ ਆ ਤਾਂ ਝੋਨਾ ਮੈਨੂੰ ਲੱਗਦਾ 1 ਕਿਲੋ ਜੇਕਰ ਚੌਲ ਪੈਦਾ ਕਰਨੇ 5000 ਲੀਟਰ ਪਾਣੀ ਲੱਗਦਾ, ਪਰ ਇੱਥੇ ਅਸੀਂ ਕਹਿੰਦੇ ਆ ਵੀ ਬੂੰਦ ਨਾਲ ਹੀ ਸਰੀ ਜਾਂਦਾ। ਪਾਣੀ ਦੀ ਵੀ ਬੱਚਤ ਆ ਵੱਡੀ। ਜਗਵੰਤ ਜੀ, ਜਿਹੜੀ ਤੁਸੀਂ ਇੱਥੇ ਗੱਲ ਕਰਦੇ ਹੋ, ਇਹ 5.5 ਏਕੜ 'ਚ ਸਟਰਕਚਰ ਆ। ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਦਾ ਵੀ ਜੇਕਰ ਮੈਨੂੰ ਇੱਕ ਪੰਜਾਬ ਸਰਕਾਰ ਇੱਕ ਟੈਂਕੀ ਡਿਜ਼ਾਈਨ ਮੇਰੇ ਮੁਤਾਬਕ ਕਰ ਦੇਵੇ, ਇੱਕ ਮੈਨੂੰ ਵੱਡਾ ਸੋਲਰ ਲੈ ਦੇਵੇ, ਦੋ ਚੀਜ਼ਾਂ। ਹਾਲਾਂਕਿ ਸਾਡਾ ਪਾਣੀ ਦਾ ਲੈਵਲ ਉਰੇ ਬਹੁਤ ਨਹਿਰ ਕਰਕੇ ਉੱਪਰ ਆ, 20-25 ਫੁੱਟ ਤੇ ਆ, ਤੇ ਪਾਣੀ ਅਸੀਂ ਸਟੋਰ ਕਰਕੇ ਮੈਂ ਥੱਲੇ ਨਾ ਤਾਂ 1 ਲੀਟਰ ਪਾਣੀ ਲਵਾਂਗਾ ਤੇ ਨਾ ਮੈਂ ਬਿਜਲੀ ਦੀ ਇੱਕ ਯੂਨਿਟ ਲਵਾਂਗਾ। ਅਸੀਂ ਇੰਨੇ ਸੇਫ ਜਗ੍ਹਾ ਵਰਲਡ ਦੀ ਧਰਤੀ ਤੇ ਬੈਠੇ ਆ। ਇਹਦੇ ਲਈ ਲੋੜ ਹੈ ਸਾਨੂੰ ਇੱਕ ਸੈਂਪਲ ਕਰਨ ਦੀ ਸਿਸਟਮ। ਜਿੱਦਣ ਅਸੀਂ ਇਹ ਸਿਸਟਮ ਸੈਂਪਲ ਕਰ ਗਏ, ਹੁਣ ਮੰਨ ਲਓ ਤੁਸੀਂ ਪਾਣੀ ਦੀ ਗੱਲ ਕਰੀ, ਜੇ ਹੁਣ 200 ਫੁੱਟ ਤੋਂ ਪਾਣੀ ਕੱਢਣਾ, 25-30 ਹਾਰਸ ਪਾਵਰ ਦੀ ਮੋਟਰ ਆ, ਜੇ ਮੈਂ ਇੱਥੇ ਇੱਕ ਟੈਂਕ ਬਣਾ ਲੈਣਾ 2 ਕਨਾਲਾਂ ਦੇ ਵਿੱਚ, ਉਹ ਤੇ 5 HP ਦਾ ਮੈਂ ਸੋਲਰ ਲਾ ਲੈਣਾ, ਮੇਰਾ 5 HP ਦੇ ਨਾਲ ਹੀ ਨਾਲੇ ਤਾਂ ਉਧਰੋਂ ਪਾਣੀ ਸੇਵ ਹੋ ਗਿਆ। ਬਿਲਕੁਲ, ਪਾਣੀ ਸੇਵ ਹੋ ਗਿਆ, ਬਿਜਲੀ ਸੇਵ ਹੋ ਗਈ। ਤੇ ਨੰਬਰ 2, ਮੈਨੂੰ ਉਹ ਜਦੋਂ ਪਾਣੀ ਦੀ ਰਿਕੁਆਇਰਮੈਂਟ ਚਾਹੀਦੀ ਹੈ, ਗਰਮੀ 'ਚ ਚਾਹੀਦੀ ਹੈ, ਗਰਮੀ 'ਚ ਸੂਰਜ ਜ਼ਿਆਦਾ ਆਉਂਦਾ। ਬਿਲਕੁਲ। ਸਰਦੀ 'ਚ ਮੈਨੂੰ ਚਾਹੀਦਾ ਹੀ ਪਾਣੀ ਬਹੁਤ ਘੱਟ ਆ, ਉਸ ਟਾਈਮ ਉਹਨਾਂ ਲਾਈਟ ਆਉਂਦੀ ਆ। ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਲੇਕਿਨ ਲੋੜ ਹੈ ਇੱਕ ਸਿਸਟਮ ਨੂੰ ਡਿਜ਼ਾਈਨ ਕਰਨ ਦੀ। ਵਿਜ਼ਨ ਦੀ ਹੈਗੀ ਹੈ ਤੇ ਬਾਕੀ ਨੀਅਤ ਮੈਨੂੰ ਲੱਗਦਾ ਵੱਡੀ। ਇੱਥੇ ਮੈਨੂੰ ਲੱਗਦਾ ਇਕੱਲੇ ਸਰਕਾਰਾਂ ਦੇ ਨਹੀਂ, ਕਿਸਾਨਾਂ ਦੀ ਨੀਅਤ ਦੀ ਵੀ ਹੈਗੀ ਆ, ਕਿਸਾਨ ਜਥੇਬੰਦੀਆਂ। ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਇਹ ਹੋ ਗਿਆ, ਕੋਈ ਪ੍ਰਾਜ ਅੱਡੋ ਅੱਡ ਹੁੰਦਾ ਮੰਗਿਆ, ਕੋਈ ਸੁਭਾਗਾ ਵੀ ਨਹੀਂ ਦਿੰਦਾ, ਇਸ ਤਰ੍ਹਾਂ ਦੇ ਹਾਲਾਤ ਹੋ ਗਏ। ਪਰ ਮੈਨੂੰ ਲੱਗਦਾ ਜਿਵੇਂ ਤੁਸੀਂ ਦੱਸਿਆ ਕਿ 11 ਕਿੱਲੇ ਤੁਹਾਡੇ ਕੋਲ ਸਾਂਝੀ ਜਿਹੜੀ ਆ ਜ਼ਮੀਨ ਹੈਗੀ ਸਾਂਝੇ ਘਰ ਦੀ, ਤਾਂ 5.5 ਏਕੜ 'ਚ ਤੁਸੀਂ ਸ਼ੁਰੂ ਕੀਤਾ, ਤਾਂ ਰਿਸਕ ਬਹੁਤ ਵੱਡਾ ਸੀ ਇਹ ਤਾਂ। ਫਿਰ ਕੁਝ ਪਾਉਣ ਲਈ ਕੁਝ ਖੋਣਾ ਪੈਂਦਾ ਜਗਵੰਤ। ਮੈਂ ਆਪਣੀ ਲਾਈਫ ਦਾ ਰਿਸਕ, ਸਾਡੀ ਜੁਆਇੰਟ ਫੈਮਿਲੀ ਹੈ, ਮੇਰੇ ਚਾਚਾ ਜੀ ਦੀ ਡੈਥ ਹੋ ਗਈ, ਉਹਨਾਂ ਦਾ ਬੇਟਾ ਜਗਤਾਰ, ਉਹ ਸ਼ੁਰੂ ਤੋਂ ਮਤਲਬ ਉਸ ਟਾਈਮ ਉਹ 5-7 ਸਾਲ ਦਾ ਸੀ ਜਦੋਂ, ਤੇ ਚਾਚਾ ਜੀ ਦੀ ਡੈਥ ਹੋ ਗਈ ਸੀ। ਉਹ ਇਨਸਾਨ ਨੇ ਖੇਤ ਨੂੰ ਸਾਂਭਣ 'ਚ ਉਹਨੇ ਵੀ ਮੇਰੇ ਬਰਾਬਰ ਸੰਘਰਸ਼ ਕੀਤਾ। ਉਹਨੇ ਵੀ ਆਪਣੀ ਜ਼ਿੰਦਗੀ UK ਨਹੀਂ ਦੇਖੀ, ਇੱਥੇ ਕੱਲਾ ਮਿੰਟ ਇੱਥੇ ਦਿੱਤਾ। ਮੈਂ ਵੀ ਉਹਦੇ ਨਾਲ ਸੀਗਾ, ਮੈਂ ਆਲ ਓਵਰ ਬਾਹਰ ਅੰਦਰ ਸਾਰੇ ਕਦੇ ਉਹ, ਲੇਕਿਨ ਉਹਦੇ ਸਾਰਾ ਜਿਹੜਾ ਕੰਮ ਨੂੰ ਸਾਂਭਣਾ ਜਾਂ ਦੇਖਣਾ, ਉਹਨੇ ਬਹੁਤ ਵੱਡਾ ਸਹਿਯੋਗ ਸੀਗਾ। ਇਹ ਜਿਹੜਾ ਸਾਰਾ ਕੁਝ ਹੈ ਬਾਬੇ ਨਾਨਕ ਨੇ ਜਿਹੜਾ ਕਿਹਾ ਨਾ, ਕੋਆਪਰੇਟਿਵ ਰਲ ਕੇ ਅਰਦਾਸ ਕਰਨ ਲਈ,
ਕੋਈ ਵੀ ਕੰਮ ਹੈ ਜਿੱਥੇ ਸਹੀ ਨੀਤ ਨਾਲ ਲੋਕ ਇਕੱਠੇ ਹੋ ਕੇ ਕਰਨਗੇ ਉਹਨੇ ਕਾਮਯਾਬ ਹੋਣਾ ਹੀ ਹੋਣਾ, ਚਾਹੇ ਕੋਈ ਸੰਸਥਾ, ਚਾਹੇ ਕੋਈ ਪਾਰਟੀ ਹੈ, ਚਾਹੇ ਕੋਈ ਘਰ ਹੈ, ਚਾਹੇ ਕੋਈ ਕੰਟਰੀ ਹੈ। ਵੀ ਇਹਦੇ ਲਈ ਸਾਡਾ ਇੱਕ ਕੋਆਪਰੇਟਿਵ ਹੋਣਾ ਬਹੁਤ ਜ਼ਰੂਰੀ ਹੈ ਜੀ। ਤਾਂ ਦੂਜੇ ਪਾਸੇ ਕਮਾਈ ਦੀ ਗੱਲ ਹੁੰਦੀ ਆ, ਕਿਉਂਕਿ ਅਖੀਰ ਤੇ ਖਾਸ ਕਰ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ, ਇੱਕ ਮਾਈਂਡ ਸੈਟ ਕਮਾਈ ਤੇ ਆ ਕੇ ਖੜ ਜਾਂਦਾ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਸਾਡੀ ਸਿਹਤ ਨੂੰ ਕੀ ਨੁਕਸਾਨ ਹੋ ਰਿਹਾ ਜੇਕਰ ਅਸੀਂ ਘਰ ਦੀ ਵੀ ਕੋਈ ਸਬਜ਼ੀ ਬੀਜਦੇ, ਯੂਰੀਆ ਪੈਂਦਾ, ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ, ਤਾਂ ਮੁਨਾਫਾ ਕਿੰਨਾ ਕੁ ਹੋ ਜਾਂਦਾ। ਇੱਕ ਵੱਡਾ ਪ੍ਰੋਜੈਕਟ ਹੈਗਾ, ਰਿਸਕ ਕਿੰਨਾ ਕੁ ਹੈਗਾ ਮੁਨਾਫੇ ਦੇ ਨਾਲ। ਜਗਵੰਤ, ਰਿਸਕ ਤਾਂ ਜਦ ਗੱਡੀ ਘਰੋਂ ਸੈਲਫ ਮਾਰ ਕੇ ਸੜਕ ਤੇ ਨਿਕਲ ਗਏ ਉਹ ਵੀ ਆ ਜੀ। ਜੇ ਅਸੀਂ ਰਿਸਕ ਗਿਣ ਲੱਗਦੇ ਆ ਨਾ, ਘਰ 5-7 ਬਜ਼ੁਰਗ ਬੈਠੇ ਨੇ, ਆਪਣੇ ਬੱਚੇ ਬੈਠੇ ਨੇ, ਕੋਈ ਬਿਮਾਰ ਹੋ ਜੇ, ਰਿਸਕ ਤਾਂ ਤੁਹਾਡੇ ਪਲ ਪਲ ਤੇ ਆ। ਸਿਰਫ ਤੁਸੀਂ ਕਿਹਨੂੰ ਕਾਊਂਟ ਕਰਦੇ ਹੋ ਉਹ ਤੁਹਾਡੇ ਤੇ ਡਿਪੈਂਡ ਆ। ਰਿਸਕ ਵੀ ਮੈਂ ਖੇਤੀ ਦਾ ਰਿਸਕ ਦੇਖ ਰਿਹਾ, ਲਾਈਫ ਦਾ ਦੇਖ ਰਿਹਾ, ਕੀ ਦੇਖ ਰਿਹਾ। ਬਾਕੀ ਜੇ ਤੁਸੀਂ ਇਹਦੀ ਗੱਲ ਕਰੋ, ਇਹ ਚੀਜ਼ਾਂ ਨੂੰ ਡਿਜ਼ਾਈਨ ਕਰਨ ਲਈ ਇੱਕ ਪੂਰਾ ਇਨਫਰਾਸਟ੍ਰਕਚਰ ਦੀ ਲੋੜ ਹੈ। ਜੇ ਬੰਦਾ ਕੋਈ ਇਕੱਲਾ ਕੰਮ ਕਰੂਗਾ ਉਹ ਫੇਲ ਹੋਊਗਾ, ਕਿਉਂ? ਉਹ ਪਹਿਲਾਂ ਉਹਦੇ ਬਾਰੇ ਜਾਣੂਗਾ, ਫਿਰ ਦੇਖੂਗਾ ਹੁੰਦਾ ਕੀ ਹੈ। ਪੋਲੀ ਹਾਊਸ ਦੀ ਮੈਂ ਗੱਲ ਕਰਾਂ, ਪਹਿਲਾਂ ਲੋਕਾਂ ਨੇ ਚੌ ਦੇ ਵਿੱਚ ਲਾ ਲਏ, ਲਾਉਣ ਤੋਂ ਬਾਅਦ ਚਾਹੇ ਉਹਨਾਂ ਨੂੰ ਕੁਝ ਬਚਿਆ ਨਹੀਂ, ਉਹ ਆਲੇ ਦੁਆਲੇ ਸੁਸਾਇਟੀ ਉਹਨੂੰ ਤੰਗ ਕਰਦੀ ਹੈ। ਜਦ ਤੁਸੀਂ ਕੋਈ ਡਿਫਰੈਂਟ ਕੰਮ ਕਰਦੇ ਹੋ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮਜ਼ਾਕ ਹੁੰਦਾ ਹੈ। ਮੈਨੂੰ ਪਿੰਡ 'ਚ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ ਵੀ ਇਹ ਡਾਕਟਰ ਹੈ ਜੀ, ਕਿਉਂ? ਅਸੀਂ ਯੂਨੀਵਰਸਿਟੀ ਜਾਂਦੇ ਸੀ। ਫਿਰ ਜਦੋਂ ਥੋੜ੍ਹੇ ਜਿਹਾ ਸਕਸੈਸ ਹੋਣ ਲੱਗਦਾ, ਫਿਰ ਤੁਹਾਡਾ ਵਿਰੋਧ ਹੁੰਦਾ, ਫਿਰ ਤੁਹਾਡੇ ਲੋਕਾਂ ਨਾਲ ਉਹਨਾਂ ਖਹਿਣ ਲੱਗ ਜਾਂਦੇ ਨੇ ਵੀ ਇਹ ਬੰਦੇ ਨੂੰ ਉੱਠਣ ਨਹੀਂ ਦੇਣਾ, ਇਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਇਹਨੂੰ ਬੰਦੇ ਨੂੰ ਲੇ ਡਾਊਨ ਕਰੋ। ਤੀਜੀ ਸਟੇਜ ਤੇ ਜਾ ਕੇ ਤੁਹਾਡੇ ਨਾਲ ਉਹੀ ਲੋਕ ਕਹਿੰਦੇ ਨੇ ਵੀ ਤੈਂ ਯਾਰ ਟਮਾਟਰ ਦੇਖਿਆ 30 ਫੁੱਟ ਦਾ, ਤੈਂ ਮਿਰਚ ਦਾ ਬੂਟਾ ਦੇਖਿਆ 7 ਫੁੱਟ ਦਾ, ਆਹ ਤੈਨੂੰ ਦਿਖਾ ਕੇ ਲੈ ਕੇ ਆਉਣਾ। ਵੀ ਇਹ ਇੱਕ ਸਾਡੀ ਫਿਦਰਤ ਆ, ਉੱਥੇ ਗੁੱਸੇ ਹੋਣ ਦੀ ਲੋੜ ਨਹੀਂ ਹੈ। ਇਹ ਇੱਕ ਹਰ ਬੰਦੇ ਨਾਲ ਹੋਣਾ ਜਿਹੜਾ ਸਮਾਜ ਚੋਂ ਹਟ ਕੇ ਕੋਈ ਵੀ ਕੰਮ ਕਰੂਗਾ। ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਜੇ ਅਸੀਂ ਸਾਡੇ ਕੋਲ, ਮੈਂ ਆਪਣੀ ਗੱਲ ਕਰਦਾ, ਅਸੀਂ ਦੁਨੀਆ ਦੀ ਅਮੀਰ ਧਰਤੀ ਦੇ ਵਸਿੰਦੇ ਆ। ਸਾਡੀ ਜਿਹੜੀ ਆ ਬੈਲਟ ਚੱਲ ਪੈਂਦੀ ਹੈ ਨਾ, ਚੰਡੀਗੜ੍ਹ ਰੋਪੜ ਤੋਂ ਲੈ ਕੇ ਆਹ ਇੱਧਰ ਨੂੰ ਨਾਲ ਇਹਦੇ ਨਾਲ ਦਾ ਕਿਸੇ ਕੋਲ ਨਾ ਪਾਣੀ ਹੈ ਨਾ ਵਾਤਾਵਰਨ। ਬਿਲਕੁਲ, ਮਤਲਬ ਸੂਰਜ ਦੀ ਵੀ ਡਾਇਰੈਕਸ਼ਨ ਜਿਹੜੀ ਹੈਗੀ, ਸੂਰਜ ਦੀ ਡਾਇਰੈਕਸ਼ਨ ਤੇ ਉਹ ਤੋਂ ਇਲਾਵਾ ਸਾਡੀ ਸੋਇਲ ਦੀ ਕੁਆਲਿਟੀ ਬਹੁਤ ਰਿਚ ਆ। ਲੋੜ ਹੈ ਸਾਨੂੰ ਕੁਆਲਿਟੀ ਸੀਡ ਤੇ ਇੱਕ ਪ੍ਰੈਕਟਿਸ ਦੀ। ਜਿਵੇਂ ਅਸੀਂ ਹੁਣ ਇੱਕ ਪ੍ਰਸ਼ਾਦ ਬਣਾਉਣਾ, ਉਹਦੇ ਲਈ ਸਾਨੂੰ ਕੀ 4 ਚੀਜ਼ਾਂ ਦੀ ਲੋੜ ਪੈਂਦੀ ਆ। ਜਿਵੇਂ ਚੀਨੀ ਹੈ ਤੇ ਆਟਾ ਹੈ, ਘਿਓ ਔਰ ਪਾਣੀ ਹੈ। 4 ਚੀਜ਼ਾਂ ਵਿੱਚ ਪਾ ਕੇ ਗਰਮ ਕਰ ਲਓ, ਲੇਵੀ ਬਣ ਜਾਂਦੀ ਆ। ਪਹਿਲਾਂ ਘਿਓ ਗਰਮ ਕਰ ਲਓ, ਫਿਰ ਵਿੱਚ ਆਟਾ ਭੁੰਨ ਲਓ, ਫਿਰ ਚੀਨੀ ਪਾ ਦਿਓ, ਫਿਰ ਪਾਣੀ ਪਾ ਦਿਓ, ਪ੍ਰਸ਼ਾਦ ਬਣ ਜਾਂਦਾ। ਇਹਦੇ ਸਾਡੇ ਬੂਟੇ ਦੀ ਜੜ ਦੇ ਵਿੱਚ ਅਸੀਂ ਇੱਕ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਤਿਆਰ ਕਰਨਾ। ਬਿਲਕੁਲ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਏਜ ਕੀ ਹੈ, ਇਹਨੂੰ ਹੁਣ ਕੀ ਪਾਉਣਾ। ਬਿਲਕੁਲ, ਅਸੀਂ ਜੇਕਰ ਆਪਾਂ ਇਹੀ ਵੇਖ ਲਈਏ, ਇੱਕ ਪਾਸੇ ਪੌਦ ਤਿਆਰ ਹੋ ਗਏ, ਦੂਸਰੇ ਪਾਸੇ ਇਹ ਬੂਟੇ ਆ, ਫਿਰ ਇਹਨਾਂ ਨੂੰ ਜਿਹੜਾ ਕੋਈ ਵੀ ਖੁਰਾਕ ਦਿੱਤੀ ਜਾਂਦੀ, ਸਾਰੇ ਡ੍ਰਿਪ ਸਿਸਟਮ ਰਾਹੀਂ ਦਿੱਤੀ ਜਾਂਦੀ ਹੈ। ਇਹਦੀ ਏਜ ਦੇ ਅਕੋਰਡਿੰਗ, ਜਿਵੇਂ ਆਏ ਤੁਸੀਂ ਟਰੇ ਵਾਲੇ ਬੂਟੇ ਦੇਖਦੇ ਹੋ, ਇਹਨਾਂ ਦੇ ਵਿੱਚ ਵੀ ਪਹਿਲਾਂ ਇਹਦੇ ਬੇਸਲ ਦੇ ਵਿੱਚ ਵੀ ਅਸੀਂ ਇਹਨੂੰ ਕੁਛ ਨਾ ਕੁਛ ਖਾਣ ਪੀਣ ਲਈ ਦਿੰਦੇ ਹਾਂ। ਫਿਰ ਜਦੋਂ ਇਹ ਹੁਣ 2 ਪੱਤੇ ਤੇ ਆਇਆ, ਸਾਡਾ ਜਿਹੜਾ ਜਰਮੀਨੇਸ਼ਨ ਹੈ, ਜਿੰਨੇ ਸਾਡੇ ਸੀਡ ਨੇ ਉਹ ਰਾਤ ਨੂੰ ਹੀ ਜੰਮਦੇ ਆ। ਜੇ ਅਸੀਂ ਹਿਊਮਨ ਬੀਇੰਗ ਵੀ ਦੇਖੀਏ, ਸਾਡੇ ਰਾਤ ਨੂੰ 70-80% ਜਿਹੜੇ ਸਾਡੇ ਜਨਮ ਵੀ ਨੇ ਉਹ ਰਾਤ ਨੂੰ ਹੁੰਦੇ ਨੇ। ਇੱਕ ਕੁਦਰਤ ਸੂਰਜ ਦਾ ਇੱਕ ਬਹੁਤ ਵੱਡਾ ਵੈਡ ਫੈਕਟ ਆ, ਇਹ ਜਨਮ ਵੇਲੇ ਪ੍ਰੋਬਲਮ ਕਰਦਾ, ਚਾਹੇ ਉਹ ਸੀਡ ਨੇ ਚਾਹੇ ਇਨਸਾਨ ਆ। ਇਹਦੀ ਇੱਕ ਕੁਆਲਿਟੀ ਆ ਵੀ ਇਹਦੇ ਜਿਹੜੇ ਸੀਡ ਨੇ ਸਾਡੇ, ਅਸੀਂ ਇਹ ਪਹਿਲੇ 5-7 ਦਿਨ ਇਹਨੂੰ ਸੀਡ ਨੂੰ ਲਾ ਕੇ ਬਲੈਕ ਸ਼ੀਟ ਦੇ ਵਿੱਚ ਢੱਕ ਕੇ ਰੱਖਦੇ ਹਾਂ। ਜਦੋਂ ਇਹ ਜਰਮੀਨੇਟ ਹੋ ਜਾਂਦਾ ਉਦੋਂ ਅਸੀਂ ਇਹਨੂੰ ਸ਼ਾਮ ਨੂੰ ਕੱਢ ਕੇ ਦੂਜੇ ਦਿਨ ਧੁੱਪ 'ਚ ਛੱਡਦੇ ਹਾਂ, ਭੇਜਦੇ ਹਾਂ। ਵੀ ਇਹਦੇ ਲਈ ਇਹਦੀ ਜਿਹੜੀ ਖੁਰਾਕ ਹੈ ਬੱਚੇ ਦੀ, ਇਹਦੀ ਹੋਰ ਆ, ਵੱਡੇ ਦੀ ਹੋਰ ਆ। ਫਿਰ ਜਦ ਇਹਦੇ 'ਚ ਫਰੂਟ ਲੱਗ ਗਿਆ ਫਿਰ ਇਹਦੀ ਹੋਰ ਆ। ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਇਹ ਕਿਹੜੀ ਸਟੇਜ ਦਾ ਹੈ। ਹੁਣ ਕਿਸਾਨ ਜਾਵੇ ਤਾਂ ਜਾਵੇ ਕਿੱਥੇ? ਯੂਨੀਵਰਸਿਟੀ ਦੇ ਵਿੱਚ ਇੱਕ ਛੋਟਾ ਜਿਹਾ ਵਿਭਾਗ ਹੈ, ਉਹ ਕਿੰਨੇ ਕੁ ਲੋਕਾਂ ਦੀ ਸੁਣੇ। ਅਸੀਂ ਕਿਹਦੇ ਕੋਲ ਜਾਂਦੇ ਹਾਂ? ਦੁਕਾਨਦਾਰ ਕੋਲ। ਜਿਹੜੇ ਬੰਦੇ ਨੇ ਜ਼ਿੰਦਗੀ 'ਚ ਇੱਕ ਬੂਟਾ ਸਬਜ਼ੀ ਦਾ ਨਹੀਂ ਲਾਇਆ, ਇੱਕ ਬੀਜ ਨਹੀਂ ਬੀਜ ਕੇ ਦੇਖਿਆ, ਕਦੇ ਵਿਸਵਾ ਕਣਕ ਨਹੀਂ ਬੀਜੀ, ਉਹ ਸਾਡਾ ਸਲਾਹਕਾਰ ਹੈ। ਵਿੱਚ ਬਹੁਤ ਵਧੀਆ ਬੰਦੇ ਵੀ ਨੇ ਇਸ ਲਾਈਨ ਦੇ ਵਿੱਚ, ਵੀ ਬਹੁਤ ਗੁਣੀ ਗਿਆਨੀ ਬੰਦੇ ਬੈਠੇ ਨੇ, ਪਰ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੇ ਕਦੇ ਖੇਤ 'ਚ ਨਹੀਂ ਗਏ। ਉਹ ਫਿਰ ਫਾਰਮਰ ਨੂੰ ਕਹਿੰਦੇ ਤੂੰ ਆਹ ਪਾ ਦੇ, ਤੂੰ ਆਹ ਪਾ ਦੇ, ਉਹ ਆਪਣੇ ਬਿਜ਼ਨਸ ਨੂੰ ਸੈਟਅਪ ਕਰਨ ਲਈ। ਹੁਣ ਸਾਡਾ ਇੱਥੇ ਐਗਰੀ ਮਾਰਟ ਦੇ ਵਿੱਚ ਆਲੂ ਦਾ ਕੰਮ, ਗੰਨੇ ਦਾ ਕੰਮ, ਗੰਨਾ ਜਿਹੜੇ 400 ਕੁਇੰਟਲ ਬੰਦੇ ਕਿੱਲੇ 'ਚ ਝਾੜ ਕੱਢਦੇ, 650 ਕੁਇੰਟਲ ਤੇ ਪਹੁੰਚ ਗਏ, 1.5 ਝਾੜ ਹੋ ਗਿਆ। ਮਤਲਬ ਆਲੂ ਸਮਝਣ ਦੀ ਲੋੜ ਆ ਕਿਸਾਨਾਂ ਨੂੰ ਵੀ। ਜਿੱਥੇ ਨਿਕਲਦੇ ਸੀ 250 ਥੈਲੇ, ਉੱਥੇ 350 ਥੈਲੇ ਦਾ ਝਾੜ ਆ ਗਿਆ। ਕਾਰਨ ਕੀ? ਸਾਡਾ ਜਿਹੜਾ ਮੇਰਾ 28 ਸਾਲ ਦਾ ਐਕਸਪੀਰੀਅੰਸ ਆ, ਅਸੀਂ ਬੰਦੇ ਨੂੰ ਕਹਿੰਦੇ ਵੀ ਆਓ 1 ਏਕੜ ਸਾਡੀ ਸਹਿਮਤੀ ਦੇ ਨਾਲ ਤੁਸੀਂ ਟਰਾਈ ਕਰੋ। ਤੁਸੀਂ 4000 ਰੁਪਏ ਲਾਉਨੇ ਹੋ, ਤੁਹਾਡਾ 15000 ਰੁਪਏ ਬਣਦਾ। ਜੇ ਬਣਦਾ ਇਹ 'ਚ ਸਾਰੇ 'ਚ ਅਪਲਾਈ ਕਰ ਲਓ। ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪਲਾਈ ਕਰਦੇ ਹਾਂ। ਸਮਰਾਲੇ ਕੀ, ਹੁਣ ਇੱਥੋਂ ਅੰਮ੍ਰਿਤਸਰ ਤੋਂ, ਬਠਿੰਡੇ ਤੋਂ, ਹੁਣ ਤਾਂ ਹਰਿਆਣੇ ਤੋਂ ਵੀ ਲੋਕ ਆ ਕੇ ਇੱਥੇ ਜੁੜ ਰਹੇ ਆ। ਕਾਰਨ ਕਿ ਉਹਨਾਂ ਨੂੰ ਫਾਇਦਾ ਹੋ ਰਿਹਾ। ਕਿਉਂ? ਜਿਹੜੀ ਚੀਜ਼ ਨੂੰ ਮੈਡੀਕਲ ਸਟੋਰ ਤਾਂ ਜਗ੍ਹਾ ਜਗ੍ਹਾ ਨੇ, ਜੇ ਅੰਦਰ ਕੋਈ ਕੁਆਲਿਟੀ ਵਾਲਾ ਡਾਕਟਰ ਨਹੀਂ ਬੈਠਾ,
ਮੈਡੀਕਲ ਸਟੋਰ ਕਿਵੇਂ ਚੱਲ ਜੂਗਾ ਜੇ ਕਹਿੰਦੇ ਆਰਾਮ ਆਊ ਕੋਈ ਤਾਂ ਹੀ ਤੁਹਾਡੇ ਕੋਲ ਆਊ। ਤਾਂ ਫਿਰ ਐਕਸਪੋਰਟ ਇੰਪੋਰਟ ਦਾ ਕਿਵੇਂ ਹੁੰਦਾ ਹੈ? ਕਿਉਂਕਿ ਵੱਡੀ ਗੱਲ ਹੈ, ਇੱਥੇ ਸਬਜ਼ੀ ਬੀਜ ਲਈ, ਪੌਦ ਤਿਆਰ ਕਰ ਲਈ, ਤਰ੍ਹਾਂ ਵੱਖੋ ਵੱਖ ਰੰਗਾਂ ਦੇ ਤੁਸੀਂ ਜਿਹੜੀ ਕੈਪਸਿਕਮ ਉਹ ਵੀ ਤਿਆਰ ਕਰ ਲਿਆ, ਤਾਂ ਫਿਰ ਅਖੀਰ ਤੇ ਗੱਲ ਆ ਜਾਂਦੀ ਹੈ ਐਕਸਪੋਰਟ ਦੀ। ਤਾਂ ਫਿਰ ਐਕਸਪੋਰਟ ਕਹਿੰਦਾ, ਜੇਕਰ ਤੁਹਾਡੀ ਗੱਲ ਕਰੇ ਸ਼ੁਰੂਆਤ ਫਿਰ ਕਿਵੇਂ ਹੁੰਦੀ ਹੈ? ਕੋਈ ਤੁਹਾਨੂੰ ਉਸ ਦੇ ਵਿੱਚ ਵੀ ਕੋਈ ਰਿਸਕ ਲੱਗਿਆ ਜਾਂ ਕੋਈ ਕਹਿ ਸਕਦੇ ਆ ਕਿੱਥੇ? ਜਗਵੰਤ, ਜਿਹੜੀ ਤੁਸੀਂ ਐਕਸਪੋਰਟ ਦੀ ਗੱਲ ਕਰਦੇ ਹੋ, ਐਕਸਪੋਰਟ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ। ਉਹਦੇ ਲਈ ਇੱਕ ਬਹੁਤ ਵੱਡੀ ਕੋਲਡ ਚੇਨ ਦੀ ਲੋੜ ਆ, ਫਾਰਮ ਤੋਂ ਲੈ ਕੇ ਸਿਰੇ ਤੱਕ ਇੱਕ ਸਿਸਟਮ ਰਨ ਕਰਦਾ। ਲੇਕਿਨ ਆਪਣਾ ਜਿਹੜਾ ਦਾਇਰਾ ਹੈ, ਆਪਣੇ ਕੋਲ ਬਾਈ ਏਅਰ ਆ, ਬਾਈ ਏਅਰ ਕਾਸਟ ਬਹੁਤ ਜ਼ਿਆਦਾ। ਉਹ ਤੋਂ ਉਪਰੰਤ ਜੇ ਅਸੀਂ 2 ਟਨ 3 ਟਨ ਭੇਜ ਵੀ ਲਵਾਂਗੇ, ਭੇਜ ਦਿੰਦੇ ਆ, ਉਹਦੇ ਨਾਲ ਕੋਈ ਇਹ ਨਹੀਂ ਹੈਗਾ ਸਾਡਾ ਬਹੁਤ ਵੱਡਾ ਲੋਡ ਚਲੇ ਗਿਆ। ਇੱਕ ਰੌਲਾ ਬਹੁਤ ਵੱਡਾ, ਮੈਂ ਵੀ ਕਹੂੰਗਾ ਵੀ ਮੈਂ ਉੱਥੇ ਜੀ 1-2 ਟਨ ਵੈਜੀਟੇਬਲ ਭੇਜਤੀ, ਉਹਦਾ ਰੌਲਾ ਵੱਧ ਹੈ, ਉਹਦਾ ਗਰਾਊਂਡ ਤੇ ਵਰਕ ਘੱਟ ਹੈ। ਜਿਵੇਂ ਹੁਣ ਕੁਆਲਿਟੀ ਵੈਜੀਟੇਬਲ ਦੀ ਗੱਲ ਕਰਾਂ, ਹੁਣ ਸਾਰੀ ਜਿੰਨੀ ਸਾਡੇ ਕੋਲ ਵੈਜੀਟੇਬਲ ਹੈ, ਇਹ ਤਾਂ ਦਿੱਲੀ ਦੀ ਇੱਕ ਪਾਰਟੀ ਕਹਿੰਦੀ ਹੈ ਵੀ ਤੁਸੀਂ 1 ਕਿਲੋ ਵੀ ਨਹੀਂ ਦੇਣੀ, ਸਾਨੂੰ ਦਿਓ। ਇੱਥੇ ਹੈ ਹੀ ਨਹੀਂ ਮਾਰਕੀਟ 'ਚ। ਹੁਣ ਅਸੀਂ ਆਪਣਾ ਇਸ ਚੀਜ਼ ਨੂੰ ਅੱਗੇ ਤੋਰਨ ਲਈ ਕਰੋਨਾ ਦੇ ਵਿੱਚ ਅਸੀਂ ਇੱਥੇ ਫਾਰਮ ਤੋਂ ਹੀ ਡਿਲੀਵਰੀ ਦਿੱਤੀ, ਲੋਕਾਂ ਨੂੰ ਆਇਆ ਵੀ ਤੁਸੀਂ ਲੈ ਜਾਓ ਸਾਤੋਂ ਆ ਕੇ। ਹੁਣ ਅਸੀਂ ਆਪਣਾ ਨੈਟਵਰਕ ਬਣਾ ਲਿਆ ਇੱਥੇ, ਜਿਹਦੇ 'ਚ ਬਿਲਕੁਲ ਅਸੀਂ ਉਹ ਵੀ ਜ਼ਰੂਰ ਦੇਖਣਾ ਚਾਹਾਂਗੇ ਪੂਰਾ ਤੁਹਾਡਾ ਨੈਟਵਰਕ ਹੈ ਕਿਸ ਤਰ੍ਹਾਂ ਦਾ ਹੈਗਾ। ਤਾਂ ਕਮਾਈ ਦੀ ਗੱਲ ਕੀਤੀ ਸੀ, ਤੇ ਆਮ ਲੋਕ ਜਿਹੜੇ ਹੈਗੇ ਆ, ਆਮ ਜਦੋਂ ਕੋਈ ਝੋਨਾ ਲਗਾਉਂਦਾ ਉਹ ਕਹਿੰਦਾ ਜੀ ਮੇਰਾ ਤਾਂ 60,000 ਦਾ ਝੋਨਾ ਚੜ ਗਿਆ, ਕੋਈ ਕਣਕ ਵਾਲਾ ਕਹਿੰਦਾ ਮੇਰੀ 50,000 ਦੀ ਕਣਕ ਝੜ ਗਈ। ਤਾਂ ਫਿਰ ਇਹਦੇ ਫਿਰ 1 ਏਕੜ 'ਚੋਂ ਕਿੰਨੀ ਕਮਾਈ ਹੋ ਜਾਂਦੀ ਤੁਹਾਨੂੰ? ਜਗਵੰਤ ਜੀ, ਜਿਵੇਂ ਪੌਲੀ ਹਾਊਸ ਦੀ ਗੱਲ ਕਰਾਂ, ਪੌਲੀ ਹਾਊਸ ਦੇ ਉੱਤੇ ਜੇਕਰ ਬੰਦੇ ਨੂੰ ਟਾਈਮ ਸਿਰ ਸਬਸਿਡੀ ਮਿਲ ਜਾਵੇ ਤਾਂ ਇਹ 3 ਸਾਲਾਂ ਦੇ ਵਿੱਚ ਵਿਦ ਇੰਟਰਸਟ ਆਪਣਾ ਸਾਰਾ ਕੁਝ ਬੈਕ ਕਰ ਦਿੰਦਾ। ਜਿਹੜੀਆਂ ਸਬਸਿਡੀਆਂ ਪਹਿਲਾਂ ਸੀਗੀਆਂ ਉਹ ਕਾਫੀ ਵੱਡਾ ਪੈਸਾ ਆਉਂਦਾ ਸੀ, ਵੀ ਹੁਣ ਮੰਨ ਲਓ ਜਿੱਦਣ ਦੀ ਮੋਦੀ ਸਰਕਾਰ ਆਈ ਹੈ ਇਹਨੇ ਸਟਰਕਚਰ ਚੇਂਜ ਕਰਤਾ। ਉਹ ਪਹਿਲਾਂ ਜਿਹੜਾ ਸਟੇਟ 15% ਪਾਉਂਦਾ ਸੀਗਾ ਤੇ ਬਾਕੀ 85% ਸੈਂਟਰ ਦਾ ਪੈਸਾ ਸੀ, ਇਹਨੇ ਉਹਦੇ 'ਚ ਰੇਸ਼ੋ 'ਚ ਫਰਕ ਕਰਕੇ ਹੁਣ ਉਹਨੂੰ ਗੜਬੜਾ ਗਿਆ ਕੰਮ। ਵੀ ਹੁਣ ਅਸੀਂ ਉਹਦੇ ਬਾਹਰੋਂ ਬਾਹਰ ਇੱਕ ਨੈਟ ਹਾਊਸ ਡਿਜ਼ਾਈਨ ਕੀਤਾ ਜਿਹੜਾ ਕਿ ਤਾਰ ਦੇ ਸਿਸਟਮ ਤੇ ਆ, ਉਹਦਾ 11-12 ਲੱਖ ਰੁਪਏ ਖਰਚਾ ਹੈ। ਉਹ 2 ਸਾਲ ਦੇ ਵਿੱਚ ਵਿਦ ਇੰਟਰਸਟ ਕਲੀਅਰ ਹੋ ਜਾਂਦਾ। 2 ਸਾਲ ਤੋਂ ਬਾਅਦ 1 ਏਕੜ 'ਚੋਂ ਬੰਦਾ 5 ਤੋਂ 6 ਲੱਖ ਰੁਪਈਆ ਦੀ ਘੱਟੋ ਘੱਟ, ਪਰ ਬੰਦਾ ਰੋਟੀ ਬਣਾ ਕੇ ਲੈ ਕੇ ਆਵੇ, ਇਹ ਨਹੀਂ ਵੀ ਨੌਕਰਾਂ ਰਾਹੀਂ ਆਪਣੇ ਹੱਥੀਂ ਕਾਰ ਸਵਾਰਨੇ ਪੈਣੇ ਆ ਬੈਠੇ ਉੱਤੇ। ਉਹਨੇ ਬੀਜਣਾ ਕੀ ਹੈ, ਉਹਨੇ ਪਾਣੀ ਕਿਵੇਂ ਲਾਉਣਾ ਉਹ ਅਸੀਂ ਦੱਸਾਂਗੇ, ਪਰ ਬੰਦੇ 'ਚ ਡੈਡੀਕੇਸ਼ਨ ਹੋਵੇ ਵੀ ਯਾਰ ਮੈਂ ਜੇ ਇਹ ਚੀਜ਼ ਤੁਰਿਆ ਨਾ ਵੀ ਮੈਂ ਇਹਨੂੰ ਸਿਰੇ ਲਾਉਣਾ। ਉਹਦੇ ਲਈ ਜ਼ਰੂਰੀ ਇਹੀ ਹੈ ਵੀ ਇੱਕ ਤੁਸੀਂ ਸਿਸਟਮ ਦਾ ਹਿੱਸਾ ਬਣੋ। ਨਹੀਂ ਕੀ ਹੁੰਦਾ, ਬੰਦਾ ਗਲਤੀਆਂ ਕਰ ਸਿੱਖਦਾ। ਜੇ ਤੁਸੀਂ ਇੱਥੇ ਜੁੜਦੇ ਹੋ ਤੁਹਾਡੀਆਂ ਗਲਤੀਆਂ 30% ਰਹਿ ਘਟ ਜਾਣਗੀਆਂ ਗਲਤੀਆਂ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ। ਤਾਂ ਦੂਸਰੇ ਪਾਸੇ ਅਸੀਂ ਆਹ ਦੇਖ ਰਹੇ ਆ, ਜਿਹੜੇ ਤੁਸੀਂ ਕੰਧ ਨੂੰ ਬੜਾ ਸੋਹਣਾ ਸ਼ਿੰਗਾਰਿਆ ਹੋਇਆ, ਇਹ ਜਿਹੜੇ ਯੂਨੀਵਰਸਿਟੀਆਂ ਦੇ ਨਾਮ ਲਿਖਿਆ, ਥੋੜਾ ਜਿਹਾ ਇਹਦੇ ਬਾਰੇ ਵੀ ਦੱਸ ਦਿਓ ਵੀ ਇਹਦਾ ਕੀ ਕਰਨਾ। ਤੇ ਇੱਕ ਮੈਸੇਜ ਵੀ ਤੁਹਾਡੇ ਵੱਲੋਂ ਦਿੱਤਾ ਗਿਆ ਵੀ 1950 ਦੇ ਵਿੱਚ ਖੂਹਾਂ 'ਚ ਪਾਣੀ ਹੁੰਦਾ ਸੀਗਾ ਕਿ ਉੱਪਰ ਹੀ ਸੀਗਾ, 1970 ਦੇ ਵਿੱਚ ਰੱਸੀ ਥੋੜੀ ਜਿਹੀ ਵੱਧ ਗਈ, ਫਿਰ ਹੋਰ ਵੱਧ ਗਈ 90 'ਚ, ਹੁਣ ਤਾਂ ਆਪਾਂ ਅੰਦਾਜ਼ਾ ਲਗਾ ਹੀ ਸਕਦੇ ਹਾਂ ਕੀ ਹਾਲ ਆ। ਜਗਵੰਤ ਜੀ, ਮੈਂ ਜਦੋਂ ਇੱਥੇ ਬੈਠਾ ਹੁੰਦਾ ਨਾ, ਮੈਂ ਬਹੁਤ ਚੀਜ਼ਾਂ ਨੂੰ ਬੈਠ ਕੇ ਕੁਝ ਸੋਚ ਰਿਹਾ ਹੁੰਦਾ ਵੀ ਮੈਂ ਇੱਕ ਚੀਜ਼ ਨੂੰ ਬਿਨਾਂ ਦੱਸੇ ਕੋਈ ਗੱਲ ਕਹਿਣੀ ਹੋਵੇ ਵੀ ਉਹਦੇ ਲਈ ਮੈਂ ਕਿੱਦਾਂ ਦਾ ਡਿਜ਼ਾਈਨ ਕਰਾਂ। ਜਿਵੇਂ ਤੁਸੀਂ ਇਹ ਬੋਰਡ ਦੀ ਗੱਲ ਕਰੀ ਹੈ, ਇਹਦੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਬਾਬੇ ਨਾਨਕ ਦਾ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਉਹ ਚੀਜ਼ ਨੂੰ ਅੱਜ ਦਾ ਨਹੀਂ, ਮੈਂ ਜਿੱਦਣ ਦਾ ਇਸ ਕੰਮ ਨੂੰ ਤੋਰਿਆ ਮੈਂ ਇਹ ਚੀਜ਼ ਦਾ ਨਾਂ ਲੈ ਕੇ ਹੀ ਤੁਰਦਾ। ਖੇਤੀ ਦੇ ਵਿੱਚ ਜਿਹੜੀ ਸ਼ੁਰੂਆਤ ਹੁੰਦੀ ਹੈ ਪਾਣੀ ਨਾਲ, ਪਾਣੀ ਜੀਵਨ ਹੈ, ਪਰ ਮੈਂ ਇਹਨੂੰ ਇਹ ਤੋਂ ਅੱਗੇ ਦੀ ਗੱਲ ਕਰਦਾ ਵੀ ਜਿਹੜਾ ਇੱਕ ਜਿੱਡੀ ਮਰਜ਼ੀ ਕੁਆਲਿਟੀ ਵਾਲਾ ਸੀਡ ਆ, ਜੇ ਉਹ ਸੁੱਕੇ 'ਚ ਪਿਆ ਰਹਿ ਗਿਆ ਤਾਂ ਉਹਦੀ ਕੋਈ ਵੈਲਿਊ ਨਹੀਂ। ਉਹਦੀ ਵੈਲਿਊ ਤਾਂ ਹੈ ਜਦ ਉਹਨੂੰ ਨਵੀਂ ਮਿਲੂਗੀ। ਬਿਲਕੁਲ, ਇਹ ਏਡਾ ਵੱਡਾ ਬਾਬੇ ਨੇ ਆਪਾਂ ਨੂੰ ਮੈਸੇਜ ਦਿੱਤਾ ਵੀ ਜਿਹੜਾ ਆਧਾਰ ਹੈ ਤੁਹਾਡਾ ਜ਼ਿੰਦਗੀ ਦਾ ਜਾਂ ਜੀਵਾਣੂ ਦਾ, ਉਹ ਪਾਣੀ ਆ। ਵੀ ਪਾਣੀ ਦਾ ਬਹੁਤ ਵੱਡਾ ਮਹੱਤਵ, 70% ਮਨੁੱਖੀ ਕਹਿ ਸਕਦੇ ਪਾਣੀ ਤੋਂ ਬਣਿਆ। ਇਹ ਚੀਜ਼ਾਂ ਨੇ ਜਿਹੜੀਆਂ ਉਹਨੂੰ ਮੈਂ ਜ਼ਰੂਰ ਉੱਪਰ ਲਿਖਿਆ। ਤੇ ਉਹ ਤੋਂ ਬਾਅਦ ਜਿਵੇਂ ਡਿਪਾਰਟਮੈਂਟ ਦੀ ਗੱਲ ਕਰਾਂ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਿਹਨੇ ਸਾਨੂੰ ਕਿਸਾਨ ਹੋਣ ਦੀ ਮੋਹਰ ਲਾਈ, ਜਿਹਦੇ ਨਾਲ ਸਾਨੂੰ ਲੋਕਾਂ ਨੂੰ ਉਹਨਾਂ ਨੇ ਸਾਨੂੰ ਅਵਾਰਡ ਦਿੱਤੇ, ਅਸੀਂ ਲੋਕਾਂ ਦੀ ਨਿਗਾਹ ਦੇ ਵਿੱਚ ਆਇਆ ਯਾਰ ਅਸੀਂ ਇੱਥੇ ਟਿੱਬਿਆਂ 'ਚ ਬੈਠੇ ਵੀ ਕੋਈ ਕਿਸਾਨ ਆ, ਵੀ ਅਸੀਂ ਕੰਮ ਕਰਦੇ ਹਾਂ। ਉਸ ਤੋਂ ਉਪਰੰਤ ਆ ਜਾਂਦਾ ਹੈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ, ਜਿਹੜਾ ਕਿ ਲੁਧਿਆਣੇ ਹੈ, ਉਹਨਾਂ ਨੇ ਸਾਨੂੰ ਇੱਕ ਪੈਕ ਹਾਊਸ ਸਾਡੀ ਸੁਸਾਇਟੀ ਨੂੰ ਡਿਜ਼ਾਈਨ ਕਰਕੇ ਦਿੱਤਾ। ਹਾਲਾਂਕਿ ਉਸ ਟਾਈਮ ਜਿਹੜੇ ਬੰਦਿਆਂ ਨੇ ਲਾਇਆ ਉਹ ਬੰਦਿਆਂ ਨੇ ਕੋਈ ਸੋਚਿਆ ਸਮਝਿਆ, ਸਾਨੂੰ ਪੁੱਛਿਆ ਤੱਕ ਨਹੀਂ। ਪਰ ਜੇ ਅੱਜ ਦੀ ਮੈਂ ਟੀਮ ਦੀ ਗੱਲ ਕਰਾਂ, ਅੱਜ ਦੀ ਬਹੁਤ ਵਧੀਆ ਟੀਮ ਹੈ ਜਿਹੜੀ ਸਾਨੂੰ ਟਾਈਮ ਤੇ ਮਾਰਕੀਟਿੰਗ ਲਈ ਗਾਈਡ ਕਰਦੀ ਆ। ਆਪਣਾ ਵੀ 5 ਰਿਵਰ ਦੇ ਨਾਂ 'ਤੇ ਉਹਨਾਂ ਨੇ ਆਪਣਾ ਪ੍ਰੋਜੈਕਟ ਲਾਇਆ। ਅਸੀਂ ਉਹਦੀ ਸੋਰਸਿੰਗ ਲਈ ਅਸੀਂ ਉਹਨਾਂ ਨੂੰ ਇੱਥੋਂ ਚੀਜ਼ਾਂ ਪੈਕ ਕਰਕੇ ਚੰਡੀਗੜ੍ਹ ਉਹ ਡਿਲੀਵਰੀਆਂ ਦੇਣਗੇ। ਇੱਕ
ਨੈਟਵਰਕ ਦੇ ਜੀ ਰਾਹੀਂ ਚੇਨ ਬਣੀ ਹੋਈ ਹੈ ਮਤਲਬ। ਉਹਦੇ ਲਈ ਜੇ ਮੈਂ ਆਪਣੇ ਬਰਾੜ ਸਾਹਿਬ ਦੀ ਐਮਡੀ ਸਾਹਿਬ ਦੀ ਗੱਲ ਕਰਾਂ, ਰਣਵੀਰ ਜੀ ਨੇ ਆਪਣੇ ਜੀਐਮ ਸਾਹਿਬ, ਉਹ ਦਿਨ ਰਾਤ ਇੱਕ ਕੀਤਾ ਹੈ, ਸਾਨੂੰ ਵਾਰ-ਵਾਰ ਬੁਲਾਉਂਦੇ ਵੀ ਨੇ, ਸਾਨੂੰ ਗਾਈਡ ਵੀ ਕਰਦੇ ਨੇ ਪੈਕਿੰਗ ਦੇ ਸੰਬੰਧੀ, ਮਾਰਕੀਟ ਦੀ ਡਿਮਾਂਡ ਸੰਬੰਧੀ, ਵੀ ਅਸੀਂ ਉਹਨਾਂ ਦੇ ਨਾਲ ਇੱਕ ਜੁੜ ਕੇ ਇੱਕ ਵੱਡੇ ਕੰਮ ਨੈਟਵਰਕ ਦੇ ਕੰਮ ਕਰ ਰਹੇ ਹਾਂ ਵੀ ਜਿਹੜੀਆਂ ਇਹ ਵੈਜੀਟੇਬਲ ਨੇ ਕੁਆਲਿਟੀ ਵਾਲੀਆਂ, ਕੋਈ ਬੰਦਾ ਚਾਹੇ ਚੰਡੀਗੜ੍ਹ ਬੈਠਾ, ਮੋਹਾਲੀ ਬੈਠਾ। ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਦੀ ਜਿੱਦਣ ਸਮਝ ਆ ਗਈ ਵੀ ਉਹ ਕਿਸ ਧਰਤੀ ਤੇ ਬੈਠੇ ਆ, ਇੱਥੇ ਪਾਣੀ ਕਿਸ ਤਰ੍ਹਾਂ ਦਾ, ਪੌਣ ਪਾਣੀ ਜਿਹੜਾ ਕਹਿ ਸਕਦੇ ਵੀ ਧੁੱਪ ਕਿਸ ਤਰ੍ਹਾਂ ਦੀ, ਜਿੱਦਣ ਉਹ ਸਮਝ ਆ ਗਿਆ ਤਾਂ ਮੈਨੂੰ ਲੱਗਦਾ ਪੰਜਾਬ ਬੇਸ਼ੱਕ ਅੱਜ ਵੀ ਖੁਸ਼ਹਾਲ ਕੀਤਾ ਤਾਂ ਇਹਦੀਆਂ ਮੈਨੂੰ ਲੱਗਦਾ ਚਰਚਾਵਾਂ ਹੋਰ ਹੋਣਗੀਆਂ। ਰੌਲਾ ਤਾਂ ਇੱਕ ਪਾਲਿਸੀ ਦਾ, ਅਸੀਂ ਐਗਰੀਕਲਚਰ ਦੇ ਧਰਤੀ ਤੇ ਬੈਠੇ ਆ, ਸਾਡੇ ਕੋਲ ਜੇ ਐਗਰੀਕਲਚਰ ਨੂੰ ਡਿਵਾਈਡੇਸ਼ਨ ਹੀ ਨਹੀਂ ਕੀਤਾ ਸੀ ਪੰਜਾਬ ਦੇ ਵਾਤਾਵਰਨ ਨੂੰ, ਵੀ ਕਿਹੜਾ ਵਾਤਾਵਰਨ ਜਿੱਥੇ ਵੈਜੀਟੇਬਲ ਹੋਣਗੀਆਂ, ਕਿਹੜਾ ਵਾਤਾਵਰਨ ਜਿੱਥੇ ਬਾਗ ਹੋਣਗੇ। ਹਾਲਾਂਕਿ ਫਾਰਮਰ ਕਰ ਰਹੇ ਨੇ, ਪਰ ਅਸੀਂ ਉਹਦੇ ਅਕੋਰਡਿੰਗ ਉੱਦਾਂ ਉਹਨਾਂ ਨੂੰ ਡਿਜ਼ਾਈਨ ਕਰਕੇ ਉੱਦਾਂ ਦੀਆਂ ਉਹਨੂੰ ਸਹੂਲਤਾਂ ਪ੍ਰੋਵਾਈਡ ਕੁਝ ਉਹ ਕਹਿੰਦਾ ਇੱਕ ਤਰ੍ਹਾਂ ਬੱਚਾ ਕਹਿ ਸਕਦੇ ਵੀ ਆਪੇ ਉੱਡਦਾ ਡਿੱਗ ਪੈਂਦਾ, ਉਹ ਆਪਣੇ ਆਪ ਤੇ ਚੱਲੀ ਜਾਂਦਾ। ਤਾਂ ਭਵਿੱਖ ਦੀ ਖੇਤੀ ਦਾ ਹੱਲ ਕਿਸਾਨ ਹੱਟ, ਤਾਂ ਕਿਸਾਨ ਹੱਟ ਵੀ ਵੇਖਣੀ ਚਾਹਾਂਗੇ ਤੁਹਾਡੀ, ਇੱਕ ਨਜ਼ਰ ਮਾਰਾਂਗੇ। ਤੇ ਇਹਦੇ 'ਚ ਅਸੀਂ ਜਦੋਂ ਯੂਰਪ ਗਏ ਜਗਵੰਤ ਜੀ, ਉਸ ਟਾਈਮ ਅਸੀਂ ਉਹਨਾਂ ਦੀ ਦੇਖਿਆ ਵੀ ਤੁਹਾਡੀ ਗਰੋਥ ਇਹ ਨਹੀਂ ਕਿਉਂ ਆ, ਵੀ ਤੁਸੀਂ ਆਮ ਇੱਕ ਜਿਹੜਾ ਕਿਸਾਨ ਆ ਉਹਨੂੰ ਇਹਦਾ ਪਤਾ ਵੀ ਨਹੀਂ ਹੁੰਦਾ ਵੀ ਉਹਦੀ ਗਰੋਥ ਕਿਉਂ ਆ। ਅਸੀਂ ਇਹ ਮਾਡਲ ਨੂੰ ਉੱਥੋਂ ਲਿਆ ਕੇ ਉਰੇ ਆਪਣੇ এনवायरमेंट 'ਚ ਕਿੱਥੇ ਕਿੱਥੇ ਅਸੀਂ ਫਿੱਟ ਹੋ ਸਕਦੇ ਸੀ, ਉੱਦਾਂ ਅਸੀਂ ਕੀਤਾ। ਉਹਨਾਂ ਦਾ ਸਿੱਧਾ ਹੀ ਫੰਡਾ ਵਿਦਆਊਟ ਮਿਡਲਮੈਨ ਫਾਰਮਿੰਗ, ਉਹ ਸਰਜ ਦੇ ਉੱਤੇ ਹੀ ਅਸੀਂ ਸੁਸਾਇਟੀ ਦੇ ਵਿੱਚ ਇਹ ਸਾਰੇ ਜਿੰਨੇ ਸਾਡੇ ਇਨਪੁਟਸ ਨੇ, ਚਾਹੇ ਸਾਡੇ ਮੰਨ ਲਓ ਬੀਜ ਨੇ, ਚਾਹੇ ਸਾਡੀਆਂ ਖਾਦਾਂ ਨੇ, ਚਾਹੇ ਸਾਡੀ ਕੋਈ ਵੀ ਚੀਜ਼ ਵਰਤੋਂ 'ਚ ਆਉਣ ਵਾਲੀ ਹੈ, ਚਾਹੇ ਸਪਰੇਅ ਪੰਪ ਵੀ ਨੇ, ਉਹ ਅਸੀਂ ਮੈਨੂਫੈਕਚਰ ਤੋਂ ਸਿੱਧੇ ਇੱਥੇ ਲੈ ਕੇ ਆਉਂਦੇ ਹਾਂ, ਜਾਣ ਕੇ ਫੋਰਨ ਤੋਂ ਸਿੱਧਾ ਪੰਜਾਬ ਫਾਰਮ ਤੋਂ, ਚਾਹੇ ਕੋਈ ਲੋਕਲ ਵੀ ਆ, ਜਾਣੀ ਉਹਦੇ 'ਚ ਮਿਡਲਮੈਨ ਨਹੀਂ ਆ। ਫਿਰ ਸਾਰਿਆਂ ਨੂੰ ਵੱਡੀ ਗੱਲ, ਹਰੇਕ ਕੰਮ ਦੇ ਵਿੱਚ ਮਾਫੀ ਆ ਚੁੱਕਿਆ, ਚਾਹੇ ਉਹ ਆਪਣੀਆਂ ਮੈਡੀਸਨ ਖਾਣ ਵਾਲੀਆਂ ਬੰਦਿਆਂ ਵਾਲੀਆਂ ਨੇ, ਚਾਹੇ ਸਾਡੇ ਵਾਲੀਆਂ ਨੇ, ਵੀ ਉਹ ਤੋਂ ਬਚਣ ਲਈ ਅਸੀਂ ਪੂਰਾ, ਸਾਨੂੰ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦਾ ਬਹੁਤ ਵੱਡਾ ਸਹਿਯੋਗ ਹੈ ਕਿ ਅਸੀਂ ਉਹਨਾਂ ਦੇ ਰਾਹੀਂ ਸਾਰਾ ਚੈੱਕ ਕਰਕੇ ਤੇ ਉਹਨੂੰ ਲਿਆ ਕੇ ਇੱਥੇ ਲੋਕਾਂ ਦੇ ਵਿੱਚ ਉਹਦੀ ਡੋਜ਼ ਕਿੰਨੀ ਹੈ, ਪੈਣਾ ਕਿੰਨਾ ਹੈ, ਕਿਹੜੀ ਇਹ 'ਚ ਕਿਵੇਂ ਪਾਉਣਾ, ਉਹ ਸਾਰਾ ਅਸੀਂ ਦੱਸਦੇ ਵੀ ਹਾਂ। ਬਿਲਕੁਲ। ਤਾਂ ਜਿਵੇਂ ਵੱਖ-ਵੱਖ ਬੋਟਲ ਲੱਗਣ, ਤਾਂ ਫਿਰ ਪੈਸਟੀਸਾਈਡ ਦਾ ਕਿੰਨਾ ਕੁ ਇਸਤੇਮਾਲ ਹੁੰਦਾ? ਇਹਦੇ 'ਚ ਜਿਵੇਂ ਤੁਸੀਂ ਤੁਹਾਡੇ ਹੱਥ 'ਚ ਇਹ ਮੰਨ ਲਓ ਸਾਡੀ ਸੋਇਲ ਦੇ ਉੱਤੇ ਜ਼ਿਆਦਾ ਫਾਸਫੋਰਸ ਯੂਜ਼ ਹੋਣ ਦੇ ਨਾਲ ਜਿਹੜੀ ਜ਼ਿੰਕ ਦੀ ਡੈਫੀਸ਼ੀਐਂਸੀ ਬਹੁਤ ਜ਼ਿਆਦਾ, ਇਹ ਨਾਰਵੇ ਦੀ ਕੰਪਨੀ ਹੈ ਜ਼ਾਰਾ, ਜਿਹਦੀ ਕਿ ਆਕਸਾਈਡ ਫਾਰਮ ਦੇ ਵਿੱਚ ਜ਼ਿੰਕ ਹੈ। ਇਹ ਤੁਸੀਂ ਦੇਖੋਗੇ, ਇਹ ਬੋਟਲ ਨੂੰ ਚੱਕੋਗੇ ਤੇ ਇਹ ਚੱਕ ਕੇ ਦੇਖੋ 1 ਲੀਟਰ ਜ਼ਿੰਕ ਹੈ, ਇਹ ਪੌਣੇ 2 ਕਿਲੋ ਦੀ ਆ ਜੀ। ਇਹ ਜਿਹੜੀ ਸਾਰੀਆਂ ਚੀਜ਼ਾਂ ਨੇ, ਇਹ ਆਪਣੇ ਮੰਨ ਲਓ 3 ਸਾਲ ਤੋਰੇ ਆਪਣੀ ਇੰਡੀਆ ਦੇ ਵਿੱਚ ਇਹਨਾਂ ਨੇ ਲਾਂਚ ਕਰੀਆਂ ਨੇ। ਆਪਣੇ ਪੰਜਾਬ 'ਚ ਪਹਿਲਾਂ ਇਹ ਸਾਊਥ ਦੇ ਵਿੱਚ ਸੀਗੇ, ਵੀ ਇਹ ਜਿਹੜੇ ਤੱਤ ਨੇ 150 ਗ੍ਰਾਮ 1 ਤੋਂ 2 ml ਪੈਂਦੀ ਆ। ਅਜੇ ਵੀ ਇਹਦੇ ਬਹੁਤ ਸਾਰੇ ਆਪਣੇ ਦੁਕਾਨਦਾਰ ਨੇ ਇਹਨੂੰ ਯੂਰੀ 'ਚ ਰਲਾ ਕੇ ਪਵਾ ਦਿੰਦੇ ਨੇ ਵੀ ਤੁਸੀਂ ਅੱਧਾ ਕਿਲੋ ਪਾ ਦਿਓ। ਇਹ 2 ਗ੍ਰਾਮ ਸਪਰੇਅ ਹੁੰਦੀ ਆ ਜ਼ਿੰਕ, ਵੀ ਉਹ ਜਿਹੜੇ ਦੱਸਣ ਵਾਲੇ ਬੰਦੇ ਨੇ, ਜਿਹੜਾ ਬੰਦਾ ਇਹਨੂੰ ਗਾਈਡ ਕਰਨ ਵਾਲਾ, ਉਹ ਤੇ ਡਿਪੈਂਡ ਕਰਦਾ ਵੀ ਉਹਨੇ ਫਾਰਮਰ ਨੂੰ। ਮੈਨੂੰ ਲੱਗਦਾ ਕਿਸਾਨਾਂ ਨੂੰ ਇੱਥੇ ਵੀ ਬਚਣ ਦੀ ਲੋੜ ਆ, ਕਿਉਂਕਿ ਜਦੋਂ ਪਹਿਲਾਂ ਬੀ ਲੈ ਕੇ ਆਉਂਦਾ ਕਿਸੇ ਦੁਕਾਨ ਤੋਂ, ਪਹਿਲਾਂ ਕੋਈ ਦੁਕਾਨਦਾਰ ਬੀ ਮਾੜਾ ਦੇ ਦਿੰਦਾ, ਉਹਦੇ ਵਿੱਚੋਂ ਪੈਸੇ ਬਣਾ ਲਏ, ਉਸ ਤੋਂ ਬਾਅਦ 3-4 ਸਪਰੇਆਂ ਕਰਵਾਤੀਆਂ, ਉਹਦੇ ਤੇ ਕਹਿੰਦਾ ਪੈਸਾ ਬਣਾ ਲਿਆ ਵੀ ਆਹ ਸਪਰੇਅ ਕਰ ਦੇ। ਇਹਦੇ ਨਾਲ ਦੀ ਨਾਲ ਜਿਵੇਂ ਵਰਲਡ ਨੂੰ 2 ਹੈਗੀਆਂ ਵੱਡੇ ਅਦਾਰੇ ਨੇ, ਕਾਰਪੋਰੇਟ ਨੇ, ਜਿਹੜੇ ਫਰਟੀਲਾਈਜ਼ਰ ਨੂੰ ਡੀਲ ਕਰਦੇ ਆ। ਇੱਕ ਤਾਂ ਯਾਰਾ ਫਰਟੀਲਾਈਜ਼ਰ, ਇੱਕ ਹੈਗੀ ICL ਇਜ਼ਰਾਈਲ ਕੈਮੀਕਲ ਲਿਮਟਿਡ, ਇਜ਼ਰਾਈਲ ਤੋਂ ਹੈ। ਇਹ ਸਾਰੀ ਕੰਪਨੀ ਇਜ਼ਰਾਈਲ ਤੋਂ ਆ। ਜਿਹੜੇ ਕਹਿੰਦੇ ਬੀਜ ਵੀ ਫੋਰਨ ਤੋਂ। ਹਾਂ ਦੇਖੋ, ਇਹ 2 ਚੀਜ਼ਾਂ ਮੈਂ ਜ਼ਰੂਰ ਹਰ ਬੰਦੇ ਨੂੰ ਕਹਿਣਾ ਵੀ ਇੱਕ ਤੁਹਾਡੀ ਖਾਦ ਤੇ ਇੱਕ ਤੁਹਾਡੇ ਬੀਜ, ਇਹਨਾਂ 'ਚ ਸਮਝੌਤਾ ਨਹੀਂ। ਬਾਕੀ ਜੇ ਸੁੰਡੀ ਮਾਰਨੀ ਉਹਦੇ ਜੇ ਚੱਪਲੀਆਂ ਨਾਲ ਮਾਰ ਲਓ, ਚਾਹੇ ਕਿਸੇ ਵੀ ਦਵਾਈ ਨਾਲ ਮਾਰ ਲਓ, ਐਡਾ ਮੈਟਰ ਨਹੀਂ ਕਰਦਾ। ਹੁਣ ਇਹਨਾਂ ਦੀਆਂ ਜਿਹੜੀਆਂ ਟੈਕਨੋਲੋਜੀ ਨੇ ਇਜ਼ਰਾਈਲ ਦੀਆਂ, ਉਹ ਬਹੁਤ ਹੀ ਐਡਵਾਂਸ ਨੇ। ਇਹਨਾਂ ਦੇ ਜਿਵੇਂ ਅਸੀਂ ਨਾਰਮਲ ਸਪਰੇਆਂ ਕਰਦੇ ਹਾਂ 19 ਜਾਂ ਕੋਈ ਨਾਰਮਲ ਤਾਕਤ ਵਾਲੀਆਂ, ਉਹ 50 ਘੰਟੇ ਦੇ ਬਾਅਦ ਪੈਰਲਰ ਹੋ ਜਾਂਦੀਆਂ ਨੇ। ਜਿਹੜੀ ਇਹਨਾਂ ਦੀ ਟੈਕਨੋਲੋਜੀ ਆ, ਆਪਣੀ LLP ਟੈਕਨੋਲੋਜੀ ਹੈ, ਉਹ 300 ਘੰਟੇ ਤੱਕ ਪਲਾਂਟ ਤੇ ਅਵੇਲੇਬਿਲਿਟੀ ਆ ਉਹਦੀ। ਉਹਦੇ ਨਾਲ ਕੀ ਆ, ਪਲਾਂਟ ਦੇ ਉੱਤੇ ਝਾੜ ਵਧਣਾ ਜਾਂ ਪਲਾਂਟ ਦੇ ਵਿੱਚ ਗਰੋਥ, ਈਵਨ ਜਿਹੜੇ ਤੁਸੀਂ ਪੈਸਟੀਸਾਈਡ ਵੀ ਪਾਉਂਦੇ ਹੋ, ਬੀਡੀਸਾਈਡ ਵੀ ਜਾਂ ਕੋਈ ਵੀ ਚੀਜ਼ ਦੇ ਨਾਲ ਕੋਈ ਮਿਕਸ ਕਰਕੇ ਜਾਂ ਫੰਗੀਸਾਈਡ ਪਾਉਂਦੇ ਹੋ, ਇਹ ਉਹਨਾਂ ਦੀ ਗੁਣਵੱਤਾ ਨੂੰ ਵੀ ਵਧਾ ਦਿੰਦਾ। ਜਿਹੜੀ ਉਹਨਾਂ ਦੀ ਗੁਣਵੱਤਾ, ਕਿ ਇਹ ਲੋ EC ਤੇ ਲੋ pH ਦੀਆਂ ਖਾਦਾਂ, ਜਾਣੀ ਕਿ ਸਿਹਤ ਤੇ ਘਾਟਾ ਸਰ ਮੁਨਾਫਾ ਚੁੱਕਣਾ। ਵੀ ਇਹਦੇ ਲਈ ਸਾਨੂੰ ਬੇਸਿਕਲੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਵੀ ਦੂਰੋਂ ਦਰਾਡੇ, ਹੁਣ ਤਾਂ ਬਹੁਤ ਦੂਰੋਂ ਲੋਕ ਆਉਂਦੇ ਨੇ, ਅਸੀਂ ਕਹਿੰਦੇ ਵੀ 1 ਏਕੜ 'ਚ ਸਾਡੀ ਰਿਕਮੈਂਡੇਸ਼ਨ ਦੇ ਨਾਲ, ਚਾਹੇ ਤੁਸੀਂ ਕਣਕ ਬੀਜਦੇ ਹੋ, ਚਾਹੇ ਗੰਨਾ ਲਾਉਂਦੇ ਹੋ, ਚਾਹੇ ਆਲੂ ਲਾਉਂਦੇ ਹੋ, ਤੁਸੀਂ ਸਾਡੇ ਕੋਲ ਆਓ, 1 ਏਕੜ ਦੇ ਵਿੱਚ ਸਾਡੇ ਮੁਤਾਬਕ ਤੁਸੀਂ ਪਾਓ। ਤੁਹਾਨੂੰ ਲਿਖ ਕੇ ਦਿੰਦੇ ਆ ਵੀ ਜੇ 20% ਤੋਂ ਥੱਲੇ ਮੁਨਾਫਾ ਹੋਇਆ ਤੇ ਪੈਸਾ ਵੀ ਨਹੀਂ ਲੈਂਦੇ ਕੋਈ। ਅੱਗੇ ਵੀ ਜ਼ਰੂਰ ਦਿਖਾਓ
ਅੱਗੇ ਆਪਣਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਜਗਵੰਤ ਜੀ, ਆਪਾਂ ਲੋਕਡਾਊਨ ਦੀ ਗੱਲ ਕੀਤੀ। ਲੋਕਡਾਊਨ 'ਚ ਸਾਨੂੰ ਆਈ ਥੋੜੀ ਪ੍ਰੋਬਲਮ ਵੀ ਅਸੀਂ ਉਦੋਂ ਬਾਅਦ ਦੇ ਵਿੱਚ ਹੁਣ ਡਾਇਰੈਕਟ ਡਿਲੀਵਰੀ ਦੀ ਗੱਲ ਕਰਦੇ ਹਾਂ। ਅਸੀਂ ਸ਼ੁਰੂਆਤ ਦੇ ਵਿੱਚ ਆਹ ਇੱਕ ਆਊਟਲੈਟ ਥੋੜਾ ਬਣਾਇਆ ਹੈ, ਇਹਨੂੰ ਟ੍ਰੇਨਿੰਗ ਪਰਪਸ ਲਈ ਵੀ ਵਰਤਾਂਗੇ ਥੋੜਾ, ਤੇ ਬਾਕੀ ਅਸੀਂ ਡਿਸਪਲੇ ਫ੍ਰਿਜ ਲਾ ਕੇ ਜਿੰਨੀ ਕਿ ਇੱਥੇ ਲੋਕਲ ਰਿਕੁਆਇਰਮੈਂਟ ਹੈ ਉਹ ਵੀ ਲੇਆਊਟ ਕਰਾਂਗੇ। ਮੈਨੂੰ ਲੱਗਦਾ ਜਿਵੇਂ ਇੱਕ ਬਹੁਤ ਵਧੀਆ ਪ੍ਰੋਜੈਕਟ ਆ ਕਿ ਸਾਹਮਣੇ ਹੀ ਕਹਿੰਦਾ ਇੱਕ ਫਸਲ ਤਿਆਰ ਹੋ ਰਹੀ ਹੈ, ਸਬਜ਼ੀ ਸਾਹਮਣੇ, ਜਿਹੜੀ ਕੋਈ ਮੈਡੀਸਨ ਉਸ ਦੇ ਵਿੱਚ ਪੈਸਟੀਸਾਈਡ ਯੂਜ਼ ਹੋ ਰਹੀ ਆ ਉਹ ਵੀ ਖਰੀਦਣ ਵਾਲੇ ਦੇ ਸਾਹਮਣੇ ਆ, ਤੇ ਜਦੋਂ ਖਰੀਦਣੀ ਉਹ ਤਾਂ ਸਾਹਮਣੇ ਹੈ ਹੀ ਹੈ। ਹਾਂਜੀ ਹਾਂਜੀ। ਤਾਂ ਜਿਸ ਤਰ੍ਹਾਂ ਦੇਖ ਰਹੇ ਹਾਂ ਕਿ ਇੱਕ ਇੱਧਰੋਂ ਕਿ ਗੱਲ ਕਰਾਂਗੇ ਜਿਵੇਂ ਜਿੰਨੀ ਇੱਥੇ ਸਾਰੀ ਵਾਟਰ ਮੈਨੇਜਮੈਂਟ ਹੈ ਉਹ ਸਾਰੀ ਇੱਥੋਂ ਸਪਲਾਈ ਹੁੰਦੀ ਆ। ਜਿੰਨੀ ਵੀ ਅੰਦਰ ਪਾਣੀ ਦੀ ਜਾਣਾ ਹੈ ਉਹ ਸਾਰੀ ਇਹ ਇਸ ਜਗ੍ਹਾ ਦੇ ਉੱਤੇ ਤੋਂ ਹੀ, ਕੋਈ ਅੰਦਰ ਗੇਟ ਵੱਲ ਨਹੀਂ ਹੈ, ਇਹਦੇ 'ਚ ਸਾਰਾ ਇੱਥੇ ਤੋਂ ਹੀ ਪਾਣੀ ਦੀ ਸਪਲਾਈ ਹੋਣੀ ਹੈ ਇਹਦੇ 'ਚ। ਵੀ ਇੱਥੇ ਤੋਂ ਅਸੀਂ ਇੱਕ ਇਹਨੂੰ ਟ੍ਰੇਨਿੰਗ ਸੈਂਟਰ ਦਾ ਮਤਲਬ ਇਹੀ ਅਸੀਂ ਦੱਸ ਰਹੇ ਹਾਂ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਤੁਸੀਂ ਲੇਆਊਟ ਫਾਰਮ ਦੀ ਕਿਵੇਂ ਕਰਨੀ ਹੈ, ਤੁਸੀਂ ਉਹਨੂੰ ਬੀਜਣਾ ਕਿਵੇਂ ਹੈ, ਤੁਸੀਂ ਉਹਨੂੰ ਵੇਚਣਾ ਕਿਵੇਂ ਹੈ, ਉਹ ਚੀਜ਼ਾਂ ਲਈ ਹੁਣ ਇੱਕ ਇਹ ਇਦਾਂ ਦਾ ਜਗ੍ਹਾ ਡਿਵੈਲਪ ਹੋ ਗਈ ਵੀ ਇੱਥੇ ਕੋਈ ਨਵਾਂ ਬੰਦਾ ਸ਼ੁਰੂ ਕਰਦਾ ਹੈ ਉਹਨੂੰ ਇੱਕ ਮਾਡਲ ਮਿਲ ਜਾਂਦਾ ਹੈ ਵੀ ਮੈਂ ਆਪਣੇ ਖੇਤ ਨੂੰ ਕਿਵੇਂ। ਤਰਾਸਦੀ ਵੀ ਸ਼ਾਇਦ ਹੀ ਰਹੀ ਹੈ ਪੰਜਾਬ ਦੀ, ਹਜੇ ਤੱਕ ਕੋਈ ਮਾਡਲ ਨਹੀਂ ਹੈਗਾ ਵੀ ਹੁਣ ਜਿਵੇਂ ਵੈਸੇ ਚੰਗੀ ਗੱਲ ਤੁਹਾਡੀ ਵੀ ਦਾਤ ਦੇਣੀ ਬਣਦੀ ਆ ਵੀ ਆਹ ਸਾਰੇ ਮਾਡਲ ਨੂੰ ਤੁਸੀਂ ਆਪਣੇ ਆਪ ਤੱਕ ਨਹੀਂ ਸੀਮਿਤ ਰੱਖਿਆ, ਗਾਂ ਇੰਸਟੀਚਿਊਟ ਟਾਈਪ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੰਮ ਅੱਗੇ ਵਧਾਉਣਾ ਹੈਗਾ। ਤੁਸੀਂ ਜਗਵੰਤ ਇੰਸਟੀਚਿਊਟ ਦੀ ਗੱਲ ਕੀਤੀ, ਅਸੀਂ ਜਿਵੇਂ ਜਿਵੇਂ ਵੱਧ ਰਹੇ ਹਾਂ, ਮੈਂ ਤੁਹਾਡੇ ਰਾਹੀਂ ਮਾਨਯੋਗ ਚਰਨਜੀਤ ਚੰਨੀ ਜੀ ਨੂੰ ਵੀ ਬੇਨਤੀ ਕਰਦਾ ਵੀ ਇੱਕ ਦਿਨ ਟਾਈਮ ਕੱਢ ਕੇ ਸਾਡੇ ਕੋਲ ਆਓ। ਜਿਹੜੇ ਬੰਦੇ ਕੋਲ ਜ਼ਮੀਨ ਵੀ ਨਹੀਂ ਹੈ, ਅਸੀਂ ਉਹਨੂੰ ਇੱਥੇ 2 ਮਹੀਨੇ ਲਈ ਅਸੀਂ ਇੱਕ ਬਿਲਡਿੰਗ ਚਾਹੀਦੀ ਹੈ ਸਾਨੂੰ, ਜਿਹਦੇ ਵਿੱਚ ਇੱਕ ਕਲਾਸਰੂਮ ਹੋਵੇ, ਉਹਨਾਂ ਦੇ ਰਹਿਣ ਨੂੰ ਹੋਵੇ ਤੇ ਇੱਕ ਕਿਚਨ ਹੋਵੇ। ਅਸੀਂ ਕਾਪੀ ਪੈਨਸਲ ਵਾਲੇ ਡਿਪਲੋਮੇ ਨਹੀਂ ਚਲਾਉਣੇ, ਅਸੀਂ ਪ੍ਰੈਕਟੀਕਲ ਡਿਪਲੋਮੇ ਚਲਾਵਾਂਗੇ। ਬੰਦੇ ਨੂੰ ਬੀਜ ਲਾਉਣਾ ਕਿਵੇਂ ਹੈ, ਇਹਨੂੰ ਪਾਣੀ ਕਿਵੇਂ ਪਾਉਣਾ, ਇਹਨੂੰ ਬੰਨਣਾ ਕਿਵੇਂ ਹੈ, ਮਿੱਟੀ 'ਚੋਂ ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ, ਹਵਾ 'ਚੋਂ ਕਿਹੜੀਆਂ ਆਉਂਦੀਆਂ ਨੇ, ਉਹਨਾਂ ਨੂੰ ਕਿਵੇਂ ਆਪਾਂ ਪ੍ਰੀਵੈਂਟਿਵ ਦੇ ਵਿੱਚ ਕਿਵੇਂ ਬਚਾਉਣਾ, ਉਹਨੂੰ ਵੇਚਣਾ ਕਿਵੇਂ ਆ। ਕੋਈ ਵੀ ਇਨਸਾਨ ਜੇ ਓਪਨ ਫੀਲਡ ਦੇ ਵਿੱਚੋਂ 1 ਲੱਖ ਰੁਪਈਆ ਕਿੱਲਾ ਬਚਾਉਣ ਦੇ ਉਹਦੇ ਪੱਲੇ ਪਾ ਕੇ ਇੱਥੋਂ ਉਹਨੂੰ ਕੱਢਾਂਗੇ। ਆਪ ਦੀ ਜ਼ਮੀਨ ਹੈ ਨਹੀਂ, ਜੇ ਲੀਜ਼ ਤੇ ਲੈ ਲਓ, 4 ਕਿੱਲੇ ਲੈ ਲਓ, 3 ਜਣੇ ਰਲ ਕੇ ਲੈ ਲਓ, 2 ਜਣੇ ਰਲ ਕੇ ਲੈ ਲਓ, ਕੰਮ ਕਰੋ। ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਵੀ ਅਸੀਂ, ਸਾਡੇ ਕੋਲ ਪ੍ਰਮਾਤਮਾ ਦੀ ਕਿਰਪਾ ਨਾਲ ਇੰਨਾ ਜ਼ਿਆਦਾ ਕੁਦਰਤ ਦਾ ਸੋਰਸ ਹੈ, ਅਸੀਂ ਉਹਨੂੰ ਪੈਸਿਆਂ 'ਚ ਕਿਵੇਂ ਤਬਦੀਲ ਕਰਨਾ ਉਹ ਸਾਡੇ ਕੋਲ ਅਜੇ ਤੱਕ ਕੋਈ ਕਲਾਸਰੂਮ ਜਾਂ ਕੋਈ ਇਨਫਰਾਸਟ੍ਰਕਚਰ ਨਹੀਂ ਜਿੱਥੇ ਅਸੀਂ ਉਹਨੂੰ ਪ੍ਰੈਕਟੀਕਲੀ ਸਿਖਾ ਮੈਂ ਸਕੀਏ। ਕਹਿਣਾ ਕਿਸਾਨਾਂ ਦੀ ਸ਼ੇਅਰ ਮਾਰਕੀਟ ਹੈ ਇੱਕ ਤਰ੍ਹਾਂ। ਬਿਲਕੁਲ ਵੀ ਇੱਥੇ ਤੁਸੀਂ ਇਨਵੈਸਟ ਕੀ ਕਰਨਾ, ਬੀਜ ਇਨਵੈਸਟ ਕਰਨਾ, ਚੰਗੀ ਦਵਾਈ ਇਨਵੈਸਟ ਕਰਨੀ, ਆਪਦੀ ਮਿਹਨਤ ਇਮਾਨਦਾਰੀ ਉਹ ਇਨਵੈਸਟ ਕਰਨੀ ਆ। ਜੇ ਤੁਸੀਂ ਕਹਿੰਦਾ 30,000 ਰੁਪਇਆ ਜਾਂ 40,000 ਰੁਪਇਆ ਜ਼ਮੀਨ ਕਿੱਲਾ ਠੇਕੇ ਤੇ ਲੈ ਲਈ ਤਾਂ ਲੱਖ ਰੁਪਇਆ ਕਮਾਇਆ ਜਾ ਸਕਦਾ। ਹੁਣ ਜੇ ਮੰਨ ਲਓ ਆਹ ਆਊਟਲੈਟ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਥੇ ਜੇ ਮੰਨ ਲਓ ਇਹ ਚੱਲਦਾ ਇੱਥੇ ਮੈਨੂੰ ਲੀਫੀ ਵੈਜਲ, ਧਨੀਆ, ਪਾਲਕ, ਮੇਥੀ ਦੀ ਲੋੜ ਆ, ਮੂਲੀਆਂ ਦੀ ਲੋੜ ਆ। ਇੱਥੇ ਮੇਰੇ ਨਾਲ ਬੰਦਾ ਕੋਈ ਕੇਕੜ ਵਾਲਾ, ਮੈਂ ਉਹਨੂੰ ਕਹਾਂਗਾ ਵੀ ਤੂੰ ਉੱਥੋਂ ਪੱਟ ਕੇ ਉਰੇ ਲੈ ਕੇ ਛੱਡ ਕੇ ਜਾਣੀਆਂ ਨੇ, ਇੱਕ ਰੇੜੇ ਤੇ ਛੱਡ ਜੂਗਾ, ਆਪਣਾ ਘਰ ਜਾਊਗਾ। ਜੇ 2 ਲੱਖ ਰੁਪਏ ਕਿੱਲੇ ਤੋਂ ਘੱਟ ਬਚਾ ਗਿਆ ਤਾਂ ਮੈਨੂੰ ਦੱਸਿਓ। ਇਹ ਅਸੀਂ ਜਿਹੜੇ 10 ਕਿਲੋਮੀਟਰ ਸਰਾਊਂਡਿੰਗ ਜਿੰਨੇ ਪਿੰਡ ਨੇ ਉਹਨਾਂ 'ਚ ਦਾਲਾਂ ਕਿੰਨੀਆਂ ਆਉਂਦੀਆਂ ਨੇ, ਸਬਜ਼ੀ ਕਿੰਨੀ ਆਉਂਦੀ ਹੈ, ਜਿਹੜੀਆਂ ਚੀਜ਼ਾਂ ਅਸੀਂ ਇੱਥੋਂ ਹੀ ਉਗਾ ਕੇ ਇੱਥੇ ਪੈਕ ਕਰਕੇ ਲੋਕਾਂ ਨੂੰ ਡਿਲੀਵਰ ਕਰ ਸਕਦੇ। ਅਸੀਂ ਉਹਨਾਂ ਨੂੰ ਕਹੀ ਜਾਂਦੇ ਅਡਾਨੀ ਅਬਾਨੀ, ਯਾਰ ਉਹ ਮੰਗਲ ਗ੍ਰਹਿ ਤੇ ਥੋੜ੍ਹਾ ਯੂਨਿਟ ਲੱਗੇ ਨੇ, ਅਸੀਂ ਆਪਣੇ ਛੋਟੇ ਜਿਹੇ ਅਸੀਂ ਘਲਾੜੀ ਲਾ ਰਹੇ ਹਾਂ। ਆਪਣੇ ਵਰਗੇ ਜਿਹੜੇ ਕਿਸਾਨ ਨੇ ਉਹਨਾਂ ਦੇ ਖੇਤਾਂ 'ਚ ਬਿਜਾਈ ਖਰੀਦ ਕੇ ਇੱਕ ਚੀਜ਼ ਨੂੰ ਪੈਕ ਕਰਕੇ ਇੱਕ ਐਡਵਰਟਾਈਜ਼ਮੈਂਟ ਕਰਕੇ ਪੈਸੇ ਕਮਾ ਰਹੇ ਨੇ। ਹੋਰ ਇਹਦੇ ਇਲਾਵਾ ਮੈਨੂੰ ਤਾਂ ਮੈਂ ਵੀ ਵਿੱਚ ਕੋਈ ਐਡੀਸ਼ਨ ਕਰਦੇ ਆ, ਅਸੀਂ ਕਿਉਂ ਨਾ ਆਪਣੀਆਂ ਲਾਈਵ ਕਰੀਏ। ਘਲਾੜੀ ਲਾ ਰਹੇ ਹਾਂ ਔਰ ਇੱਕ ਆਪਣੇ ਕੋਲ ਸਰੋਂ ਰੱਖੀ ਹੋਈ ਹੈ, ਆਪਾਂ ਤੇਲ ਕੱਢਾਂਗੇ, ਸਬਜ਼ੀਆਂ ਆਪਣੇ ਕੋਲ ਨੇ, ਵੀ ਦਾਲਾਂ ਆਪਾਂ ਬੀਜਾਂਗੇ ਜਦ ਆਪਣੇ ਕੋਲ ਪਲੇਟਫਾਰਮ ਆ ਗਿਆ। ਈਵਨ ਇੱਥੋਂ ਤੱਕ ਕਿ ਅਸੀਂ ਮੁਰਗੇ ਰੱਖੇ ਹੋਏ ਨੇ ਦੇਸੀ, ਜਿਹੜੀ ਸਾਡੀ ਸਬਜ਼ੀ ਦੀ ਵੇਸਟੇਜ ਅਸੀਂ ਉਹਨਾਂ ਨੂੰ ਪਾ ਦਿੰਦੇ ਹਾਂ, ਉਹ ਖਾ ਕੇ ਅੰਡਾ ਦੇ ਦਿੰਦੇ ਨੇ। ਵੀ ਇਹ ਚੀਜ਼ਾਂ ਤਾਂ ਤੁਹਾਡੇ ਤੇ ਡਿਪੈਂਡ ਆ ਵੀ ਤੁਸੀਂ ਇੱਕ ਚੀਜ਼ ਨੂੰ ਕਿਵੇਂ ਡਿਵੈਲਪਮੈਂਟ ਕਰਨੀ ਹੈ। ਜੇ ਕੋਈ ਪੱਤੇ ਝੜਦੇ ਉਹਦੇ ਤੋਂ ਵੀ ਖਾਦ ਤਿਆਰ ਹੁੰਦੀ ਹੈ। ਵੀ ਇਹਦੇ ਲਈ ਇਹੀ ਹੈ ਵੀ ਆਪਾਂ ਨੂੰ ਤੁਰਨਾ ਪੈਣਾ। ਮੈਂ ਇਹੀ ਗੱਲ ਕਹੂੰਗਾ, ਸਰਨਾ ਨਹੀਂ, ਵਰਲਡ ਲੈਵਲ ਦੇ ਉੱਤੇ ਸਾਨੂੰ ਇਕੱਠੇ ਹੋਣਾ ਪੈਣਾ ਹੈ। ਮੈਂ ਪੰਜਾਬ ਲੈਵਲ ਦੀ ਗੱਲ ਨਹੀਂ ਕਰਦਾ, ਜਿਵੇਂ ਬਾਹਰ WTO ਹੈ, WHO ਹੈ, ਅਸੀਂ ਇੱਕ WFO ਕਿਉਂ ਨਹੀਂ ਬਣਾਉਂਦੇ, ਵਰਲਡ ਫਾਰਮਰ ਆਰਗੇਨਾਈਜੇਸ਼ਨ ਅਸੀਂ ਬਣਾਈਏ। ਜਿਹੜਾ ਕੋਈ ਬੰਦਾ ਅਮਰੀਕਾ ਬੈਠਾ ਹੈ, ਜਿਹੜੀਆਂ ਚੀਜ਼ਾਂ ਇੰਡੀਆ 'ਚ ਆ ਕੇ ਵਿਕਦੀਆਂ ਨੇ, ਇਟ ਮੀਨਜ਼ ਵਾਈਬਲ ਨੇ, ਕੁਝ ਵੀ ਪੁੱਛਣ ਦੀ ਲੋੜ ਨਹੀਂ। ਇੱਕ ਕੰਟੇਨਰ ਸਾਡਾ ਉੱਥੇ ਚਲੇ ਗਿਆ, ਅਗਲੀ ਵਾਰ ਤੈਨੂੰ ਹੋਰ ਕੀ ਚਾਹੀਦਾ ਸੀ ਉਹ ਵਿੱਚ ਪਾ ਕੇ ਭੇਜ ਦੇ। ਟਰਸਟ ਵੀ ਬਣਾਉਣ ਦੀ ਲੋੜ ਹੈ, ਕਿਉਂਕਿ ਬਿਲਕੁਲ ਚੇਨ ਬਣੇ, ਟਰਸਟ ਬਣੇ। ਕੱਲ੍ਹ ਨੂੰ ਕਿਸੇ ਵੀ ਫੋਰਨ ਦੇ, ਭਾਵੇਂ ਅਮਰੀਕਾ, ਕੈਨੇਡਾ, ਇੱਕ ਜਦੋਂ ਪੰਜਾਬ ਦੀ ਕੋਈ ਸਬਜ਼ੀ ਜਾਵੇ ਤਾਂ ਉਹਨਾਂ ਨੂੰ ਸੋਚਣਾ ਨਾ ਪਵੇ। ਸਾਡੇ ਬੰਦੇ ਬੈਠੇ ਨੇ, ਅਸੀਂ ਹੁਣ ਦੂਏ ਬੰਦੇ ਨਾਲ ਗੱਲ ਕਰਦੇ ਹਾਂ, ਉਹ ਬੰਦੇ ਨਾਲ ਚੀਟ ਕਰਨ ਦਾ ਸਾਨੂੰ 99% ਡਰ ਆ। ਇੱਕ ਬੰਦਾ ਸਾਡੇ ਨਾਲ ਵਾਲੇ ਪਿੰਡ 'ਚੋਂ ਅਮਰੀਕਾ ਬੈਠਾ, ਉਹ ਬਹੁਤ ਕੁਝ ਸੋਚੂਗਾ ਵੀ ਉਹ, ਨਾਲੇ ਉਹਨੂੰ ਵੀ ਲੋੜ ਆ, ਉਹ ਵੀ ਉੱਥੇ ਇੱਕ ਬਿਜ਼ਨਸ ਕਰ ਰਿਹਾ। ਬਾਹਰ ਬੰਦੇ ਠੀਕ ਹੈ ਵੀ ਆਪਣੇ ਬੰਦੇ, ਜੇ ਕੋਈ ਆਪਦਾ ਮਾਰਦਾ ਤਾਂ ਮਾਰ ਕੇ ਸ਼ਾਮੀ ਸਿੱਟਦਾ। ਉਹੀ ਉਹ ਗੱਲ ਕਰਦੇ ਆ ਵੀ ਸਾਨੂੰ ਇੱਕ ਮਿਊਚੁਅਲ ਅਪਰੋਚ ਦੀ ਲੋੜ ਆ। ਹੁਣ ਕੁਆਲਿਟੀ ਫੂਡ ਅਸੀਂ
ਕਿੱਡੇ ਕਿੱਡੇ ਨਗਰ ਕੀਰਤਨ ਬਹੁਤ ਜ਼ਰੂਰੀ ਹੈ, ਡਿਵੈਲਪਮੈਂਟ ਹੋ ਰਹੀ ਹੈ ਵੀ ਪ੍ਰਸਾਰ ਕਰ ਰਹੇ ਹਾਂ, ਪਰ ਮੇਰਾ ਉਹਦੇ 'ਚ ਇੱਕ ਹੋਰ ਵੀ ਹੈ ਮੰਨਣਾ ਵੀ ਜਿੰਨੇ NRI ਭਰਾ ਨੇ, ਤੁਸੀਂ ਸਾਨੂੰ ਸਾਡੇ ਸਿਸਟਮ ਦੇ ਵਿੱਚ ਇੱਕ ਵਾਰ ਸਾਡੀ ਹੈਲਪ ਕਰੋ। ਤੁਸੀਂ ਗੁਰਦੁਆਰੇ ਸਾਂਭੋ, ਅਸੀਂ ਵੈਜੀਟੇਬਲ ਗਰੋ ਕਰਦੇ ਹਾਂ ਵਧੀਆ, ਤੁਸੀਂ ਦਾਨ ਕਰਨਾ ਹੈ, ਸਾਤੋਂ ਵੈਜੀਟੇਬਲ ਗੁਰਦੁਆਰੇ ਭੇਜੋ ਲੈ ਕੇ। ਅਸੀਂ ਇੱਥੇ ਤੋਂ ਤੁਹਾਡੇ ਕੋਲੋਂ ਟਰਾਂਸਪੋਰਟ ਚਾਰਜ ਅਸੀਂ ਦੇਵਾਂਗੇ, ਤੁਹਾਨੂੰ ਕਿੰਨੀ ਤੁਹਾਡੀ ਅਮਾਊਂਟ ਆਈ ਹੈ, ਉਹਦੀ ਕਿੰਨੀ ਸਬਜ਼ੀ ਹੈ, ਉਹਦੀ ਵੀਡੀਓ ਬਣਾਵਾਂਗੇ, ਉੱਥੇ ਫੜਾ ਕੇ ਕੀ ਉਹਦੀ ਵੀਡੀਓ ਬਣਾਵਾਂਗੇ। ਇੱਕ ਤਾਂ ਕੁਆਲਿਟੀ ਫੂਡ ਲੰਗਰਾਂ 'ਚ ਚਲਾ ਗਿਆ, ਫਾਰਮਰ ਦੀ ਮਾਰਕੀਟਿੰਗ ਡਿਵੈਲਪ ਹੋ ਗਈ, ਵੀ ਸਾਨੂੰ ਇੱਕ ਇਦਾਂ ਦੀ ਇਨੋਵੇਸ਼ਨ ਸੋਚ 'ਚ ਆਉਣਾ ਪਊਗਾ। ਬਿਲਕੁਲ ਜਿਵੇਂ ਲੱਗਦਾ ਸੋਚਣਾ ਪੈਣਾ, ਕਿਉਂਕਿ ਜਿਸ ਤਰ੍ਹਾਂ ਤੁਸੀਂ NRI ਦੀ ਗੱਲ ਕੀਤੀ ਆ, ਜਦੋਂ ਇੱਕ ਚੰਗੇ ਪ੍ਰੋਡਕਟ ਦਾ ਕਹਿ ਸਕਦੇ ਟੇਸਟ ਜਦੋਂ ਜੀਭ ਨੂੰ ਲੱਗਦਾ ਤਾਂ ਉਹ ਆਟੋਮੈਟਿਕ ਉਹ ਚੀਜ਼ ਸੋਚਦਾ ਬੰਦਾ, ਚਾਹੇ ਫਿਰ ਉਹ 10 ਰੁਪਏ ਮਹਿੰਗੀ ਕਿਉਂ ਨਾ ਮਿਲੇ। ਬਿਲਕੁਲ ਬਿਲਕੁਲ, ਜਿਵੇਂ ਹੁਣ ਤੁਸੀਂ ਪੋਲੀਓ ਦੀ ਗੱਲ ਕਰੀ ਹੈ, ਅਸੀਂ ਇੱਥੇ ਅੰਦਰ ਪੋਲੀਓ ਅਸੀਂ ਸਪੀਕਰ ਲਾਏ ਹੋਏ ਅੰਦਰ, ਅਸੀਂ ਸ਼ਾਮ ਨੂੰ ਗੁਰਬਾਣੀ ਲਾ ਦਿੰਦੇ ਹਾਂ। ਦੇਖੋ ਇਹ ਇਹਨਾਂ 'ਚ ਚੇਤਨਾ ਹੁੰਦੀ ਆ ਪਲਾਂਟ ਦੇ ਵਿੱਚ ਵੀ। ਇਹ ਹੁਣ ਬਹੁਤ ਬੰਦੇ ਇਹ ਉਹਨੂੰ ਜਦ ਪ੍ਰੋਡਿਊਸ ਨੂੰ ਖਾਂਦੇ, ਉਹ ਕਹਿੰਦੇ ਵੀ ਅਸੀਂ ਬੇਸ਼ੱਕ ਕਲਰਡ ਕੈਪਸਿਕਮ ਬਾਹਰੋਂ ਲੈ ਲੈਂਦੇ ਹਾਂ, ਪਰ ਉਹਦਾ ਜਿਹੜਾ ਟੇਸਟ ਹੈ ਇੱਥੇ ਵਰਗਾ ਕਿਉਂ ਨਹੀਂ ਹੁੰਦਾ। ਇੱਕ ਤਾਂ ਸਾਡੀ ਮਿਹਨਤ ਵੀ ਆ, ਮੈਂ ਮੰਨਦਾ ਸਾਡਾ ਇਨਵਾਇਰਨਮੈਂਟ ਵੀ ਹੈ, ਪਰ ਅਸੀਂ ਕੋਈ ਪੱਖ ਛੱਡਿਆ ਨਹੀਂ ਹੋਇਆ। ਸਾਨੂੰ ਜੇ ਪਤਾ ਲੱਗਿਆ ਵੀ ਇਸ ਚੀਜ਼ ਦੀ ਵੀ ਵੈਲਿਊ ਆ, ਅਸੀਂ ਉਹ ਇਹਨੂੰ ਦਿੱਤੀ ਪਲਾਂਟ ਨੂੰ ਇੱਕ ਐਜ ਏ ਮਿੱਤਰ ਤੁਹਾਨੂੰ ਪਾਲਣਾ ਪੈਂਦਾ। ਤੁਸੀਂ ਉਹਦੇ ਨਾਲ ਗੱਲਾਂ ਕਰਨ ਦੀ ਸਮਰੱਥਾ 'ਚ ਆ ਜਾਂਦੇ ਹੋ ਜੇ ਤੁਸੀਂ ਉਹਦੇ ਨਾਲ ਨਿੱਜੀ ਤੌਰ ਤੇ ਜੁੜ ਜਾਂਦੇ। ਬਿਲਕੁਲ, ਵੀ ਇੱਕ ਕਹਿ ਸਕਦੇ ਆ ਕਿ ਸਬਜ਼ੀ ਦਾ ਬੂਟਾ ਤੁਹਾਡੇ ਨਾਲ ਗੱਲਾਂ ਕਰਦਾ। ਬਿਲਕੁਲ ਬਿਲਕੁਲ, ਜੇ ਕੋਈ ਹਵਾ ਚੰਗੀ ਚੱਲਦੀ ਹੈ ਉਹਦੇ ਨਾਲ ਵੀ ਗੱਲਾਂ ਕਰਦਾ, ਵੀ ਉਹ ਜੀ ਚੀਜ਼ ਮੈਨੂੰ ਫੀਲ ਵੀ ਆਪਾਂ ਕਹਿ ਸਕਦੇ ਆ ਇੱਥੇ ਹੋ ਰਹੀ ਆ। ਦੱਸ ਦਈਏ ਕਿ ਬੜਾ ਸ਼ਾਂਤ ਮਾਹੌਲ ਆ। ਇੱਕ ਸਿਰੇ ਤੋਂ ਚੱਲੇ ਸੀਗੇ ਕਿ ਜਦੋਂ ਬੀਜ ਤਿਆਰ ਹੋ ਰਿਹਾ ਉਸ ਤੋਂ ਬਾਅਦ ਤੁਸੀਂ ਪੂਰਾ ਸਿਸਟਮ ਦੇਖ ਰਹੇ ਹੋ ਕਿ ਸ਼ਾਇਦ ਇਹਨਾਂ ਚੀਜ਼ਾਂ ਵੱਲ ਸਰਕਾਰਾਂ ਨੂੰ ਵੀ ਦੇਖਣ ਦੀ ਲੋੜ ਆ, ਜਿਹੜੇ ਕਿਸਾਨ ਨੇ ਉਹਨਾਂ ਨੂੰ ਵੀ ਵੇਖਣ ਦੀ ਲੋੜ ਆ। ਜੇ ਕਿਸੇ ਕੋਲ 5 ਏਕੜ ਹੈਗੇ ਆ, 2 ਏਕੜ ਹੈਗੇ ਆ, ਉਸ ਤਰ੍ਹਾਂ ਦੀ ਫਸਲ ਜਿਹੜੀ ਉਗਾ ਸਕਦਾ। ਸ਼ਾਇਦ ਜੇਕਰ ਆਪਾਂ ਇਸ ਏਰੀਆ ਦੀ ਗੱਲ ਕਰ ਲਈਏ, ਸਬਜ਼ੀ ਜ਼ਿਆਦਾ ਹੁੰਦੀ ਆ। ਜਲੰਧਰ ਦੀ ਗੱਲ ਕਰ ਲਈਏ, ਉੱਥੇ ਗੰਨਾ ਜ਼ਿਆਦਾ ਹੁੰਦਾ, ਕਿ ਪੰਜਾਬ ਦੀ ਜਿਹੜੇ ਅੰਦਰ ਚੰਗੀ ਚੀਜ਼ ਪ੍ਰੋਡਿਊਸ ਹੁੰਦੀ ਆ ਪੰਜਾਬ 'ਚ ਹੀ ਰਹਿ ਜੇ, ਬਾਕੀ ਐਕਸਪੋਰਟ ਇੰਪੋਰਟ ਬਾਰਡਰ ਖੁੱਲ੍ਹੇ ਸ਼ਾਇਦ ਤਾਂ ਹੋਰ ਕਿਸਾਨਾਂ ਨੂੰ ਫਾਇਦਾ ਹੋ ਜੇ। ਤੁਸੀਂ ਬਾਰਡਰ ਦੀ ਗੱਲ ਕੀਤੀ ਹੈ, ਮੰਨ ਲਓ ਅੱਜ ਐਜੀਟੇਸ਼ਨ ਚੱਲ ਰਿਹਾ, ਅਸੀਂ ਇੱਕ ਬਿੱਲ ਮਾਫੀ ਲਈ ਸੰਘਰਸ਼ ਕਰ ਰਹੇ ਹਾਂ। ਇਹਦੇ ਬਦਲੇ 'ਚ ਜਿਵੇਂ ਹਰ ਪੋਲੀਟੀਸ਼ੀਅਨ ਇਹ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ, ਮੈਂ ਕਹਿੰਦਾ ਵੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਮੋਦੀ ਸਾਹਿਬ ਕੋਲ ਜਾਣ ਵੀ ਸਾਨੂੰ ਇਹਦੇ ਬਦਲਾ ਤੁਸੀਂ ਇਹਨੂੰ ਮਾਫ ਕਰਕੇ ਸਾਨੂੰ ਸਾਡਾ ਲਾਂਘਾ ਖੋਲ੍ਹ ਕੇ ਦਿਓ, ਸਾਨੂੰ 5 ਸਾਲ ਦਾ ਟਾਈਮ ਦਿਓ। 5 ਸਾਲਾਂ ਬਾਅਦ ਅਸੀਂ ਝੋਨਾ ਕਣਕ ਨਹੀਂ ਲਾਵਾਂਗੇ, ਸਾਨੂੰ ਅੱਜ ਲਾਂਘਾ ਖੋਲ੍ਹ ਕੇ ਇੰਪੋਰਟ ਐਕਸਪੋਰਟ ਡਿਊਟੀ ਫ੍ਰੀ ਕਰੋ। 5 ਸਾਲਾਂ ਬਾਅਦ ਅਸੀਂ ਤੁਹਾਨੂੰ ਟੈਕਸ ਵੀ ਦੇਵਾਂਗੇ। ਸਰਕਾਰ ਦੀ ਇਨਕਮ ਵਧੂਗੀ। ਪ੍ਰੋਬਲਮ ਕੀ ਹੈ, ਜਿਹੜੀਆਂ ਚੀਜ਼ਾਂ ਸਾਡੀਆਂ ਸਹੂਲਤਾਂ ਨੇ ਅਸੀਂ ਉਹਨੂੰ ਡਿਵੈਲਪਮੈਂਟ ਦੱਸਿਆ। ਸੜਕ ਬਣਾਉਣੀ ਸਹੂਲਤ ਆ, ਹਸਪੀਟਲ ਬਣਾਉਣੇ ਸਹੂਲਤ ਆ, ਸਕੂਲ ਬਣਾਉਣੇ ਸਹੂਲਤ ਆ। ਡਿਵੈਲਪਮੈਂਟ ਤਾਂ ਉਹ ਹੈ ਵੀ ਇੱਕ ਬੰਦੇ ਨੂੰ 100 ਰੁਪਏ ਦੇ ਦਿੱਤਾ ਤਾਂ 500 ਰੁਪਏ ਕਿਵੇਂ ਬਣਨਾ। ਹੁਣ ਜੇ ਇਸ ਏਰੀਏ ਦੀ ਗੱਲ ਕਰਾਂ, ਇੱਥੇ ਸਾਡੇ 100 ਪਰਿਵਾਰਾਂ ਦੀ ਰੋਟੀ ਚੱਲਦੀ ਆ। ਗੱਡੀਆਂ ਵਾਲੇ ਡਰਾਈਵਰ, ਲੇਬਰ, ਅਸੀਂ 2 ਫੈਮਲੀਆਂ ਜੀ ਤੋਂ ਅਸੀਂ ਸੰਭਾਲ ਲੈਂਦੇ ਹਾਂ। ਉਹ ਵੀ ਇਹ ਇੱਕ ਡਿਵੈਲਪਮੈਂਟ ਆ। ਬਿਲਕੁਲ, ਵੀ ਇਹ ਚੀਜ਼ਾਂ ਚੱਲਦੀ ਹੈ ਤੇ ਜਿਹੜੇ ਰੋਟੀ ਖਾਂਦੇ ਆ ਉਹਨਾਂ ਦੀ ਸਿਹਤ ਵੀ ਬਚਦੀ ਹੈ। ਸਿਹਤ ਵੀ ਬਚਦੀ ਹੈ। ਹੁਣ ਜੇ ਸਾਡੇ ਕਲਰਡ ਕੈਪਸਿਕਮ ਲੱਗੀ ਹੋਈ ਹੈ, ਸਾਡੀ ਲੇਬਰ ਘਰ ਨੂੰ ਲੈ ਕੇ ਜਾਂਦੀ ਆ। ਸਾਡੀ ਲੇਬਰ ਦਾ ਜੇ ਤੁਸੀਂ ਘਰ ਜਾਓਗੇ, ਉਹਨਾਂ ਦੇ ਬਾਥਰੂਮ, ਉਹਨਾਂ ਦਾ ਇਨਫਰਾਸਟ੍ਰਕਚਰ, ਉਹ ਕੋਈ ਇਹ ਨਹੀਂ ਦੇਖਦੇ ਵੀ ਅਸੀਂ ਬਾਥਰੂਮਾਂ ਦੇ ਪੈਸੇ ਲੈਣੇ ਆ। ਉਹ ਬੰਦੇ ਸੋਚ 'ਚ ਵੀ ਡਿਵੈਲਪ ਹੋ ਗਏ ਵੀ ਯਾਰ ਆਪਾਂ ਕਮਾ ਕੇ 3 ਬੰਦੇ ਜਿਹੜੇ ਘਰ ਦੇ ਆਉਂਦੇ ਨੇ 1000 ਰੁਪਏ ਘਰ ਨੂੰ ਲੈ ਕੇ ਜਾਂਦੇ ਨੇ, 30,000 ਰੁਪਏ 5-7 10,000 ਰੁਪਏ ਖਰਚਾ, 20,000 ਰੁਪਏ ਮਹੀਨਾ ਬਚਦਾ, ਬੰਦਾ ਕਿਉਂ ਨਹੀਂ ਡਿਵੈਲਪ ਹੋਊਗਾ। ਵੀ ਸਾਨੂੰ ਇੱਕ ਸਿਸਟਮ ਲਿਆਉਣ ਦੀ ਲੋੜ ਹੈ। ਸਾਡੇ ਕੋਲ ਜਿਵੇਂ ਨਰੇਗਾ ਹੈ ਉਹਨੂੰ ਨਾਲ ਐਡ ਕਰ ਦਿਓ, ਜਿਹੜੀਆਂ ਸਾਡੀਆਂ ਸਬਸਿਡੀਆਂ ਨੇ ਇੰਟਰਸਟ ਫ੍ਰੀ ਲੋਨ ਦੇ ਦਿਓ। ਹੁਣ ਅੱਜ ਦੀ ਡੇਟ ਦੇ ਉੱਤੇ ਤਾਂ ਮੰਨ ਲਓ ਥੋੜਾ ਆਧਾਰ ਕਾਰਡ ਪਾਓ, ਬੰਦੇ ਦੇ ਕਰਜ਼ਾ ਕਿੰਨਾ, ਐਫਡੀਆਂ ਕਿੰਨੀਆਂ ਨਿਕਲਦਾ। ਜਿਵੇਂ 5 ਏਕੜ ਤੋਂ ਛੋਟੇ ਫਾਰਮਰ ਨੇ, ਇਹ ਰਿਜ਼ਰਵ ਕੋਟੇ ਵਾਲੀ ਫਾਰਮਰ ਨੇ, ਤੁਸੀਂ ਉਹਨਾਂ ਨੂੰ ਵੀ ਤੁਹਾਨੂੰ ਅੱਗੇ ਲਿਆਉਣ ਲਈ, ਜੇ ਵੋਟ ਬੈਂਕ ਲਈ ਮੈਂ ਗੱਲ ਕਰਾਂ, ਜੇ ਮੰਨ ਲਓ ਆਪਾਂ ਆਟਾ ਦਾਲ ਸਕੀਮ ਦੀ ਗੱਲ ਕਰਦੇ ਹਾਂ, ਉਹਦੇ ਨਾਲ ਵੋਟ ਬੈਂਕ ਆਉਂਦੀ ਆ, ਮੰਨ ਲੈਂਦੇ ਆਪਾਂ, ਮੁੱਕਰਦੇ ਨਹੀਂ। ਪਰ ਜੇ ਤੁਸੀਂ 5 ਏਕੜ ਤੋਂ ਥੱਲੇ ਵਾਲਾ ਚੰਕ ਚੱਕਦੇ ਹੋ, ਇਹਦੇ 'ਚ ਅਸੀਂ 80% ਬੈਠੇ ਆ। ਤੁਸੀਂ ਸਾਡੇ ਇਸ ਅਦਾਰੇ ਲਈ ਵੀ, ਜਿਹੜਾ ਵਿਚਾਰਾ ਇੱਕ ਰੋਜ਼ ਕਮਾਈ ਕਰਦਾ ਹੈ, ਸਵੇਰ ਤੋਂ ਉੱਠ ਕੇ ਖੇਤ 'ਚ ਆਉਂਦਾ ਹੈ, ਜੇ ਆਪਾਂ ਇਹਦੇ ਲਈ ਵੀ ਕੋਈ ਇਹਦੀ ਬਾਂਹ ਫੜਾਂਗੇ, ਇਹ ਤੁਹਾਨੂੰ ਕਿਉਂ ਨਹੀਂ ਬਿਲਕੁਲ ਮਤਲਬ ਡਿਮਾਂਡ ਦੀ ਲੋੜ ਆ। ਕਿਉਂਕਿ ਅੱਜ ਜੇਕਰ ਕਿਸਾਨੀ ਅੰਦੋਲਨ ਚੱਲਿਆ, ਗਾਣੇ ਵੀ ਬਦਲ ਗਏ, ਜਿਹੜੇ ਲੀਡਰਾਂ ਦੇ ਬਿਆਨ ਵੀ ਬਦਲ ਗਏ, ਤਾਂ ਸ਼ਾਇਦ ਲੋਕਾਂ ਨੂੰ ਇਹ ਚੀਜ਼ ਸੋਚਣੀ ਪੈਣੀ ਆ, ਦਿਮਾਗ ਲਗਾਉਣਾ ਪੈਣਾ ਕਿ ਜੇਕਰ ਕੈਨੇਡਾ 'ਚ ਸਬਜ਼ੀ ਹੁੰਦੀ ਹੈ, ਸਾਡੀ ਧਰਤੀ ਉਦੋਂ ਚੰਗੀ ਹੈਗੀ ਆ, ਅਸੀਂ ਇੱਥੇ ਉਸ ਗੁਣਵੱਤਾ ਦੀ ਸਬਜ਼ੀ ਲਾ ਕੇ ਬਾਹਰ ਵੇਚ ਸਕਦੇ ਹਾਂ, ਸਾਡੇ ਕੋਲ ਇਨਕਮ ਆ ਉਹ ਦੁੱਗਣੀ ਹੋਊਗੀ। ਵੀ ਇਹ ਨਾ ਹੋਵੇ ਵੀ ਕੱਲ੍ਹ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅੰਬਾਨੀ ਅੰਡਾਨੀ ਆ, ਕੱਲ੍ਹ ਨੂੰ ਜ਼ਮੀਨ ਕਿਸਾਨਾਂ ਦੀ ਹੋਵੇ, ਫਸਲ ਤੁਸੀਂ ਬੀਜੋ ਤੇ ਫਾਇਦਾ ਕੋਈ ਦੂਸਰਾ ਲੈ ਜੇ। ਦੇਖੋ ਜਗਵੰਤ, ਜਿਹੜੀ ਤੁਸੀਂ ਗੱਲ ਕਰਦੇ ਹੋ ਅਡਾਨੀ ਅੰਬਾਨੀ, ਉਹ ਵੀ ਇੱਕ ਪਹਿਲਾਂ ਆਪਣਾ ਮੁਆਇਨਾ ਕਰਦੇ ਆ। ਮੈਂ ਹਿਮਾਚਲ ਦੀ ਗੱਲ ਕਰਦਾ, ਉਹਨਾਂ ਨੇ ਦੇਖਿਆ ਵੀ ਕਿੰਨੇ ਏਕੜ ਦੇ ਵਿੱਚ ਬਾਗ ਦੀ ਖੇਤੀ ਹੁੰਦੀ ਹੈ।
ਉਹ ਕਿੰਨੀ ਪ੍ਰੋਡਿਊਸ ਹੁੰਦੀ ਹੈ। ਉਹਦੇ ਲਈ ਉਹਨਾਂ ਨੇ ਆਪਣੀ ਕੋਲਡ ਚੇਨ 75% 80% ਤੇ ਸਰਕਾਰ ਤੋਂ ਸਬਸਿਡੀ ਲੈ ਕੇ 100% ਪੈਸਾ ਲੈ ਕੇ ਆਪਣੀ ਕੋਲਡ ਚੇਨ ਡਿਵੈਲਪ ਕਰ ਲਈ। ਅੱਜ ਉਹਨਾਂ ਨੇ ਪਿਛਲੀ ਵਾਰੀ ਸੇਬ 2 ਸਾਲ ਲੋਕਾਂ ਤੋਂ ਖਰੀਦਿਆ, ਹੁਣ ਐਤਕੀ ਉਹਨਾਂ ਨੇ ਰੇਟ ਘਟਾਤਾ ਉਹਦਾ। ਉਹ ਹੁਣ ਜਿਹੜਾ ਘਟਾਇਆ ਹੋਇਆ ਰੇਟ ਆ, ਫਾਰਮਰ ਕਿੱਥੇ ਲੈ, ਜਿਹੜੀ ਪੈਰੀਸ਼ੇਬਲ ਆਈਟਮ ਆ ਉਹ ਕਿੱਥੇ ਲੈ ਜਾਊ, ਉਹ ਸਿੱਟੂਗਾ, ਉਹ ਦਊਗਾ। ਉਹ ਤੋਂ ਬਾਅਦ ਸਟੋਰ 'ਚ ਚਲੇ ਗਿਆ, ਉਹ 20 ਰੁਪਏ ਖਰੀਦਿਆ ਹੋਇਆ 200 ਰੁਪਏ ਕਿਲੋ, ਉਹਦੀ ਮਰਜ਼ੀ। ਅੱਜ 10 ਮੰਡੀ 'ਚ 10 ਟਰੱਕ ਛੱਡਣੇ ਨੇ, 5 ਛੱਡਣੇ ਨੇ, ਇਹੀ ਕੁਛ ਉਹਨਾਂ ਨੇ ਸਾਡੇ ਨਾਲ ਕਰਨਾ ਹੈ। ਸਰਕਾਰਾਂ ਨੇ ਜੇ ਰਾਜ ਕਰਨਾ ਹੈ ਤਾਂ ਉਹਨਾਂ ਨੂੰ ਜਿਹੜੇ ਇਹ ਕੰਮ ਕਰਨ ਵਾਲੇ ਬੰਦੇ ਨੇ, ਜਿਹੜਾ ਛੋਟਾ ਫਾਰਮਰ ਹੈ 10 ਤੋਂ 15 ਏਕੜ ਵਾਲਾ ਫਾਰਮਰ ਹੈ, ਉਹੀ ਖੇਤ 'ਚ ਕੰਮ ਕਰਦਾ। ਜਿਹਦੇ ਕੋਲ ਵੱਧ ਜ਼ਮੀਨ ਆ ਉਹ ਤਾਂ ਲੀਜ਼ ਤੇ ਦਿੰਦਾ। ਤੁਹਾਨੂੰ ਇਹ 5-4 ਏਕੜ ਵਾਲਾ ਫਾਰਮਰ ਬਚਾਉਣ ਦੇ ਵਾਸਤੇ, ਜਿਹੜਾ ਕਿ ਤੁਸੀਂ ਇੰਨੇ ਡਿਪੈਂਡੈਂਸ ਨਾ ਹੋ ਜੋ ਵੀ ਕੱਲ੍ਹ ਨੂੰ ਜੇ ਮੰਨ ਲਓ ਕੋਈ ਕਰੋਨਾ ਵਰਗੀ ਮਹਾਮਾਰੀ ਆਉਂਦੀ ਹੈ, ਇਹ ਲੋਕਾਂ ਦੇ ਕੋਲ ਰਹਿਮ ਨਹੀਂ ਹੈ, ਇਹ ਲੋਕਾਂ ਨੂੰ ਬਹੁਤ ਤੰਗ ਕਰਨਗੇ। ਅਸੀਂ ਸਬਜ਼ੀ ਦਿੱਤੀ ਹੈ, ਅਸੀਂ ਕੀ ਵੱਟਿਆ, ਸਾਡੀ 150 ਰੁਪਏ ਕਿਲੋ ਵਾਲੀ ਕੈਪਸੀਕਮ ਅਸੀਂ 40-50 ਰੁਪਏ ਕਿਲੋ ਲੋਕਾਂ ਨੂੰ ਖਵਾਤੀ। ਸਾਨੂੰ ਪਤਾ ਹੀ ਖਰਾਬ ਹੋਣਾ ਕਿਸੇ ਦੇ ਮੂੰਹ 'ਚ ਪੈ ਜੇ। ਉਹਨਾਂ ਦੇ ਕੋਲ ਦਰਦ ਨਹੀਂ ਹੈ, ਉਹਨਾਂ ਨੇ ਤਾਂ ਉਹਨੇ ਨੂੰ ਦੇਣੀ ਆ। ਵੀ ਜਿਹੜੇ ਲੋਕ ਖਾਣੇ ਵਾਲੇ ਵੀ ਨੇ ਉਹ ਵੀ ਕਿਸਾਨਾਂ ਦੇ ਨਾਲ ਜੁੜਨ, ਇੱਕ ਮਿਊਚੁਅਲ ਅਪਰੋਚ ਦੀ ਲੋੜ ਹੈ। ਅਸੀਂ ਤੁਹਾਡੇ ਲਈ ਹੀ ਬੈਠੇ ਹਾਂ ਉਰੇ। ਤਾਂ ਅਸੀਂ ਅਪੀਲ ਵੀ ਇਹੀ ਕਰਾਂਗੇ, ਜਿਹੜੇ ਕਿਸਾਨ ਸਾਨੂੰ ਦੇਖ ਰਹੇ ਆ, ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਰਹੇ ਆ, ਵੀ ਇੱਕ ਅੰਡਰਸਟੈਂਡਿੰਗ ਦੀ ਲੋੜ ਆ। ਵੀ ਬੇਸ਼ੱਕ ਪਿੰਡ ਹੈਗਾ, ਭਾਈਚਾਰਕ ਸਾਂਝ ਹੈਗੀ ਆ, ਪੂਰੀ ਇੱਕ ਚੇਨ ਬਣਾਈ ਜਾ ਸਕਦੀ ਹੈ, ਤਾਂ ਪਿੰਡਾਂ ਦੀਆਂ ਜਿਹੜੀਆਂ ਸੁਸਾਇਟੀਆਂ ਹੈਗੀਆਂ ਉਸ ਨੂੰ ਕਿੱਦਾਂ ਅਪਲਿਫਟ ਕੀਤਾ ਜਾ ਸਕਦਾ। ਬਹੁਤ ਚੀਜ਼ਾਂ ਹੈਗੀਆਂ, ਪਰ ਸੋਚਣ ਦੀ ਲੋੜ ਆ, ਅੱਗੇ ਵਧਣ ਦੀ ਲੋੜ ਆ। ਤਾਂ ਹੋਰ ਵੀ ਜਿਹੜੇ ਤੁਹਾਡੇ ਪ੍ਰੋਜੈਕਟ ਆ ਇੱਧਰ ਵੀ ਦੇਖਾਂਗੇ, ਕਿਉਂਕਿ ਜਿੰਨਾ ਲੋਕ ਵੇਖਣਗੇ, ਸ਼ਾਇਦ ਆਪਾਂ ਕਹਿੰਦੇ ਵੀ 10 ਲੋਕਾਂ ਤੇ ਵੀ ਅਸਰ ਹੋ ਗਿਆ ਤਾਂ ਆਪਣੀ ਇਹ ਵੀਡੀਓ ਬਣਾਈ ਸਫਲ ਆ ਪੂਰੀ। ਬਿਲਕੁਲ ਜਗਵੰਤ ਜੀ, ਜਿਹੜੀ ਤੁਸੀਂ ਗੱਲ ਕਰਦੇ ਹੋ, ਕੁਝ ਵੀ ਜਿਹੜੀ ਐਕਸਪੋਜ਼ਰ ਵਿਜ਼ਿਟ ਹੈ ਉਹ ਬਹੁਤ ਕੁਝ ਬਦਲ ਦਿੰਦੀ ਹੈ। ਜੇ ਅਸੀਂ ਵੀ ਕਿਤੇ ਜਾ ਕੇ ਇਹ ਚੀਜ਼ ਨੂੰ ਵੇਖਿਆ ਤਾਂ ਬੇਸ਼ੱਕ ਆ ਕੇ ਸ਼ੁਰੂਆਤ ਦੇ ਵਿੱਚ ਬਹੁਤ ਛੋਟੇ ਏਰੀਆ ਤੋਂ ਸ਼ੁਰੂ ਕੀਤਾ, ਤੇ ਲੇਕਿਨ ਉਹ ਤੋਂ ਬਾਅਦ ਹੌਲੀ ਹੌਲੀ ਸਿੱਖਦੇ ਇਹਨੂੰ ਹੋਰ ਅੱਗੇ ਤੱਕ ਲੈ ਕੇ ਗਏ। ਇਹਦੇ 'ਚ ਜਿਵੇਂ ਆਪਾਂ ਖੜੇ ਆ, ਇਹ 20 ਟਨ ਦਾ ਕੋਲਡ ਰੂਮ ਆ। ਇਹ ਮੈਂ ਦੱਸ ਰਿਹਾ ਵੀ ਇਹ ਉਹਦੇ ਨਾਲ 3 ਟਨ ਦਾ ਪ੍ਰੀ ਕੂਲਿੰਗ ਆ। ਹੁੰਦਾ ਕੀ ਹੈ, ਆਪਾਂ ਤੇ ਜਦੋਂ ਇੱਕ ਪ੍ਰੋਡਿਊਸ ਤੋੜਦੇ ਆਪਾਂ, ਉਹ ਤੋੜਨ ਤੋਂ ਉਪਰੰਤ ਇੱਕ ਕੰਟਰੋਲ ਟੈਂਪਰੇਚਰ 'ਚ ਆਉਣੀ ਚਾਹੀਦੀ ਆ। ਉਹ 7 ਤੋਂ 8 ਘੰਟੇ ਉਹ ਟੈਂਪਰੇਚਰ 'ਤੇ ਉਹਨੂੰ ਰੱਖ ਕੇ ਉਹਨੂੰ ਪ੍ਰੀ ਕੂਲ ਕੀਤਾ ਜਾਂਦਾ ਹੈ। ਉਹਦੀ ਜਿਹੜੀ ਸ਼ੈਲਫ ਲਾਈਫ ਹੈ 2 ਵੀਕ ਦੀ ਬਣ ਜਾਂਦੀ ਹੈ। ਉਹਨੂੰ 12 ਤੋਂ 14 ਡਿਗਰੀ ਤੇ, ਜਿਵੇਂ ਕੋਲਡ ਰੂਮ ਹੈ ਇਹਦਾ 12 ਤੋਂ 14 ਡਿਗਰੀ ਟੈਂਪਰੇਚਰ ਹੁੰਦਾ, ਫਿਰ ਅਸੀਂ ਇਹਨੂੰ ਰੱਖ ਸਕਦੇ ਹਾਂ। ਇਹ ਤੋਂ ਉਪਰੰਤ ਉਹਨੂੰ ਪਹੁੰਚਾਉਣ ਦੇ ਖਾਤਰ ਸਰਦੀਆਂ ਦੇ ਵਿੱਚ ਤਾਂ ਟੈਂਪਰੇਚਰ ਠੀਕ ਹੁੰਦਾ, ਗਰਮੀਆਂ ਦੇ ਵਿੱਚ ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ, ਪ੍ਰੀ ਕੂਲ ਕੀਤੀ ਹੋਈ ਚੀਜ਼ ਵੱਧ ਟੈਂਪਰੇਚਰ 'ਚ ਬਚਦੀ ਨਹੀਂ। ਉਹਦੇ ਲਈ ਸਾਨੂੰ ਕੋਲਡ ਚੇਨ ਦੀ ਲੋੜ ਪੈਂਦੀ ਹੈ। ਜਿਹੜਾ ਤੁਹਾਡੀ ਫ੍ਰਿਜ ਦਾ ਥੱਲੇ ਵਾਲੇ ਖਾਨੇ ਦਾ ਟੈਂਪਰੇਚਰ ਹੈ, ਸਾਡੇ ਕੋਲਡ ਰੂਮ ਦਾ ਟੈਂਪਰੇਚਰ ਸੇਮ ਆ। ਤੁਸੀਂ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਉਹ ਇਹ ਨਹੀਂ ਵੀ ਇੱਥੇ ਲਿਖਤਾ ਇੱਥੇ ਆਰਗੈਨਿਕ ਸਬਜ਼ੀਆਂ ਮਿਲਦੀਆਂ ਨੇ, ਮੰਡੀ 'ਚੋਂ ਚੱਕ ਲਈਆਂ, 1-2 ਫਾਰਮਰਾਂ ਤੋਂ ਲੈ ਲਈਆਂ। ਕੁਝ ਫਾਰਮਰ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ, ਕੁਝ ਜ਼ਿਆਦਾਤਰ ਲੋਕ ਜਿਹੜੇ ਮਾਰਕੀਟ ਤੌਰ 'ਤੇ ਦਿਮਾਗੀ ਤੌਰ 'ਤੇ ਡਿਵੈਲਪ ਨੇ, ਉਹ ਵਿਚਾਰੇ ਫਾਰਮਰਾਂ ਤੋਂ ਲੈ ਕੇ ਹੀ ਚੀਜ਼ਾਂ ਨੂੰ ਉਹ ਸਜਾ ਕੇ ਦੇ ਰਹੇ ਨੇ। ਠੀਕ ਹੈ, ਇੱਕ ਗੱਲ ਤਾਂ ਚੱਲੀ, ਪਰ ਜਿਹੜਾ ਉਰੇ ਸਿਸਟਮ ਡਿਵੈਲਪ ਹੋਊਗਾ ਉਹ ਪੂਰਾ ਜੈਨੂਅਨ ਤਰੀਕੇ ਨਾਲ, ਜੋ ਅਸੀਂ ਬਾਹਰ ਦੇਖਦੇ ਹਾਂ, ਅਸੀਂ ਉਹਦੇ ਪੈਰਲਲ ਨਾਲ ਉਹਨਾਂ 'ਚੋਂ ਵੀ ਜਿਹੜੀਆਂ ਕਮੀਆਂ ਨੇ ਉਹ ਵੀ ਕੱਢ ਕੇ ਲੈ ਕੇ ਆਵਾਂਗੇ। ਵੀ ਉਹਦੇ ਲਈ ਸਾਡੀ ਬਹੁਤ ਮਿਹਨਤ ਲੱਗੀ ਹੈ। ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਇਹਨੂੰ ਜਲਦੀ ਤਾਂ ਕਹਿ ਸਕਦੇ ਵੀ ਇਹ ਪੂਰਾ ਕੋਲਡ ਸਟੋਰ ਹੈਗਾ। ਇਹਦੇ ਤੇ ਵੀ ਕੋਈ ਸਬਸਿਡੀ ਵਗੈਰਾ, ਕਿਉਂਕਿ ਆਮ ਜਦੋਂ ਕਿਸਾਨ ਸੋਚਦਾ, ਜਦੋਂ ਸ਼ਾਇਦ ਇਹ ਵੀਡੀਓ ਵੀ ਦੇਖ ਰਿਹਾ ਹੋਵੇਗਾ, ਤਾਂ ਉਹਨੂੰ ਇਹ ਲੱਗੂਗਾ ਵੀ ਕੋਲਡ ਸਟੋਰ ਇੱਕ ਦਿਮਾਗ 'ਚ ਕਰੋੜਾਂ ਦਾ ਬਜਟ। ਬਿਲਕੁਲ ਤਾਂ ਇਹ ਚੀਜ਼ਾਂ ਫਿਰ ਕਿਵੇਂ ਸੰਭਵ ਹੋਊਗਾ? ਇਹਦੇ ਕੋਈ ਸਬਸਿਡੀ ਵਗੈਰਾ ਜਾਂ ਪੂਰੀ ਮਸ਼ੀਨਰੀ ਹੈਗੀ ਆ? ਇੱਕ ਪੋਲੀ ਹਾਊਸ ਬੰਦਾ ਲਗਾ ਲਓ। ਇਹਦੇ ਤੇ ਇਹ ਇੱਕ ਸੁਸਾਇਟੀ ਨੈਟਵਰਕ ਆ। ਇਹਦੇ ਲਈ ਜਿਹੜੀ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਮੈਨੂੰ, ਵੀ ਜੇ ਅਸੀਂ ਐਗਰੀਕਲਚਰ ਦੀ ਗੱਲ ਕਰਦੇ ਹਾਂ, ਓਪਨ ਫੀਲਡ ਦੀ, ਉਹਦੇ ਲਈ ਕਿਸੇ ਸੁਸਾਇਟੀ ਨੇ ਸੰਦ ਲੈਣੇ ਨੇ, ਸਰਕਾਰ 80% ਸਬਸਿਡੀ ਦਿੰਦੀ ਆ। ਜੇ ਅਸੀਂ ਕੋਈ ਆਪਣੀ ਸੁਸਾਇਟੀ ਲਈ ਕਹਿੰਦੇ ਵੀ ਅਸੀਂ ਕੋਈ ਰਲ ਕੇ ਇੱਕ ਸਿਸਟਮ ਕੋਲਡ ਰੈਫਰੀਜਰੇਟਡ ਵੈਨ ਲੈਣੀ ਹੈ, ਉਹ ਕਹਿੰਦੇ ਵੀ ਨਹੀਂ, ਤੁਸੀਂ 35% ਮਿਲਣੀ ਹੈ, ਚਾਹੇ ਸੁਸਾਇਟੀ 'ਚ ਲੈ ਲਓ ਚਾਹੇ ਇਕੱਲਾ ਜਾਣਾ ਲੈ ਲਓ। ਅਸੀਂ 30 ਜਣੇ ਲਈਏ ਤਾਂ 30 ਜਗ੍ਹਾ 35%, 6.5 ਲੱਖ, 2 ਕਰੋੜ ਰੁਪਈਆ 30 ਜਣਾਂ ਨੂੰ ਦੇਣ ਨੂੰ ਸਰਕਾਰ ਐਗਰੀ ਹੈ, ਸਰਕਾਰ ਦੀ ਪਾਲਿਸੀ। ਜੇ ਅਸੀਂ 30 ਜਣੇ ਰਲ ਕੇ ਮੰਗਦੇ ਹਾਂ ਵੀ ਸਾਨੂੰ ਇੱਕ ਦੇ ਦਿਓ, ਉੱਥੇ ਕਹਿੰਦੇ ਵੀ ਇਹ ਸਾਡੀ ਪਾਲਿਸੀ 'ਚ ਨਹੀਂ ਹੈ। ਜਿਹੜਾ ਸਾਡਾ ਪਹਿਲਾ ਸਟਰਕਚਰ ਬਣ ਗਿਆ, ਮੈਂ ਪੋਲੀ ਹਾਊਸ ਦੀ ਗੱਲ ਕਰਦਾ, ਜਦੋਂ ਇਹ ਪਾਲਿਸੀ ਬਣੀ ਉਦੋਂ 40 ਰੁਪਏ ਪਾਈਪ ਦਾ ਰੇਟ ਸੀ, ਉਦੋਂ 937 ਰੁਪਏ ਪਰ ਸਕੁਅਰ ਮੀਟਰ ਕਾਸਟ 'ਤੇ ਖਰਚਾ ਸੀਗਾ। ਬਾਅਦ ਦੇ ਵਿੱਚ ਇੱਕ ਡਿਪਾਰਟਮੈਂਟ ਵੱਲੋਂ ਉਹਨੂੰ ਵਧਾਉਣਾ ਦਾ ਕਿ ਉਹਨੂੰ ਘਟਾ ਕੇ 844 ਰੁਪਏ ਕਰਤਾ। ਇੱਕ ਬੰਦਾ ਕਹਿੰਦਾ ਜੀ ਇੰਨੇ ਪੈਸੇ ਨਹੀਂ ਲੱਗਦੇ, ਉਹਨੇ ਉਲਟਾ ਉਹਨੂੰ ਘਟਾਇਆ। ਹੁਣ ਅੱਜ 105 ਰੁਪਏ ਪਾਈਪ ਦਾ ਰੇਟ ਆ। ਜਿਹੜਾ ਬੰਦਾ ਲਾਉਣੇ ਵਾਲਾ ਵੀ ਹੈ ਉਹ ਪੱਲਿਓਂ ਪਾ ਕੇ ਥੋੜ੍ਹਾ ਲਾਊਗਾ। ਬਿਲਕੁਲ। ਸਾਨੂੰ ਇਹ ਫੇਲ ਹੋਣ ਦਾ ਕਾਰਨ, ਸਾਨੂੰ ਸਾਰਾ ਕੁਝ ਸਾਡਾ ਓਵਰਹਾਲ, ਸਾਡਾ ਸਾਰੇ ਸਿਸਟਮ ਰਿਵਾਈਜ਼ ਕਰਨ ਦੀ ਲੋੜ ਹੈ, ਸਾਨੂੰ ਬੈਠਣ ਦੀ ਲੋੜ ਆ, ਨੀਤੀਆਂ ਬਣਾਉਣ ਦੀ ਲੋੜ ਆ। ਜਿਵੇਂ ਤੁਸੀਂ ਪਾਈਪ ਦੀ ਗੱਲ ਕੀਤੀ ਹੈ,
ਪਾਈਪ ਦਾ ਰੇਟ ਜਿਹੜਾ ਉੱਪਰ ਪਲਾਸਟਿਕ ਸ਼ੀਟ ਕਹਿੰਦੇ ਪੂਰਾ ਸਾਰੀਆਂ ਦਾ ਘੱਟੋ ਕਹਿ ਸਕਦੇ ਈਵਨ ਡਬਲ ਹੋ ਕਿ ਗਿਆ। ਟਰਾਂਸਪੋਰਟ ਤੱਕ ਵੀ ਸੋਚਣਾ ਪੈਣਾ ਕਿ ਜਦੋਂ ਇੱਕ ਕਿਸਾਨ ਆਪਣੇ ਖੇਤ 'ਚ ਕੋਈ ਚੀਜ਼ ਸਟੋਰ ਕਰਦਾ, ਕੋਲਡ ਸਟੋਰ ਦੀ ਜ਼ਰੂਰਤ ਹੈ, ਪੂਰੇ ਖਰਚੇ ਪਾਉਣ ਦੀ ਜ਼ਰੂਰਤ ਹੈ। ਬਿਲਕੁਲ ਵੀ ਇਹਦੇ ਲਈ ਇਹੀ ਹੈ ਵੀ ਜਦੋਂ ਅਸੀਂ ਚਾਹੁੰਦੇ ਹਾਂ ਵੀ ਇੱਕ ਇਸ ਉੱਤੇ ਪਾਲਿਸੀ ਬਣੇ, ਇੱਕ ਜਗ੍ਹਾ ਪਹਿਲਾਂ ਜਿਵੇਂ ਆਹੀ ਸੈਂਟਰ ਆਪਣਾ, ਇਹਦੇ 'ਚ ਟ੍ਰੇਨਿੰਗ ਤੋਂ ਲੈ ਕੇ ਮਾਰਕੀਟਿੰਗ ਤੱਕ ਦਾ ਨੈਟਵਰਕ ਬਣ ਗਿਆ। ਉੱਥੇ ਕਿੰਨਾ ਏਰੀਆ ਹੈ, ਅੱਜ ਤੇ ਇਨਵੈਸਟਮੈਂਟ ਕੀ ਆਉਂਦੀ ਹੈ, ਕਲਾਸਰੂਮ ਤੇ ਕੀ ਆਉਂਦੀ ਹੈ, ਇੱਕ ਮਾਡਲ ਬਣੇ। ਇਹੀ ਬਲਾਕ ਲੈਵਲ ਤੇ ਬਣਾ ਦਿਓ। ਹੁਣ ਸਾਡੇ ਕੋਲ ਸੈਂਟਰ ਆਫ ਐਕਸੀਲੈਂਸ ਕਰਤਾਰਪੁਰਾ, ਕਿਹੜੇ ਫਾਰਮਰ ਕੋਲ ਟਾਈਮ ਹੈ ਵੀ ਇੱਥੋਂ ਕਰਤਾਰਪੁਰ ਕਲਾਸ ਲਾਉਣ ਚੱਲ ਜੇ? ਜੇ ਵਿਚਾਰਾ ਚਲੇ ਵੀ ਗਿਆ, ਉਹਨੂੰ ਮੁੜ ਕੇ ਆਉਣ ਦਾ ਪਹਿਲਾਂ ਫਿਰ ਜੇ ਜਾਊ ਗੱਡੀ 'ਚ ਜਾਊਗਾ ਤਾਂ ਉਹਦਾ 1000 ਰੁਪਏ ਦਾ ਤੇਲ ਲੱਗੂਗਾ। ਔਰ ਕਿਹਦੇ ਕੋਲ ਇੰਨਾ ਸਮਾਂ ਵੀ ਉੱਥੇ ਜਾ ਕੇ ਇੱਕ ਰੋਜ਼ ਜਾਊਗਾ? ਸਾਨੂੰ ਬਲਾਕ ਲੈਵਲ ਦੇ ਉੱਤੇ ਇਸ ਚੀਜ਼ ਲਈ ਸਾਨੂੰ ਆਨਲਾਈਨ ਵੀ ਸਭ ਕੁਝ ਕੀਤਾ ਜਾ ਸਕਦਾ ਕਿ ਆਨਲਾਈਨ ਛੱਤਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਟੈਲੀਵਿਜ਼ਨ ਲੱਗ ਸਕਦੇ ਆ, LED ਲੱਗ ਸਕਦੀਆਂ, ਉਹਦੇ ਵਿੱਚ ਆਨਲਾਈਨ ਪੂਰੀਆਂ ਕਲਾਸਾਂ ਅਟੈਂਡ ਕਰ ਸਕਦੇ ਆ। ਇਹ तमाम ਚੀਜ਼ਾਂ ਸੋਚਣੀਆਂ ਪੈਣੀਆਂ, ਸੋਚੇ ਤੋਂ ਹੀ ਹੋਣਗੀਆਂ। ਤਾਂ ਅੱਗੇ ਵੀ ਜਿਹੜਾ ਕਹਿ ਸਕਦੇ ਹਾਂ ਕਿ ਅਖੀਰਲਾ ਪੜਾਅ ਉਹ ਅਸੀਂ ਜ਼ਰੂਰ ਵੇਖਾਂਗੇ ਤੁਹਾਡਾ ਵੀ ਇੱਕ ਦੇਖ ਰਹੇ ਹਾਂ ਕਿ ਪੂਰਾ ਤੁਸੀਂ ਜਿਹੜਾ ਇਜਾਰਾ ਉਹ ਪੈਸਟੀਸਾਈਡ ਹੈ ਜਿਹੜਾ ਉੱਪਰ ਲਿਖਿਆ ਹੋਇਆ ਹੈ, ਉਹ ਖਾਦਾਂ ਦੀ ਹੈਗੀ ਸਾਰੀ ਜੀ। ਤੇ ਬੇਸਿਕਲੀ ਜਿਵੇਂ ਦੂਜੀਆਂ ਹੈਗੀਆਂ ਸਾਰੀਆਂ ਆਪਣੀਆਂ ਇਨਪੁਟਸ ਦੀਆਂ ਗੱਲਾਂ, ਉਹਨਾਂ ਲਈ ਜਿਹੜੇ ਸਟੋਰ ਨੇ ਸਾਡੇ ਉਹ ਇਸ ਸਾਈਡ ਤੇ ਆ ਜਾਂਦੇ ਨੇ ਵੱਡੇ, ਵੀ ਜਿਹੜੇ ਲੋਕਲ ਓਪਨ ਏਰੀਆ ਲਈ ਮੰਨ ਲਓ ਇੱਕ ਬਹੁਤ ਸਾਰੀਆਂ ਖਾਦਾਂ ਨੇ, ਜਿਵੇਂ ਆਲੂ 'ਚ ਪੈਂਦੀਆਂ ਨੇ, ਗੰਨੇ 'ਚ, ਕਣਕ 'ਚ, ਝੋਨੇ 'ਚ, ਉਹਨਾਂ ਦਾ ਇਹ ਸਾਰਾ ਵਿੰਗ ਹੈ। ਵੈਜੀਟੇਬਲ ਦਾ ਉੱਧਰ ਹੈਗਾ, ਤੇ ਉਹਦੇ ਲਈ ਅਸੀਂ ਸਾਰਾ ਇਹ ਇਨਫਰਾਸਟ੍ਰਕਚਰ ਬਣਾਇਆ ਹੈ, ਜਿਹਦੇ 'ਚ ਅਸੀਂ ਚਾਹੁੰਦੇ ਹਾਂ ਵੀ ਹੌਲੀ ਹੌਲੀ ਇਹਨੂੰ ਇੱਥੇ ਇੱਕ ਬਰਾਂਡਾ ਬਣਾਈਏ। ਕਿ ਬਰਸਾਤ ਆ ਜਾਂਦੀ ਆ, ਕਈ ਵਾਰੀ ਕੋਈ ਵੈਜੀਟੇਬਲ ਫਾਰਮਰ ਛੱਡਣ ਆਉਂਦਾ ਜਾਂ ਕੋਈ ਖਾਦ ਲੈਣ ਆਉਂਦਾ, ਵੀ ਉਹਦੇ ਖੜ੍ਹਨ ਲਈ ਅਸੀਂ ਹੌਲੀ ਹੌਲੀ ਕਰਕੇ ਇਹਨੂੰ ਡਿਵੈਲਪ ਕਰ ਰਹੇ ਹਾਂ ਤਾਂ ਜੋ ਇਹ ਇੱਕ ਸਮੂਥਲੀ ਸਾਰਾ ਕੁਝ ਰਨ ਕਰੇ। ਜਿਵੇਂ ਅਸੀਂ ਦੇਖ ਰਹੇ ਕਿ ਜ਼ਾਰਾ ਜਿਹੜੀ ਹੈ ਬ੍ਰਾਂਡ, ਉਹਨਾਂ ਦੀ ਯੂਰੀਆ, ਯਾਰਾ ਦਾ ਯੂਰੀਆ ਤੇ ਹੋਰ ਜਿਹੜੀਆਂ ਇਹ ਆਪਣੇ ਹੈਗੀਆਂ ਆਹ ਇੰਪੋਰਟ ਦੀਆਂ ਜਿੰਨੀਆਂ ਫਰਟੀਲਾਈਜ਼ਰ ਨੇ, ਇਹ ਸਾਰਾ ਉਹਨਾਂ ਦਾ ਹੈਗਾ ਵਿੱਚ। ਇੱਥੇ ਕੰਟੇਨਰ 'ਚ ਜਿਹੜੇ ਬਾਹਰੋਂ ਆਉਂਦੇ ਆ, ਇਹ ਸਾਰੇ ਇੱਥੇ ਆਉਂਦੇ ਆ। ਤਾਂ ਫਿਰ ਕਿਸਾਨ ਫਿਰ ਪੂਰੀ ਤਰਜੀਹ ਦਿੰਦੇ ਆ ਵੀ ਇੱਥੇ ਜਦੋਂ ਆਪਣੇ ਬੇਸ਼ੱਕ ਉਹਨੇ ਆਮ ਕਣਕ ਹੀ ਬੀਜਣੀ ਹੈਗੀ, ਝੋਨੇ ਬੀਜਣਾ, ਜਦੋਂ ਇਹ ਚੀਜ਼ ਲੈ ਕੇ ਜਾਂਦੇ ਆ ਉਹ ਵੀ ਸੋਚਦੇ ਹੋਣਗੇ ਇੱਕ ਟਾਈਮ ਵੀ ਤੁਹਾਡੇ ਤੋਂ ਇਹ ਚੀਜ਼ ਲੈ ਕੇ ਗਏ ਸੀਗੇ, ਕਿਉਂ ਨਾ ਵੀ ਅਸੀਂ ਵੀ ਕਹਿੰਦਾ ਪੋਲੀ ਹਾਊਸ ਟਾਈਪ ਕੋਈ ਪ੍ਰੋਜੈਕਟ ਸ਼ੁਰੂ ਕਰੀਏ। ਜਗਵੰਤ, ਸ਼ੁਰੂਆਤ ਦੇ ਵਿੱਚ ਸਾਰੇ ਬੰਦੇ ਉੱਥੇ ਹੀ ਖੜੇ ਹੁੰਦੇ ਆ। ਉਹ ਬੰਦਾ ਮੋਟਿਵ ਕਿਉਂ ਹੁੰਦਾ, ਉਰੇ ਆ ਗਿਆ ਵੀ ਮੈਂ ਹੁਣ ਇਹਦੇ ਵਿੱਚ ਕੀ ਲਾਵਾਂ, ਜਾਂ ਮੈਂ ਝੋਨੇ ਕਣਕ ਨੂੰ ਛੱਡ ਕੇ ਆਲੂ ਵਾਲੇ ਪਾਸੇ ਆਵਾਂ। ਹੁਣ ਮੈਂ ਇਹਦੇ ਡਿਸਟ੍ਰੀਬਿਊਸ਼ਨ ਦੀ ਗੱਲ ਕਰਦਾ, ਐਗਰੀਕਲਚਰ ਦੇ ਇਨਪੁਟਸ ਦੀ। ਜੇ ਸਾਡੇ ਪਿੰਡ ਮੁਸ਼ਕਾਬਾਦ ਦੇ ਵਿੱਚ ਕਿਸੇ ਬੰਦੇ ਨੇ ਸ਼ਹਿਰ ਤੋਂ ਯੂਰੀਆ ਲੈਣ ਜਾਣਾ ਤਾਂ ਪਹਿਲਾਂ ਮੋਟਰਸਾਈਕਲ ਤੇ ਜਾਊਗਾ, ਜਾ ਕੇ ਉੱਥੇ 50 ਰੁਪਏ ਦਾ ਤੇਲ ਫੂਕ ਕੇ ਪੈਸੇ ਫੜਾ ਕੇ ਆਊਗਾ। ਫਿਰ ਉੱਥੋਂ 30 ਰੁਪਏ ਬੈਗ ਦੇ ਹਿਸਾਬ ਨਾਲ ਉਹਦੇ ਘਰ ਪਹੁੰਚੂਗਾ। ਫਿਰ ਉੱਥੋਂ 3 ਕਿਲੋਮੀਟਰ ਲਈ ਉਹ ਟਰੈਕਟਰ ਤੇ ਲੱਦੂਗਾ। ਫਿਰ ਉਹ ਇੱਥੇ ਆ ਕੇ ਫਿਰ ਛੱਡ ਕੇ ਗਿਆ, ਉਹਦੇ ਤੇ 70 ਰੁਪਏ ਬੈਗ ਖਰਚਾ ਪੈ ਜਾਂਦਾ ਬਿਲਕੁਲ ਇੱਕ ਬੈਗ ਦੇ ਉੱਤੇ, ਜੇ ਅਸੀਂ ਕੋਸਟ ਨੂੰ ਮੇਜਰ ਕਰਦੇ ਹਾਂ। ਇੱਥੇ ਤੋਂ ਅਸੀਂ 20 ਰੁਪਏ ਲੈ ਕੇ, ਸਾਡੇ ਕੋਲ ਛੋਟੇ ਵਹੀਕਲ ਰੱਖੇ ਨੇ, ਉਹ ਬੰਦਿਆਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ, ਉਹ 20 ਰੁਪਏ ਦੇ ਵਿੱਚ ਬੰਦੇ ਦੇ ਖੇਚ ਛੱਡੇ ਹੁੰਦੇ ਨੇ। ਵੀ ਇਹ ਤੁਸੀਂ ਜਿਹੜਾ ਐਮਾਜ਼ੋਨ ਮਾਡਲ ਆ, ਚਾਹੇ ਉਹ ਸਬਜ਼ੀਆਂ 'ਚ ਚਾਹੇ ਇਧਰਲੇ ਪਾਸੇ ਆ, ਇਹ ਸਾਨੂੰ ਸਮੇਂ ਮੁਤਾਬਕ ਬਦਲਣਾ ਪੈਣਾ। ਜਿਵੇਂ ਵਰਲਡ ਬਦਲ ਰਿਹਾ ਹੈ, ਅਸੀਂ ਉਹ ਤੋਂ ਇਗਨੋਰ ਨਹੀਂ ਕਰ ਸਕਦੇ। ਸਾਨੂੰ ਜਿਹੋ ਜਿਹਾ ਸਾਡਾ ਸਿਸਟਮ ਹੈ ਉਹਨੂੰ ਉਹਦੇ ਮੁਤਾਬਕ ਢਾਲਣਾ ਪੈਣਾ। ਜੇ ਅਸੀਂ ਢਾਲਾਂਗੇ, ਸਮੇਂ ਦੇ ਹਾਣੀ ਬਣਾਂਗੇ, ਤਾਂ ਸਾਡੀ ਅੱਗੇ ਜਾ ਕੇ ਉਪਜੀਵਕਾ ਚੱਲਣੀ ਹੈ। ਜਿਹੜਾ ਮੂਰੇ ਸਮਾਂ ਹੈ ਉਹ ਜ਼ੋਰ ਦਾ ਨਹੀਂ, ਹੁਣ ਦਿਮਾਗ ਦਾ ਸਮਾਂ ਹੈ ਵੀ ਸਾਨੂੰ ਹਾਰਡ ਵਰਕ ਨਹੀਂ, ਸਮਾਰਟ ਵਰਕ ਚਾਹੀਦਾ ਜੀ। ਤਾਂ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਸਟਾਰਟਿੰਗ ਦੇ ਵਿੱਚ ਇੱਥੇ ਫਿਰ ਡਰਾਈਵ ਥਰੂ ਵਗੈਰਾ ਪੂਰਾ ਉਹ ਪ੍ਰੋਜੈਕਟ ਸੋਚਿਆ ਹੈ ਤੁਸੀਂ? ਹਾਂ, ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ PC ਪੈਣੇ ਵਾਲੀ ਹੈ, 35 ਫੁੱਟ ਦਾ ਡਰਾਈਵ ਥਰੂ ਬਣ ਜਾਊਗਾ। ਡਰਾਈਵ ਥਰੂ ਬਣਨ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ, ਕਿਉਂ ਜਿੰਨੇ ਵੀ ਵਹੀਕਲ ਆਉਂਦੇ ਨੇ ਜਾਂ ਫਾਰਮਰਸ ਆਉਂਦੇ ਨੇ, ਇਹ ਤੋਂ ਈਵਨ ਕਰੋਨਾ ਕਰਕੇ ਅਸੀਂ ਇੱਥੇ ਫੀਲਡ ਦੇ ਪ੍ਰੋਗਰਾਮ ਇੱਕ ਨਵੰਬਰ ਮਹੀਨੇ, ਇੱਕ ਫਰਵਰੀ ਮਾਰਚ ਦੇ ਵਿੱਚ ਅਸੀਂ ਸਾਰੀ ਜਿੰਨੀ ਵੀ ਸਾਡੀ ਡਿਵੈਲਪਮੈਂਟ ਆ ਉਹ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਡਿਪਾਰਟਮੈਂਟ ਯੂਨੀਵਰਸਿਟੀ ਦੇ ਸਹਿਯੋਗ ਨਾਲ, ਇੱਕੋ ਸਾਡੇ ਪਲਾਨ 'ਚ ਹੈ ਵੀ ਇੱਕ ਵਾਰ ਮਾਹੌਲ ਥੋੜ੍ਹਾ ਠੀਕ ਹੋ ਜਾਏ ਵੀ ਅਸੀਂ ਇੱਕ ਸਾਲ ਅਸੀਂ ਖੜੇ ਕਿੱਥੇ ਆ। ਅਸੀਂ ਸਾਰੇ ਫਾਰਮਰਾਂ ਨੂੰ ਆਲ ਓਵਰ ਪੰਜਾਬ ਸੱਦਾ ਦਈਏ ਵੀ ਤੁਸੀਂ ਇੱਕ ਦਿਨ ਲਈ ਸਾਡੇ ਕੋਲ ਆਓ, ਇਹਨੂੰ ਵਿਜ਼ਿਟ ਕਰੋ। ਜਿਹੜੀ ਨਵੀਂ ਇਨੋਵੇਸ਼ਨ ਹੈ, ਨਵੇਂ ਸੀਡ ਨੇ, ਨਵੀਆਂ ਖਾਦਾਂ ਨੇ, ਨਵੇਂ ਕੁਕਮੈਂਟ ਨੇ, ਕੋਈ ਵੀ ਚੀਜ਼ ਹੈ ਵੀ ਉਹ ਅਸੀਂ ਕਿਹੜੇ ਆ ਗਏ ਨੇ ਜਿਹੜੇ ਸਾਡੇ ਲਈ ਲੇਬਰ ਕਾਸਟ ਬਚਾਉਂਦੇ ਆ ਜਾਂ ਸਾਨੂੰ ਮਾਰਕੀਟਿੰਗ 'ਚ ਹੈਲਪ ਕਰਦੇ ਆ। ਤੁਹਾਡੇ ਮਾਧਿਅਮ ਰਾਹੀਂ ਅਸੀਂ ਮਾਰਕੀਟਿੰਗ ਵਾਲੇ ਬੰਦਿਆਂ ਨੂੰ ਵੀ ਗੱਲ ਕਰਦਾ, ਜਿਹਨੂੰ ਕੁਆਲਿਟੀ ਫੂਡ ਚਾਹੀਦਾ ਸਾਡੇ ਨਾਲ ਜੁੜੋ। ਜੇ ਅਸੀਂ ਦਿੱਲੀ ਦਿੰਦੇ ਤਾਂ ਚੰਡੀਗੜ੍ਹ, ਲੁਧਿਆਣੇ ਵਾਲੇ ਬੰਦੇ ਕਿ ਉਹ ਵੀ ਸਾਤੋਂ ਲੈ ਸਕਦੇ ਨੇ, ਹੁਣ ਲੈ ਵੀ ਰਹੇ ਆ। ਵੀ ਅਸੀਂ ਨਹੀਂ ਚਾਹੁੰਦੇ ਅਸੀਂ ਵਿਦੇਸ਼ ਲਈ ਕੰਮ ਕਰੀਏ, ਮੈਂ ਚਾਹੁੰਦਾ ਮੈਂ ਆਪਣੇ ਇਲਾਕੇ ਲਈ ਕੰਮ ਕਰਾਂ। ਵੀ ਸ਼ਾਇਦ ਮਤਲਬ ਕਿਸਾਨਾਂ ਨੂੰ ਵੀ ਸੋਚਣਾ ਪੈਣਾ ਹੁਣ ਵੀ
ਨਵੀਂ ਟੈਕਨੀਕ ਕੀ ਚੱਲ ਰਹੀ ਹੈ, ਬੀਜ ਕੀ ਚੱਲ ਰਿਹਾ। ਜੇ ਆਪਾਂ ਫਰੂਟ ਦੀ ਗੱਲ ਕਰ ਲਈਏ, ਅੱਜ ਤੋਂ ਮੈਨੂੰ ਲੱਗਦਾ 3-4 ਪਹਿਲਾਂ ਡਰੈਗਨ ਫਰੂਟ ਦਾ ਕਿਸੇ ਨੇ ਸ਼ਾਇਦ ਨਾਮ ਵੀ ਨਹੀਂ ਸੁਣਿਆ ਸੀ ਪੰਜਾਬ 'ਚ, ਐਵਾਕਾਡੋ ਦਾ ਨਾਮ ਹੁੰਦਾ। ਤੇ ਅੱਜ ਜਿਹੜੇ ਉਹ ਕਿਸਾਨ ਉਹ ਕਹਿੰਦਾ ਖੇਤੀ ਕਰ ਰਹੇ ਆ, ਜੋ ਜਿਨ੍ਹਾਂ ਨੇ ਬਾਗ ਲਗਾਏ ਹੋਏ ਆ, ਤਾਂ ਉਹਨਾਂ ਕੋਲ ਕਮਾਈ ਪੂਰੀ ਹੈਗੀ ਆ, ਲੱਖਾਂ ਰੁਪਏ ਕਮਾ ਰਹੇ ਆ। ਜਗਵੰਤ ਜੀ, ਜਿਹੜੀ ਤੁਸੀਂ ਡਰੈਗਨ ਫਰੂਟ ਦੀ ਗੱਲ ਕਰੀ ਆ, ਸਾਡੀ ਇੱਕ ਸਮੱਸਿਆ ਹੈ ਪੰਜਾਬ ਦੇ ਫਾਰਮਰ ਦੀ। ਜਦੋਂ ਇਹ ਮੰਨ ਲਓ ਸ਼ੁਰੂਆਤ ਕਰਦਾ, ਇਹ ਜਿਹੜੀ ਚੀਜ਼ 'ਚ ਉਹਨੂੰ ਪੈਸੇ ਬਚ ਜਾਣ, ਉਹਨੂੰ ਉਹਦੀ ਐਡਵਰਟਾਈਜ਼ਮੈਂਟ ਬਹੁਤ ਕਰਦਾ। ਉਹ ਐਡਵਰਟਾਈਜ਼ਮੈਂਟ ਨਾਲ ਜਦੋਂ ਤਾਂ ਉਹਦੀ ਮਾਰਕੀਟ ਦੇ ਵਿੱਚ ਜਿੰਨੀ ਨੀਡ ਆ ਉਹਨਾਂ ਚਿਰ ਤਾਂ ਉਹ ਸਕਸੈਸ ਆ। ਜੇ ਮੈਂ ਗੱਲ ਕਰਾਂ, ਪਹਿਲਾਂ ਈਮੋ ਫਾਰਮਿੰਗ ਆਈ ਵੀ, ਉਹ ਲੋਕਾਂ ਸਾਡੇ ਨਹਿਰ ਤੇ ਛੱਡ ਕੇ ਗਏ ਨੇ ਲੋਕ ਵੀ। ਇਦਾਂ ਹੀ ਇਹ ਜਿਹੜੀਆਂ ਛੋਟੀਆਂ ਇਨੋਵੇਸ਼ਨਸ ਨੇ, ਇਹਨਾਂ ਦੇ ਨਾਲ ਜਦੋਂ ਬਰਾਬਰ ਮਾਰਕੀਟਿੰਗ ਡਿਵੈਲਪ ਨਹੀਂ ਹੁੰਦੀ। ਅੱਜ ਆਪਣੇ ਕੋਲ ਸਮਾਂ ਘੱਟ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਵੇਂ ਅਸੀਂ ਬੈਠੇ ਹਾਂ, ਜੇ ਅਸੀਂ ਸਾਡਾ ਏਰੀਆ ਇਹ ਹਿਊਮਿਡਿਟੀ ਰਹਿੰਦੀ ਹੈ ਇੱਥੇ, ਜਿੰਨਾ ਅਸੀਂ ਹਿਮਾਚਲ ਦੇ ਹਿਮਾਲਿਆ ਦੇ ਨਾਲ ਏਰੀਆ ਸਾਡਾ ਨਹਿਰ ਦੇ ਨਾਲ, ਇੱਥੇ ਹਿਊਮਿਡਿਟੀ ਦਾ ਲੈਵਲ ਵੱਧ ਰਹਿੰਦਾ। ਇਹਦੇ 'ਚ ਮਿਰਚ ਦੀ ਖੇਤੀ ਔਰ ਸੀਡ ਦਾ ਕੰਮ ਬਹੁਤ ਵੱਡਾ ਹੋ ਸਕਦਾ। ਕੋਈ ਬਾਹਰ ਦੀ ਫਰਮ ਆਵੇ, ਜਿਵੇਂ ਸਾਡੇ ਪਿਛਲੇ ਪਾਸੇ ਇੱਕ ਪ੍ਰੋਸੈਸਿੰਗ ਯੂਨਿਟ ਲੱਗ ਰਿਹਾ ਵੈਜੀਟੇਬਲ ਦਾ, ਉਹ ਸਾਰਾ IQ5 ਸਾਰੀਆਂ ਸਬਜ਼ੀਆਂ ਫਰੋਜ਼ਨ ਕਰਕੇ ਬਾਹਰ ਲੈ ਕੇ ਜਾਣੇ ਵਾਲਾ ਯੂਨਿਟ ਆ। ਇਹ ਸਾਡਾ ਏਰੀਆ ਵੈਜੀਟੇਬਲ ਜ਼ੋਨ ਆ, ਉਹ ਗੋਰਿਆਂ ਨੇ ਸਪੇਨ ਦੇ ਨੇ ਸਿਲੈਕਟ ਕਰਕੇ ਲਾਇਆ। ਇੱਦਾਂ ਹੀ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਆਪਾਂ ਜੇ ਉਰੇ ਸਾਰੇ ਜਣੇ ਰਲ ਕੇ ਵੈਦਰ ਦੇ ਅਕੋਰਡਿੰਗ ਗਰੋਇੰਗ ਕਰਾਂਗੇ, ਉਹਦੀ ਮਾਰਕੀਟਿੰਗ ਨਾਲ ਹੋ ਜੇ। ਜਿਵੇਂ ਚਿੱਲੀ ਹੈ, ਚਿੱਲੀ ਪਹਿਲਾਂ ਹਰੀ ਵਿਕ ਜਾਂਦੀ ਹੈ, ਫਿਰ ਲਾਲ ਵਿਕ ਜਾਂਦੀ ਹੈ। ਸਾਨੂੰ ਸੁਸਾਇਟੀ ਵਿੱਚ ਡਰਾਇਰ ਹੋਣ ਸਾਡੇ ਕੋਲ, ਜੇ ਮਾਰਕੀਟ ਡਾਊਨ ਹੋ ਗਈ ਅਸੀਂ ਉਹਨੂੰ ਪ੍ਰੋਸੈਸ ਕਰ ਲਈਏ। ਜਾਂ ਪੰਜਾਬ ਐਗਰੋ ਦਾ ਯੂਨਿਟ ਲੱਗਿਆ ਹੋਇਆ ਇੱਧਰ ਆਪਣੇ ਬਠਿੰਡੇ ਸਾਈਡ, ਉਧਰ ਸਾਈਡ, ਵੀ ਅਸੀਂ ਉਹਨੂੰ ਦੇ ਦਈਏ। ਸਾਡਾ ਇੱਕ ਇਹ ਹੋਵੇ ਜੇ ਸਲੰਪ ਆਉਂਦਾ ਤਾਂ ਸਾਡੇ ਕੋਲ ਉਹਦਾ ਪੂਰਾ ਇੱਕ ਪ੍ਰਬੰਧ ਹੋਵੇ, ਢਾਂਚਾ ਹੋਵੇ ਕਿ ਜਿਵੇਂ ਆਪਾਂ ਕਹਿ ਸਕਦੇ ਵੀ ਦੇਸ਼ ਜਿਹੜੇ ਸਾਰੇ ਗਲੋਬਲ ਵਿਲੇਜ ਬਣ ਚੁੱਕੇ ਆ, ਤਾਂ ਉਵੇਂ ਮਤਲਬ ਪੰਜਾਬ ਨੂੰ ਵੀ ਇੱਕ ਐਗਰੀਕਲਚਰ ਦੇ ਲਈ ਗਲੋਬਲ ਵਿਲੇਜ ਬਣਾਉਣ ਦੀ ਲੋੜ ਆ। ਵੀ ਇੱਥੇ ਸਬਜ਼ੀ ਜੇਕਰ ਹੋ ਰਹੀ ਆ, ਇਸ ਨੂੰ ਬਠਿੰਡੇ ਭੇਜਿਆ ਜਾ ਸਕਦਾ, ਜੇਕਰ ਉੱਥੇ ਸਟੋਰ ਹੈ, ਉਹ ਟਰਾਂਸਪੋਰਟ ਦਾ ਵੀ ਖਰਚ ਬਣੇ ਤਾਂ ਵੱਡੀ ਗੱਲ ਇੱਥੇ ਖੇਤ ਹੀ ਕਹੂੰਗਾ ਵੀ ਜਿੱਥੇ ਫੈਮਿਲੀ ਡਾਕਟਰ ਹੁੰਦੇ ਆ, ਉੱਥੇ ਫੈਮਿਲੀ ਫਾਰਮਰ ਜਿਹੜੇ ਹੋਣ, ਤਾਂ ਸ਼ਾਇਦ ਕਿਸਾਨ ਜਿਹੜੇ ਉਹ ਵੀ ਤਰੱਕੀ ਕਰ ਸਕਣਗੇ। ਜਗਵੰਤ ਜੀ, ਤੁਸੀਂ ਬਿਲਕੁਲ ਸਹੀ ਕਹੀ ਹੈ ਵੀ ਜਿਹੜਾ ਮੂਹਰੇ ਸਮਾਂ ਹੈ, ਇਹ ਤੁਹਾਡੀ ਪਹਿਚਾਣ ਤੁਹਾਡੀ ਕਾਰਾਂ ਨਾਲ, ਤੁਹਾਡੇ ਮਕਾਨਾਂ ਨਾਲ ਨਹੀਂ, ਤੁਹਾਡੀ ਸਿਹਤ ਨਾਲ ਹੋਣੀ ਹੈ ਇੱਕ ਦਿਨ। ਵੀ ਤੁਸੀਂ ਤੰਦਰੁਸਤ ਹੋ, ਤੁਸੀਂ ਦੁਨੀਆ ਦੇ ਅਮੀਰ ਬੰਦੇ ਹੋ। ਇਸ ਲਈ ਤੁਹਾਨੂੰ ਠੀਕ ਹੈ, ਜ਼ਿੰਦਗੀ ਇੱਕ ਬਹੁਤ ਛੋਟੀ ਹੈ, ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਮਿਲਦੇ ਆ। ਕੋਈ ਤੁਹਾਡੀ ਇੱਕ ਪਰਸਨ ਤੁਹਾਡੀ ਲਾਈਫ ਹੀ ਚੇਂਜ ਕਰ ਦਿੰਦਾ। ਉਹ ਕੁਦਰਤ ਵੱਲੋਂ ਹੀ ਉਸ ਪਰਸਨ ਦੀ ਡਿਊਟੀ ਲਾਈ ਦੀ ਹੈ ਵੀ ਤੂੰ ਇਹ ਬੰਦੇ ਨੂੰ ਜਾ ਕੇ ਮੋਟੀਵੇਟ ਕਰਨਾ ਹੈ, ਜਾਂ ਤੂੰ ਉਹਦੇ ਨਾਲ ਜੁੜਨਾ ਹੈ, ਕੋਈ ਉਹਦੇ ਨਾਲ ਰਿਸ਼ਤਾ ਬਣਾਉਣਾ। ਉਹ ਚੀਜ਼ਾਂ ਤੈਅ ਹੁੰਦੀਆਂ ਨੇ। ਤੁਸੀਂ ਮੁਸੀਬਤਾਂ ਤੋਂ ਘਬਰਾਉਂਦੇ ਹੋ। ਮੈਂ ਕਹਿੰਦਾ ਵੀ ਮੁਸੀਬਤਾਂ 'ਚੋਂ ਹੀ ਬੰਦੇ ਨੂੰ ਸਕਸੈਸ ਦੇ ਰਾਹ ਮਿਲਦੇ ਨੇ, ਸਫਲਤਾ ਦੇ ਰਾਹ ਮਿਲਦੇ ਨੇ। ਵੀ ਮੁਸੀਬਤਾਂ ਦੇ ਨਾਲ ਹੀ ਬੰਦਾ ਬਣਦਾ। ਨਹੀਂ ਜੇ ਬੰਦੇ ਨੂੰ ਕੋਈ ਮੁਸੀਬਤ ਨਹੀਂ, ਮੈਂ ਵੀ ਘਰੇ ਬੈਠਾ ਹੁੰਦਾ, ਤੁਸੀਂ ਵੀ ਘਰੇ ਹੁੰਦੇ। ਵੀ ਇਸ ਲਈ ਜਿਹੜੇ ਕੰਮ ਨੇ ਜੋ ਕੁਦਰਤ ਵੱਲੋਂ ਕਰਦੇ ਆ, ਜਿਹਦੇ 'ਚ ਮੁਸ਼ਕਲਾਂ ਆਉਂਦੀਆਂ ਨੇ, ਉਹਨਾਂ ਤੇ ਘਬਰਾਉਣਾ ਨਹੀਂ ਚਾਹੀਦਾ। ਬਾਕੀ ਰਹੀ ਗੱਲ, ਮੈਂ ਇੱਕ ਜਾਂਦੇ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ। ਮੈਂ ਉਹਨਾਂ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਕਰਜ਼ਾ ਕਿਸਾਨ ਦੇ ਸਿਰ ਨਹੀਂ, ਵਰਲਡ ਦੇ ਕਿਸਾਨ ਦੇ ਸਿਰ ਆ। ਮੇਰੇ ਵੀ ਸਿਰ ਸੀਗਾ, ਅੱਜ ਨਾ ਮੇਰੇ ਕੋਲ ਆ ਨਾ ਮੇਰੇ ਸਿਰ ਹੈ। ਮੈਂ ਮੰਨਦਾ, ਮੈਂ ਕੰਮ ਕਰਦਾ। ਸਾਡੇ ਵੀ ਕਰੋਨਾ ਕਰਕੇ ਹੁਣ ਫੇਰ ਕਰਜ਼ਾ ਹੈ ਕਿ 2 ਸਾਲ ਹੋ ਗਏ ਸਾਨੂੰ 2 ਪੈਸੇ ਨਹੀਂ ਆਏ। ਸਾਡਾ ਐਡਾ ਬੜਾ ਸਟਰਕਚਰ, ਇਹਨੂੰ ਚਲਾਉਣ ਲਈ ਬਹੁਤ ਖਰਚਾ ਆਉਂਦਾ। ਵੀ ਖੁਦਕਸ਼ੀ ਹੱਲ ਨਹੀਂ ਇਹ ਚੀਜ਼ ਦਾ। ਤੁਸੀਂ ਇੱਕ ਦਿਨ ਮੋਬਾਈਲ ਬੰਦ ਕਰਕੇ ਕੋਠੇ ਚੜ੍ਹ ਕੇ ਸੌਂ ਕੇ ਤਾਂ ਦੇਖੋ ਵੀ ਤੁਹਾਡੇ ਮਰਨ ਨਾਲ ਪਿਛਲੇ ਕਿੰਨੇ ਕੁ ਸੁਖੀ ਹੋ ਜਾਂਦੇ ਨੇ। ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਇੱਕ ਪਿੰਡ ਦੇ ਵਿੱਚੋਂ ਬੰਦਾ ਦੱਸਿਓ ਜਿਹਦੇ ਕੋਲ 20 ਸਾਲ ਪਹਿਲਾਂ ਜਿਹਨੇ ਲੋਨ ਲਿਆ ਸੀ, ਵੀ ਅੱਜ ਉਹਦੇ ਸਿਰ ਹੈਗਾ। ਆੜਤੀਏ ਦੇ ਪੈਸੇ ਨੇ, ਜੇ ਦੇਣੇ ਹੈ ਤਾਂ ਉਹਦੇ ਨਾਲ ਬੈਠੋ, ਉਹਦੇ ਨਾਲ ਗੱਲ ਕਰੋ ਵੀ ਮੈਂ ਤੇਰੇ ਪੈਸੇ ਦਊਂਗਾ, ਮੈਂ ਅੱਜ ਵਿਆਜ ਦਊਂਗਾ, ਜਾਂ ਮੇਰੇ ਕੋਲ ਹੈ ਨਹੀਂ, ਜਿੱਦਣ ਹੋਏ ਮੈਂ ਜ਼ਰੂਰ ਦਊਂਗਾ। ਉਹ ਤੁਹਾਡੇ ਕੋਲ ਸ਼ੁਰੂਆਤ ਦੇ ਵਿੱਚ ਆਊਗਾ, ਫਿਰ ਲਾਸਟ ਮੂਵਮੈਂਟ ਤੇ ਉਹ ਵਿਆਜ ਛੱਡ ਕੇ ਤੁਹਾਡੇ ਨਾਲ ਅਸਲ ਪੈਸਿਆਂ ਦੀ ਗੱਲ ਕਰੂਗਾ। ਬੈਂਕ ਦੇ ਪੈਸੇ ਨੇ ਦੇ ਹੁੰਦੇ ਨੇ ਮੇਰੇ ਮੂੰਹ, ਜਾਂ ਤਾਂ ਭਗਤ ਸਿੰਘ ਬਣ ਕੇ ਕਮਾਈ ਕਰਕੇ ਮੋੜਨੇ ਆ ਤਾਂ ਮੋੜ ਲਓ।